आदाब, सत श्री अकाल। हमदर्द टीवी के सारे दर्शकों का बहुत बहुत स्वागत है प्रोग्राम न्यूज़ एंड व्यूज़ के विच। मैं हाँ तरनजीत कौर घुम्मन हाज़र हाँ जी लैके तुहाडा अपना प्रोग्राम, जिस विच अज असीं गलबात करांगे एक विषय के उत्ते ते नाल दी नाल कुछ खबरां भी डिस्कस करांगे। उन्हां खबरां उत्ते तुहाडे भी विचार जाणांगे। सो सब तो पहला प्रोग्राम दे विच असीं जोड़ लैंदे हां मेरे सहयोगी मरगिंद नाथ जी नूं। बहुत बहुत स्वागत है सर। मेरे और सारे नमस्कार भी, सत श्री अकाल, आदाब ते नमस्कार जी। मैं क्या ये कोई गल ते नहीं ना, कल बाजवा साहब ने मैनू लिंक भेजा सी जी, उत्तों यह लाइनां लईआं ने। मैं क्या ये कोई गल ते नहीं ना, चुप मसले दा हल ते नहीं ना, मेरे दिल चों निकल भी सकना दिल ये कोई दल दल ते नहीं ना, मन्निया बंदे इक्को जहे ने, मन्निया बंदे इक्को जहे ने, पर तेरे गल टल ते नहीं ना, मैं कहना लो इक्को जहे ने। मैं कहना लो इक्को जहे ने, ओ कहंदा है खल ते नहीं ना, इश्क तो मैं अनजान ही सही, पर तेनू भी ते कोई वल ते नहीं ना, दुनिया मैथों बागी साबर, दुनिया मैथों बागी साबर, तू दुनिया दे वल ते नहीं ना, मैं कहना वा लो इक्को जहे ने, वो कहंदा है खल ते नहीं ना, वो कहंदा है खल ते नहीं ना। बहुत खूब, बहुत ही सोहनी कविता सर। मतलब पता नहीं कित्थों कट के लेके आने हो तुसीं। सही बाजवा साहब ने कल लिंक भेजा सीगा ते मैं कहा भी ताज़ा ताज़ा किते मैं भुल ना जावां, पहला ये कविता क्यों ना शेयर की जाए जी। बिल्कुल जी, जे कोई खुद भी लिख दिया तुसी ਜਿਹੜੀ अपनी शायरी मिस्टर नाथ ਨੂੰ ਜ਼ਰੂਰ ਭੇਜਿਓ ਤੇ ਕੋਸ਼ਿਸ਼ ਕਰਨ ਕਿ ਉਹ ਕੇ ਪ੍ਰੋਗਰਾਮ ਦੇ ਵਿੱਚ ਸਟਾਰਟਿੰਗ ਉਸ ਤੋਂ ਹੀ ਕੀਤੀ ਜਾਵੇ। ਸੋ ਜੇ ਕੋਈ ਲਿਖਦੇ ਆ, ਆਪਣਾ ਸਾਰਿਆਂ ਦਾ ਪ੍ਰੋਗਰਾਮ ਹੈ ਜੀ, ਅਸੀਂ ਤੁਹਾਡੇ ਵਾਸਤੇ ਆ, ਸਾਨੂੰ ਪ੍ਰੋਗਰਾਮ ਦੇਣ ਚ ਮਜ਼ਾ ਆਉਂਦਾ, ਐਸੀ ਗੱਲ ਨਹੀਂ ਹੈ, ਪਰ ਜਦੋਂ ਤੁਸੀਂ ਸੁਣਦੇ ਹੋ, ਰਿਸਪੌਂਸ ਦਿੰਦੇ ਹੋ, ਉਦੋਂ ਵੀ ਚੰਗਾ ਲੱਗਦਾ। ਬਿਲकुल जी सर, ਕੀ ਹਾਲ ਚਾਲ ਨੇ? ਕਰਨ ਠੀਕ ਆ। ਕੱਲ ਜਿਹੜਾ ਆਪਾਂ ਟੌਪਿਕ ਸੀਗਾ, ਆਪਣੇ ਕੋਲ ਸਮਾਂ ਘੱਟ ਗਿਆ ਸੀਗਾ, ਫਿਰ ਖਬਰਾਂ ਵਾਸਤੇ ਸਮਾਂ ਨਹੀਂ ਸੀਗਾ, ਉਸ ਨੂੰ ਕੁਛ ਅੱਗੇ ਲੈ ਚੱਲਦੇ ਹਾਂ ਕਿ ਕੱਲ ਆਪਾਂ ਗੱਲ ਇਹ ਕੀਤੀ ਸੀਗੇ ਪੇਰੈਂਟਸ ਨੂੰ ਮਗਰਲੀ ਉਮਰੇ, ਮੈਂ ਇਹ ਨਹੀਂ ਕਹਿੰਦਾ ਕਿ ਸਾਰੇ ਨਹੀਂ, ਥੋੜੇ ਨੇ, ਪਰ ਉਹ ਖਬਰਾਂ 'ਚ ਬਹੁਤ ਆ ਜਾਂਦੇ ਨੇ ਜਿਹੜੇ ਆਪਣੇ ਪੇਰੈਂਟਸ ਦਾ ਖਿਆਲ ਨਹੀਂ ਕਰਦੇ, ਔਰ ਅਖੀਰਲੀ ਉਮਰ ਦੇ ਵਿੱਚ, ਜਿਵੇਂ ਅੱਜ ਕੱਲ੍ਹ ਖਬਰਾਂ ਪੰਜਾਬ 'ਚੋਂ ਆ ਰਹੀਆਂ ਨੇ ਕਿ ਇੱਥੇ ਵੀ ਦੇਖਦੇ ਹਾਂ, ਅਖੀਰਲੀ ਉਮਰ ਦੇ ਵਿੱਚ ਪੇਰੈਂਟਸ ਨੂੰ ਰੋਲਣਾ ਪੈ ਜਾਂਦਾ, ਭੈਣ ਭਰਾ ਇੱਕ ਦੂਸਰੇ ਤੋਂ ਇਸ ਜ਼ਿੰਮੇਵਾਰੀ ਨੂੰ ਇੱਕ ਦੂਜੇ ਦੇ ਗਾਲ ਕਈ ਵਾਰੀ ਮੜਨ ਦੀ ਕੋਸ਼ਿਸ਼ ਕਰਦੇ ਨੇ, 100 ਗਿਲੇ ਸ਼ਿਕਵੇ ਹੁੰਦੇ ਨੇ, ਸਿਬਲਿੰਗਸ ਦੇ ਆਪਸ ਵਿੱਚ ਗਿਲੇ ਸ਼ਿਕਵੇ ਉਹ ਪੇਰੈਂਟਸ ਰਾਹੀਂ ਕੱਢੇ ਜਾਂਦੇ ਨੇ। ਕਈ ਵਾਰੀ ਪੇਰੈਂਟਸ 'ਤੇ ਗੁੱਸਾ ਕੀਤਾ ਜਾਂਦਾ ਵੀ ਤੁਸੀਂ ਧਰਮ ਦਾ ਜ਼ਿਆਦਾ ਕੀਤਾ, ਮੇਰਾ ਘੱਟ ਕੀਤਾ, ਅਜਿਹੀ ਗੱਲ ਹੋਣ ਲੱਗ ਜਾਂਦੀ ਹੈ। ਸੋ ਕਈ ਵਾਰੀ ਉਹ ਐਸਾ ਗੁੱਸਾ ਹੁੰਦਾ ਕਿ ਪੇਰੈਂਟਸ, ਇੱਕ ਉਮਰ ਵੱਧ ਜਾਂਦੀ ਹੈ, ਉਹਨਾਂ ਦੀ ਸੋਚਣ ਬੁੱਧੀ ਉਨੀ ਕੰਮ ਨਹੀਂ ਕਰਦੀ, ਉਹ ਜਿਹੜੇ ਫੈਸਲੇ ਕਰਦੇ ਨੇ ਕਈ ਵਾਰੀ ਉਹ ਫੈਸਲੇ ਬਾਕੀਆਂ ਦੇ ਫਿੱਟ ਨਹੀਂ ਆਉਂਦੇ। ਹੋ ਸਕਦਾ ਪੇਰੈਂਟ ਨੇ ਸਾਰੀ ਉਮਰ ਫੈਸਲੇ ਕੀਤੇ ਨੇ, ਪਰ ਕਈ ਵਾਰੀ ਜਦੋਂ ਬੁਢੇਪੇ ਦੇ ਵਿੱਚ ਕਈ ਐਸੇ ਤੁਹਾਡੀ ਫੈਸਲਾ ਕਰਨ ਦੀ ਤਾਕਤ ਨਹੀਂ ਰਹਿੰਦੀ। ਕਈ ਵਾਰੀ ਤੁਸੀਂ ਅੱਜ ਜਿਹੜੀ ਗੱਲ ਕੀਤੀ ਸੀ ਕਿਸੇ ਜਗ੍ਹਾ ਤੇ, ਇਸ ਜਗ੍ਹਾ ਦੀ ਗੱਲ ਹੀ ਹੈ ਕਿ ਕੋਈ ਬਜ਼ੁਰਗ ਪੈਸੇ ਮੰਗ ਰਿਹਾ ਸੀਗਾ, ਉਹਨੂੰ ਕੋਈ ਜ਼ਰੂਰਤ ਸੀਗੀ, ਹੋਵੇਗੀ, ਆਮ ਜ਼ਰੂਰਤਾਂ ਪੈ ਜਾਂਦੀਆਂ ਨੇ, ਕਈ ਵਾਰੀ ਘਰੇ ਬੰਦਾ ਪੈਸੇ ਭੁੱਲੇ ਆਉਂਦਾ ਤਾਂ ਲੋੜ ਪੈ ਜਾਂਦੀ ਹੈ, ਪਰ ਕਈ ਵਾਰੀ ਇਉਂ ਲੱਗਦਾ ਕਿ ਨਹੀਂ ਇਹ ਘਰੋਂ ਪੈਸੇ ਵਾਲੀ ਗੱਲ ਨਹੀਂ ਹੈਗੀ ਆ। ਉਹ ਕਿਵੇਂ, ਤੁਸੀਂ ਕੀ ਕਹਿਣਾ ਚਾਹੋਗੇ? ਬਿਲਕੁਲ, ਮੇਰੇ ਨਾਲ ਖੁਦ ਨਾਲ ਇਹ ਹੋਇਆ ਆ, ਮਤਲਬ ਲਾਈਕ ਇੱਕ ਪਰਸਨ ਸੀ ਸਰ, ਆਪਣੇ ਖੁਦ ਦੇ ਮਤਲਬ ਕਮਿਊਨਿਟੀ ਦੇ ਪੰਜਾਬੀ ਸਿੱਖ ਸਰ ਹੈਗੇ ਸੀਗੇ, ਤੇ ਮੈਂ ਸਟਾਪ ਤੋਂ ਇੱਕ ਰੋਡ ਕ੍ਰਾਸ ਕਰਨੀ ਸੀ। ਸੋ ਮੈਂ ਉੱਥੇ ਵੇਟ ਕਰ ਰਹੀ ਸੀ ਕਿ ਵਾਕ ਸਾਈਨ ਹੋਵੇ ਤੇ ਮੈਂ ਉੱਥੇ ਜਾਵਾਂ, ਤੇ ਬਟ ਇਨ ਦਾ ਮੀਨ ਟਾਈਮ ਇੱਕ ਸਾਡੇ ਬਜ਼ੁਰਗ ਆਏ, ਕੁੜਤਾ ਪਜਾਮਾ ਪਾਇਆ ਹੋਇਆ ਸੀ, ਦਸਤਾਰ ਸਜਾਈ ਹੋਈ ਸੀ, ਦਸਤਾਰ ਥੋੜੀ ਜਿਹੀ ਉਹਨਾਂ ਦੀ ਖਿਲਰੀ ਪਈ ਸੀ, ਉਹਨਾਂ ਦੇ ਹੱਥ ਤੇ ਪੱਟੀ ਕੀਤੀ ਹੋਈ ਸੀ। ਜੇ ਕਿਸੇ ਨੂੰ ਪਤਾ ਹੋਵੇ ਤਾਂ ਬੋਵੇੜ ਤੇ ਬੋਵੇੜ ਦੇ ਉੱਤੇ ਸੀ ਜਿਹੜਾ ਹਸਪੀਟਲ ਦੇ ਕੋਲ, ਇਹ ਜਿਹੜਾ ਸਟਾਪ ਸਾਈਨ ਆ ਉੱਥੇ ਸੀ, ਤੇ ਉਸ ਟਾਈਮ ਦੇ ਵਿੱਚ ਮੈਂ ਖੜੀ ਸੀ ਤੇ ਮੇਰੇ ਕੋਲ ਆ ਕੇ ਕੁਝ ਪੈਸੇ ਮੰਗਣ ਲੱਗੇ। ਸੋ ਮੈਨੂੰ ਉਹਨਾਂ ਦੀ ਹਾਲਤ ਇਹ ਵੀ ਨਹੀਂ ਲੱਗੀ ਕਿ ਉਹਨਾਂ ਨੂੰ ਪੈਸੇ ਜਿਹੜੇ ਆ ਕਿਸੇ ਜ਼ਰੂਰਤ ਲਈ ਚਾਹੀਦੇ ਨੇ, ਕਿਉਂਕਿ ਉਹਨਾਂ ਨੇ ਥੋੜੀ ਡਰਿੰਕ ਕੀਤੀ ਹੋਈ ਸੀ। ਸੋ ਮੈਂ ਸਮਝ ਰਹੀ ਸੀ ਕਿ ਇਹ ਪੈਸੇ ਜਿਹੜੇ ਆ ਵੀ ਕਿਸੇ ਜ਼ਰੂਰਤ ਲਈ ਨਹੀਂ ਮੰਗੇ ਜਾ ਰਹੇ, ਬਲਕਿ ਆਪਣੀ ਜ਼ਰੂਰਤ ਪੂਰੀ ਕਰਨ ਲਈ ਮੰਗੇ ਜਾ ਰਹੇ ਨੇ। ਜਦੋਂ ਮੈਂ ਉਹਨਾਂ ਨੂੰ ਕਿਹਾ ਕਿ ਤੁਹਾਡੇ ਹੱਥ ਤੇ ਪੱਟੀ ਕੀਤੀ ਹੋਈ ਹੈ, ਤੁਸੀਂ ਕਿੱਥੇ ਜਾਣਾ, ਵੀ ਮੈਂ ਤੁਹਾਨੂੰ ਛੱਡ ਆਉਂਦੀ ਹਾਂ, ਤੁਹਾਡਾ ਘਰ ਕਿੱਥੇ ਹੈ। ਸੋ ਮੇਰੇ ਤੋਂ ਟਾਲਾ ਵੱਟਦੇ ਹੋਏ ਮੈਂ ਕਿਹਾ ਵੀ ਮੈਂ ਕੈਸ਼ ਨਹੀਂ ਚੁੱਕਿਆ ਹੋਇਆ, ਵੀ ਮੈਂ ਕਾਰਡ ਹੀ ਯੂਜ਼ ਕਰਦੀ ਹਾਂ, ਸੋ ਮੈਂ ਤੁਹਾਡੀ ਹੈਲਪ ਨਹੀਂ ਕਰ ਪਾ ਰਹੀ, ਪਰ ਜੇ ਤੁਸੀਂ ਕਿਤੇ ਜਾਣਾ ਆ ਮੈਂ ਤੁਹਾਨੂੰ ਡ੍ਰੌਪ ਕਰ ਦੇਣੀ ਆ, ਦੱਸ ਦਿਓ। ਸੋ ਮੇਰੇ ਤੋਂ ਪਾਸਾ ਵੱਟ ਕੇ ਉਹ ਦੂਰ ਚਲੇ ਗਏ, ਤੇ ਉਸ ਤੋਂ ਬਾਅਦ ਜਿਹੜੀਆਂ ਗੱਡੀਆਂ ਆ ਰਹੀਆਂ ਸੀ, ਹਰ ਗੱਡੀ ਨੂੰ ਆਉਂਦੀ ਜਾਂਦੀ ਨੂੰ ਰੋਕ ਕੇ ਉਹਨਾਂ ਤੋਂ ਪੈਸੇ ਦੀ ਮੰਗ ਕਰ ਰਹੇ ਸੀਗੇ। ਆਪਣੇ ਖੁਦ ਦੇ ਉਹ ਪੰਜਾਬੀ ਭਾਈਚਾਰੇ ਦੇ ਸੀ, ਕਰੀਬ ਜੇ ਮੈਂ ਉਮਰ ਦੀ ਗੱਲ ਕਰਾਂ ਤਾਂ 65 ਸਾਲ ਤੋਂ 70 ਸਾਲ ਦੇ ਕਰੀਬ ਉਹਨਾਂ ਦੀ ਉਮਰ ਸੀ। ਤਰਨ, ਜਿਹੜੀ ਇਹ ਹਾਲਾਤ ਹੈਗੇ ਨੇ, ਕਈ ਵਾਰੀ ਇਹ ਕੋਈ ਜ਼ਰੂਰੀ ਨਹੀਂ ਹੈ ਕਿ ਹਰ ਕੋਈ ਚਾਹੁੰਦਾ, ਅਜਿਹੀ ਗੱਲ ਕੋਈ ਵੀ ਨਹੀਂ ਚਾਹੁੰਦਾ ਹੁੰਦਾ, ਪਰ ਇਹ ਹਾਲਾਤ ਕਈ ਵਾਰੀ ਐਸੇ ਬਣ ਜਾਂਦੇ ਨੇ।
ਬੱਚਿਆਂ ਦੇ ਨਾਲ ਜਿਵੇਂ ਸੰਬੰਧ ਦੀ ਗੱਲ ਆਪਾਂ ਕਰਦੇ ਹਾਂ, ਕਈ ਵਾਰੀ ਸੰਬੰਧ ਸੁਖਾਵੇਂ ਨਹੀਂ ਰਹਿੰਦੇ, ਗੁੱਸਾ ਗਿਲਾ ਹੋ ਜਾਂਦਾ, ਹਰ ਇੱਕ ਤਾਂ ਹੋ ਸਕਦਾ। ਜੇ ਭੈਣ ਭਰਾ ਆਪਸ ਵਿੱਚ ਗੁੱਸੇ ਹੋ ਸਕਦੇ ਆ ਤਾਂ ਪਿਓ ਪੁੱਤ ਵੀ ਗੁੱਸੇ ਹੋ ਸਕਦੇ ਆ, ਮਾਂ ਧੀ ਮਾਂ ਪੁੱਤ ਵੀ ਗੁੱਸੇ ਹੋ ਸਕਦੇ ਆ, ਸਾਰੇ ਹੁੰਦੇ ਆਪਸ ਵਿੱਚ, ਐਸੀ ਗੱਲ ਨਹੀਂ। ਪਰ ਜਦੋਂ ਇਸ ਸਟੇਜ ਤੇ ਆ ਜਾਣਾ ਕਿ ਮੈਨੂੰ ਇੰਨਾ ਜ਼ਰੂਰ ਹੈਗਾ ਤਰਨ ਕਿ ਜਿਹੜੀ ਉਮਰ ਦੀ ਤੁਸੀਂ ਗੱਲ ਕਰ ਰਹੇ ਹੋ ਉਸ ਏਜ ਦੇ ਵਿੱਚ ਕੁਛ ਨਾ ਕੁਛ ਸਾਡੀ ਇੱਥੋਂ ਦੀ ਸਰਕਾਰ ਵੱਲੋਂ ਕੁਛ ਨਾ ਕੁਛ ਜ਼ਰੂਰ ਮਿਲਦਾ ਹੈ। ਐਸੀ ਗੱਲ ਨਹੀਂ ਹੈਗੀ ਕੁਛ ਨਹੀਂ ਵੀ ਮਿਲਦਾ ਹੋਏਗਾ, ਹੋ ਸਕਦਾ ਉਹਨਾਂ ਨੂੰ ਜਿਹੜੇ ਕੁਛ ਮਿਲਦਾ ਹੈ ਉਹਨੂੰ ਐਕਸੈਸ ਨਾ ਹੋਵੇ, ਬੱਚਿਆਂ ਕੋਲ ਐਕਸੈਸ ਹੋਵੇ, ਜਾਂ ਐਸੀ ਗੱਲ ਹੋ ਜਾਂਦੀ ਹੈ ਕਈ ਵਾਰੀ ਤੁਸੀਂ ਕਿਸੇ ਚੀਜ਼ ਨੂੰ ਅਬਿਊਜ਼ ਕਰ ਲੱਗ ਜਾਂਦੇ ਹੋ ਤਾਂ ਬੱਚੇ ਕਹਿੰਦੇ ਕਿ ਤੁਹਾਨੂੰ ਪੈਸੇ ਨਹੀਂ ਦੇਣੇ ਕਿਉਂਕਿ ਤੁਸੀਂ ਪੈਸੇ ਗਲਤ ਪਾਸੇ ਲਾਉਣੇ। ਜਿਵੇਂ ਤੁਸੀਂ ਗੱਲ ਕਰਦੇ ਹੋ ਸ਼ਾਇਦ ਸਮੈਲ ਆ ਰਹੀ ਸੀਗੀ, ਉਹ ਨਹੀਂ ਚਾਹੁੰਦੇ ਕਿ ਉਹਨਾਂ ਦਾ ਪੇਰੈਂਟ ਬਾਹਰ ਜਾਵੇ ਤੇ ਬਾਹਰ ਸਿਆਣੀ ਬਿਆਣੀ ਉਮਰ ਦਾ ਬੰਦਾ ਕੋਈ ਇਸ ਤਰ੍ਹਾਂ ਨਸ਼ੇ ਹੀ ਲੱਗੇ, ਲਾਂਭੇ ਦਿੰਦਾ। ਤੁਹਾਡਾ ਫਾਦਰ ਸੀਗਾ, ਤੁਹਾਡਾ ਪੇਰੈਂਟ ਸੀਗਾ ਜੀ, ਇੱਥੇ ਫਿਰ ਤੁਰਿਆ ਫਿਰਦਾ ਸੀਗਾ। ਇਹ ਅਜਿਹੀ ਤੁਸੀਂ ਤੁਹਾਨੂੰ ਆਇਆਂ ਨੂੰ ਅਜੇ ਬਹੁਤਾ ਚਿਰ ਨਹੀਂ ਹੋਇਆ, ਅਜਿਹੀਆਂ ਘਟਨਾਵਾਂ ਇੱਥੇ ਪਹਿਲਾਂ ਵੀ ਵਾਪਰਦੀਆਂ ਰਹੀਆਂ ਨੇ। ਮੈਂ ਜੀ ਸਾਡੇ ਲੋਕ ਖਾਸ ਜਿਹੜੇ ਏਰੀਏ 'ਚ ਰਹਿੰਦੇ ਸੀ ਪਹਿਲਾਂ, ਉਸ ਏਰੀਏ ਦੇ ਵਿੱਚ ਕਈ ਐਸੇ ਕੇਸਿਸ ਹੋਏ ਆ ਕਿ ਲੋਕ ਬਜ਼ੁਰਗ ਸੀਗੇ ਤੇ ਕੋਈ ਪੈਸੇ ਮੰਗਦੇ ਹੁੰਦੇ ਸੀ। ਆਪਾਂ ਪਹਿਲਾਂ ਕਾਲ ਲੈ ਜੀ ਬਿਲਕੁਲ ਕਾਲ ਲੈ ਲਈਏ। ਹੈਲੋ ਹੈਲੋ ਹੈਲੋ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ ਪ੍ਰੋਗਰਾਮ। ਸਰ ਕਿੱਥੋਂ ਬੋਲ ਰਹੇ ਹੋ? ਹਾਂਜੀ, ਤੁਹਾਡੇ ਗੁਆਂਢੀ ਤੋਂ ਬੋਲਦੇ ਆ। ਹਾਂਜੀ ਥੈਂਕ ਯੂ। ਤੁਹਾਡਾ ਵਿਸ਼ਾ ਕੱਲ ਦਾ ਵੀ ਮੈਂ ਸੁਣਿਆ ਤੇ ਅੱਜ ਦਾ ਵੀ ਤੁਸੀਂ ਉਹੀ ਵਿਸ਼ਾ ਲੈ ਕੇ ਬੈਠੇ ਆ ਤੇ ਆ ਜਿਹੜਾ ਤੁਸੀਂ ਅੱਜ ਨਵੀਂ ਗੱਲ ਦੱਸੀ ਬਜ਼ੁਰਗ ਦੀ, ਇਹ ਕੋਈ ਨਵਾਂ ਕੰਮ ਨਹੀਂ ਆਇਆ। ਇੱਕ ਜਦ ਗਵਰਨਮੈਂਟ ਪੈਸੇ ਦਿੰਦੀ, ਗਵਰਨਮੈਂਟ ਪੈਨਸ਼ਨ ਦਿੰਦੀ ਹੈਗੀ ਆ ਤੇ ਉਹ ਕਿਉਂ ਮੰਨ ਕੇ ਇਹੋ ਜਿਹਾ ਕੰਮ ਕਰਦੇ ਆ? ਸਾਡੀ ਮੰਨ ਕੇ ਕਮਿਊਨਿਟੀ ਨੂੰ ਮਿਲਦਾ ਉਹ ਕਰਨ ਲੱਗੇ। ਮਤਲਬ ਕਿ ਜਿਹੜੇ ਬਜ਼ੁਰਗ ਦੀ ਤੁਸੀਂ ਗੱਲ ਕੀਤੀ ਬਵੇੜ ਹਸਪੀਟਲ ਦੇ ਸਾਹਮਣੇ, ਇਹ ਪਹਿਲਾਂ ਮਤਲਬ ਕਿ ਗੋ ਰੋਡ ਤੇ ਹੁੰਦਾ ਸੀਗਾ ਜੀ ਜੀ, ਗੋ ਰੋਡ ਸਬਜ਼ੀ ਮੰਡੀ ਪਲਾਜੇ ਦੇ ਵਿੱਚ ਖੜਾ ਹੁੰਦਾ ਸੀ। ਉੱਥੇ ਵੀ ਮੰਨ ਕੇ ਹਰੇਕ ਜਿਹੜਾ ਜਾਂਦਾ ਸੀ ਸੌਦਾ ਲੈਣ ਤੇ ਪੈਸੇ ਮੰਗਦਾ ਹੈ ਤੇ ਲੋਕਾਂ ਨੇ ਦੇਣੇ ਬੰਦ ਕਰਤੇ, ਉਹਨੇ ਜਗ੍ਹਾ ਬਦਲ ਲਈ ਤੇ ਉਹ ਰਹਿੰਦਾ ਹਮੇਸ਼ਾ ਡਰੈਂਕ ਆ। ਜੀ ਬਿਲਕੁਲ ਜੀ। ਜਿਹੜਾ ਤੁਸੀਂ ਹਾਂਜੀ, ਮੈਂ ਹੋਰ ਇੱਕ ਦੋ ਚੀਜ਼ਾਂ ਨੂੰ ਫੋਲੋ ਕਰਨਾ ਚਾਹੁੰਦਾ। ਤੁਸੀਂ ਮਤਲਬ ਇਹ ਗੱਲਬਾਤ ਕਰਦੇ ਆ ਆਪਣੇ ਬਜ਼ੁਰਗਾਂ ਦੀ ਆ ਨਾ, ਦੂਸਰੇ ਮੁੱਦਾ ਬਣ ਬੱਚਿਆਂ ਦੇ ਨਾਲ ਨਹੀਂ ਬਾਗਦੀ ਜਾਂ ਜੇ ਹੋਗਾ। ਦੇਖੋ ਨਾਤੀ ਜੀ, ਸਮੇਂ ਦੇ ਹਿਸਾਬ ਨਾਲ ਹਰ ਇੱਕ ਬੰਦੇ ਨੂੰ ਬਦਲਣਾ ਪੈਂਦਾ। ਸਹੀ ਗੱਲ ਹੈ ਜੀ। ਹੁਣ ਆਪਾਂ ਮੰਨ ਕੇ ਕਹੀਏ ਬੱਚੇ ਸਾਡੇ ਨਾਲ ਚੱਲਣ, ਪਰ ਸਾਡੀਆਂ ਆਦਤਾਂ ਹੋਰ ਸੀਗੀਆਂ ਸਿਆਣੇ ਮਤਲਬ ਕਿ ਸਿਆਣਾਪਨ ਪੁਰਾਣਾ ਸਮੇਂ ਦੀਆਂ। ਅੱਜ ਕੱਲ੍ਹ ਦੇ ਬੱਚੇ ਜੰਮੇ ਪਏ ਆ, ਉਹਨਾਂ ਦੀ ਨਵੀਂ ਸੋਚਣੀ ਹੈ। ਉਹਨਾਂ ਨੇ ਮਤਲਬ ਸਾਡੇ ਨਾਲ ਸਾਨੂੰ ਉਹਨਾਂ ਨਾਲ ਲੜਨਾ ਪੈਣਾ, ਸਾਨੂੰ ਸਟੈਪ ਡਾਊਨ ਉਹਨਾਂ ਦੇ ਨਾਲ ਕਰਨਾ ਪੈਣਾ, ਤਾਂ ਗੱਡੀ ਚੱਲਣੀ ਹੈ। ਨਹੀਂ ਤਾਂ ਮਤਲਬ ਜੇ ਆਪਾਂ ਮੰਨ ਕੇ ਕਹੀਏ ਅਸੀਂ ਆਪਣੀਆਂ ਮਰਜ਼ੀਆਂ ਕਰੀ ਜਾਈਏ, ਬੱਚਿਆਂ ਦੀ ਨਾ ਸੁਣੀਏ, ਇਹ ਮਤਲਬ ਕਿ ਟੋਟਲੀ ਗਲਤ ਹੈ। ਬਹੁਤ ਬਹੁਤ ਸ਼ੁਕਰੀਆ ਜੀ ਗੱਲ ਕਰਨ ਲਈ। ਤਰਨ, ਜਿਹੜੀ ਇਹਨਾਂ ਨੇ ਗੱਲ ਕੀਤੀ ਹੈ ਨਾ, ਆਪਾਂ ਕੱਲ ਥੋੜੀ ਜਿਹੀ ਗੱਲ ਕੀਤੀ ਸੀ ਕਿ ਆਪਾਂ ਇੱਕ ਪੱਖ ਦੀ ਵੀ ਗੱਲ ਕਰਦੇ ਹਾਂ, ਸਾਨੂੰ ਦੂਜੇ ਪੱਖ ਬਾਰੇ ਵੀ ਕੁਝ ਪਤਾ ਹੋਣਾ ਚਾਹੀਦਾ। ਕਿ ਜਿਵੇਂ ਹੁਣ ਇਹਨਾਂ ਨੇ ਗੱਲ ਕੀਤੀ ਹੈ ਕਿ ਸਾਨੂੰ ਬੱਚਿਆਂ ਦੇ ਨਾਲ ਇਹ ਨੈਚੁਰਲੀ ਆ। ਕੱਲ ਮੈਂ ਥੋੜੀ ਜਿਹੀ ਗੱਲ ਕੀਤੀ ਸੀ, ਅਸੀਂ ਆਪਦੀ ਪਾਰੀ ਖੇਡ ਲਈ ਹੈ, ਅਸੀਂ ਆਪਦੀ ਇਨਿੰਗਸ ਖੇਡ ਲਈ ਹੈ ਤੇ ਹੁਣ ਉਹਨਾਂ ਦੀ ਵਾਰੀ ਹੈ ਇਨਿੰਗ ਖੇਡਣ ਦੀ ਤੇ ਵੀ ਸ਼ੁੱਡ ਬੀ ਫੋਲੋਇੰਗ ਦੈਮ ਐਕਚੁਅਲੀ। ਔਰ ਜਿਵੇਂ ਸਾਡੀ ਉਮਰ ਵੱਧਦੀ ਹੈ, ਕਿਸੇ ਦੀ ਵੀ ਉਹਦੀ ਫੈਸਲਾ ਲੈਣ ਦੀ ਉਨੀ ਤਾਕਤ ਨਹੀਂ ਰਹਿੰਦੀ, ਤਾਂ ਇਹ ਮੰਨ ਲੈਣਾ ਚਾਹੀਦਾ ਕਿ ਮੈਂ ਜਿਹੜਾ ਕੁਝ ਕਰਨਾ ਸੀ ਕਰ ਲਿਆ, ਹੁਣ ਵਾਈ ਨਾਟ ਗੋ ਵਿਦ ਦ ਕਿਡਸ। ਜਿਵੇਂ ਬੱਚੇ ਕਹਿੰਦੇ ਆ ਉਸ ਮੁਤਾਬਕ ਆਪਦੇ ਆਪ ਨੂੰ ਢਾਲਣਾ ਚਾਹੀਦਾ। ਔਰ ਬਹੁਤੇ ਪਰਿਵਾਰਾਂ ਦੇ ਵਿੱਚ ਤਰਨ ਮੈਂ ਇੱਥੇ ਐਸੇ ਪਰਿਵਾਰ ਦੇਖੇ ਨੇ ਪੇਰੈਂਟ ਦੀ ਪੂਰੇ ਖਿਆਲ ਰੱਖਦੇ ਨੇ ਜੀ, ਔਰ ਉਹਨਾਂ 'ਚ ਇਹ ਗੱਲ ਵੀ ਹੈ ਨਹੀਂ ਕਿ ਮੇਰਾ ਬਹੁਤ ਨੇੜੇ ਦਾ ਪਰਿਵਾਰ ਹੈ ਜੀ। ਉਹਨਾਂ ਨੇ ਭਰਾਵਾਂ ਨੇ ਕਦੇ ਸੋਚਿਆ ਨਹੀਂ ਹੈ ਵੀ ਕਿਹਦੇ ਕੋਲੇ ਪੇਰੈਂਟ ਨੇ ਰਹਿਣਾ, ਇੱਕ ਕੋਲੇ ਰਹਿ ਰਹੇ ਜੀ, ਉੱਥੇ ਉਹਨਾਂ ਦੀ ਸੇਵਾ ਹੋ ਰਹੀ ਹੈ। ਪਿੱਛੇ ਜੇ ਬਜ਼ੁਰਗ ਚੜ੍ਹਾਈ ਕਰ ਗਏ ਸਨ, ਹੁਣ ਮਦਰ ਹੈ ਜੀ, ਔਰ ਉਹਨਾਂ ਦੀ ਕਿਸੇ ਮੈਂ ਕਈ ਭਰਾ ਨੇ ਉਹਨਾਂ 'ਚ ਕਦੇ ਵੀ ਦੇਖਿਆ ਗਲਾ ਸ਼ਿਕਵਾ ਨਹੀਂ ਦੇਖਿਆ ਵੀ ਇੱਕ ਹੀ ਕਿਉਂ ਟੇਕ ਕਰ ਰਿਹਾ। ਔਰ ਜਦੋਂ ਅਸੀਂ ਇਹ ਸੋਚਣੀ ਤੇ ਆ ਜਾਂਦੇ ਹਾਂ, ਜੇ ਮੈਂ ਇਹ ਸੋਚਦਾ ਕਿ ਪੇਰੈਂਟ ਮੇਰਾ, ਜੇ ਮੈਂ ਇਹ ਸੋਚਣਾ ਛੱਡ ਦਿਆਂ ਕਿ ਹੋਰਾਂ ਦਾ ਪੇਰੈਂਟ ਵੀ ਹੈ,
ਤਾਂ ਛੇਤੀ ਪ੍ਰੋਬਲਮ ਸੋਲਵ ਹੋ ਸਕਦੀ ਹੈ। ਇਹ ਮੇਰਾ ਫਰਜ਼ ਬਣਦਾ ਜੋ ਕੁਝ ਕਰਨਾ ਮੈਂ ਕਰ ਰਿਹਾ। ਮੈਂ ਇਹ ਨਾ ਆਸ ਰੱਖਾਂ ਕਿ ਮੇਰੇ ਸਿਬਲਿੰਗਸ ਇਸ ਦੇ ਵਿੱਚ ਕੋਈ ਮੇਰੀ ਮਦਦ ਕਰਦੇ ਆ ਜਾਂ ਨਹੀਂ ਕਰਦੇ। ਲੈਟਸ ਥਿੰਕ ਦੱਸੋ ਜੇ ਨਾ ਹੁੰਦੇ ਫਿਰ ਕੀ ਕਰਦੇ। ਬਿਲਕੁਲ ਸਰ, ਇੱਕ ਇਹ ਵੀ ਹੈ ਕਿ ਜਿਵੇਂ ਕੌਨਫਲਿਕਟਸ ਹੋਣ ਦੀ ਜਿਹੜਾ ਮੇਨ ਰੀਜ਼ਨ ਕੀ ਹੁੰਦਾ, ਆਪਣੇ ਟਾਈਮ ਦੇ ਵਿੱਚ ਆਪਣੇ ਘਰਾਂ ਵਿੱਚ ਸਭ ਨੇ ਸਰਦਾਰੀਆਂ ਕੀਤੀਆਂ ਹੁੰਦੀਆਂ ਨੇ ਕਿ ਜੋ ਉਹ ਕਹਿੰਦੇ ਨੇ ਉਹੀ ਚੀਜ਼ ਹੁੰਦੀ ਹੈ। ਪੇਰੈਂਟਸ ਦੀ ਗੱਲ ਕਰੀਏ ਜਾਂ ਇਨ-ਲॉज ਦੀ ਗੱਲ ਕਰੀਏ, ਜਦੋਂ ਇੱਥੇ ਆ ਜਾਂਦੇ ਨੇ ਸਭ ਨੂੰ ਇਹੀ ਹੁੰਦਾ ਕਿ ਜਿਵੇਂ ਅਸੀਂ ਆਪਣੇ ਟਾਈਮ ਦੇ ਵਿੱਚ ਆਪਣੇ ਪੇਰੈਂਟਸ ਦੀ ਪਰਮਿਸ਼ਨ ਲੈ ਕੇ, ਉਹਨਾਂ ਤੋਂ ਇਜਾਜ਼ਤ ਲੈ ਕੇ ਫਿਰ ਕਿਤੇ ਬਾਹਰ ਜਾਣਾ ਹੁੰਦਾ ਜਾਂ ਕੋਈ ਚੀਜ਼ ਕਰਨੀ ਹੁੰਦੀ ਤਾਂ ਇੱਥੇ ਵੀ ਸਾਡਾ ਉਸੇ ਤਰੀਕੇ ਨਾਲ ਹੋਵੇ। ਸੋ ਇੱਥੇ ਥੋੜਾ ਜਿਹਾ ਮਾਹੌਲ ਡਿਫਰੈਂਟ ਹੈ। ਹਸਬੈਂਡ ਵਾਈਫ ਵੀ ਸਮਟਾਈਮਸ ਇੱਕ ਦੂਜੇ ਨੂੰ ਹਫਤੇ ਬਾਅਦ ਮਿਲਦੇ ਨੇ, ਦੋਵੇਂ ਜੌਬਸ ਤੇ ਜਾਂਦੇ ਨੇ, ਸ਼ਿਫਟ ਕਈ ਵਾਰੀ ਸੇਮ ਨਹੀਂ ਹੁੰਦੀ। ਸੋ ਇੱਕ ਐਗਜ਼ਾਮਪਲ ਲੈ ਕੇ ਚੱਲੀਏ, ਜਿਵੇਂ ਕਿ ਕਿਤੇ ਉਹਨਾਂ ਨੇ ਬਾਹਰ ਜਾਣਾ, ਥੋੜਾ ਜਿਹਾ ਕੋਈ ਪ੍ਰੋਗਰਾਮ ਬਣਾਇਆ, ਸਮਟਾਈਮਸ ਏਦਾਂ ਹੁੰਦਾ ਕਿ ਉਹ ਸਿਰਫ ਜਾਣ ਲੱਗੇ ਦੱਸਦੇ ਕਿ ਅਸੀਂ ਅੱਜ ਬਾਹਰ ਚੱਲੇ ਹਾਂ, ਅਸੀਂ ਡਿਨਰ ਦਾ ਪ੍ਰੋਗਰਾਮ ਬਣਾਇਆ ਸੀ, ਸੋ ਦੈਟ ਕਿ ਟਾਈਮ ਸਪੈਂਡ ਕੀਤਾ ਜਾਵੇ। ਇਹ ਗੱਲ ਨੂੰ ਲੈ ਕੇ ਵੀ ਕਈ ਵਾਰੀ ਪੇਰੈਂਟਸ ਜਾਂ ਫਿਰ ਇਨ-ਲॉज ਦੇ ਵਿੱਚ ਕਨਫਲਿਕਟ ਹੋਣਾ ਸ਼ੁਰੂ ਹੋ ਜਾਂਦਾ ਹੈ ਕਿ ਹੁਣ ਦੱਸਣ ਦਾ ਕੀ ਫਾਇਦਾ ਸੀ, ਸਾਨੂੰ ਕਿਹੜਾ ਪੁੱਛ ਕੇ ਗਏ ਹੋ। ਸੋ ਇਹ ਚੀਜ਼ਾਂ ਹੌਲੀ ਘਰ ਦੇ ਵਿੱਚ ਜਿਹੜਾ ਆ ਕਲੇਸ਼ ਨੂੰ ਥੋੜਾ ਜਿਹਾ ਵਧਾਵਾ ਦਿੰਦੀਆਂ ਨੇ। ਸੋ ਇਹੀ ਆ ਕਿ ਆਪਣਾ ਮਾਈਂਡ ਥੋੜਾ ਜਿਹਾ ਚੇਂਜ ਕਰਨ ਦੀ ਜ਼ਰੂਰਤ ਆ। ਜਿਵੇਂ ਕਹਿੰਦੇ ਨਹੀਂ ਹੁੰਦੇ, ਪਾਣੀ ਵਗਦਾ ਹੋਵੇ ਤਾਂ ਚੰਗਾ ਲੱਗਦਾ, ਖੜਾ ਪਾਣੀ ਵੀ ਬਦਬੂ ਮਾਰਨ ਲੱਗ ਜਾਂਦਾ। ਸੋ ਸੋਚ ਵੀ ਜਿਹੜੀ ਆ ਉਹ ਸਮੇਂ ਅਨੁਸਾਰ ਥੋੜੀ ਚੇਂਜ ਹੁੰਦੀ ਰਵੇ, ਉਹ ਵੀ ਚੰਗੀ ਹੈ। ਚਲ ਮੈਂ ਨਾ ਮੁੰਬਈ ਗਿਆ ਕੁਝ ਸਾਲ ਪਹਿਲਾਂ, ਉੱਥੇ ਚੌਪਾਟੀ ਦੇ ਏਰੀਏ 'ਚ ਬਹੁਤ ਰਸ਼ ਹੁੰਦਾ, ਬੜੇ ਲੋਕ ਬੈਠੇ ਉੱਥੇ, ਔਰ ਜਿਹਦੇ ਨਾਲ ਮੈਂ ਗਿਆ ਸੀਗਾ ਉਹ ਮੈਨੂੰ ਦਿਖਾ ਰਹੇ ਸੀ, ਉਹਨਾਂ ਨੇ ਮੈਨੂੰ ਸਵਾਲ ਕੀਤਾ ਵੀ ਤੁਸੀਂ ਦੇਖੋ ਕਿੰਨੇ ਬੰਦੇ ਬੈਠੇ ਆ, ਹਸਬੈਂਡ ਵਾਈਫ ਬੈਠੇ ਸੀਗੇ, ਬੱਚੇ ਬੈਠੇ ਸੀਗੇ ਸਾਰੇ। ਮੈਂ ਕਿਹਾ ਹਾਂ ਵੀ ਠੀਕ, ਮੈਂ ਤਾਂ ਸਰਸਰੀ ਕਿਹਾ ਠੀਕ ਆ ਸਾਰੇ ਬੈਠੇ। ਕਹਿੰਦਾ ਨੋ ਦੇਅਰਸ ਅ ਰੀਜ਼ਨ ਫॉर दैट, ਕਿਉਂਕਿ ਉਹ ਸ਼ਹਿਰ ਹੈ, ਅਸੀਂ ਹੁਣ ਸ਼ਹਿਰ 'ਚ ਆ ਗਏ, ਇੱਥੇ ਪਿੰਡਾਂ 'ਚ ਆਏ ਹਾਂ, ਖੁੱਲੇ ਮਾਹੌਲ 'ਚ ਆਏ ਹਾਂ। ਮੁੰਬਈ ਦੇ ਵਿੱਚ ਤਰਨ ਜਿਹੜੇ ਅਪਾਰਟਮੈਂਟਸ ਹੈਗੇ ਨੇ, ਉਹਨਾਂ ਤੇ ਉੱਥੇ ਕੁਝ ਹੋਰ ਕਹਿੰਦੇ ਹਨ, ਉਹਦੇ 'ਚ ਇੰਨੀ ਜਗ੍ਹਾ ਨਹੀਂ ਆ ਕਿ ਇੱਕ ਪਰਿਵਾਰ ਪੂਰਾ ਰਹਿ ਸਕੇ, ਪਰ ਉਹ 'ਚ ਪਰਿਵਾਰ ਰਹਿ ਰਿਹਾ, ਫਾਦਰ ਰਹਿ ਰਿਹਾ, ਮਦਰ ਰਹਿ ਰਹੀ ਹੈ, ਬੱਚੇ ਰਹਿ ਰਹੇ ਨੇ, ਅੱਗੇ ਉਹਨਾਂ ਦੇ ਬੱਚੇ ਰਹਿ ਰਹੇ ਨੇ। ਐਸੀ ਫਿਰ ਕਿਸੇ ਨੂੰ ਕਿਸੇ ਨਾਲ ਗੱਲ ਕਰਨ ਦਾ ਇੱਕ ਕਲੱਬ ਵਿੱਚ ਸਮਾਂ ਨਹੀਂ ਮਿਲਦਾ, ਉਹ ਫਿਰ ਉੱਥੇ ਜਾਂਦੇ ਆ, ਆਪਦੀਆਂ ਜਿਹੜੀਆਂ ਗੱਲਾਂ ਕਰਨੀਆਂ ਨੇ ਉਹ ਆਪਦੀਆਂ ਗੱਲਾਂ ਕਰਕੇ ਫਿਰ ਵਾਪਸ ਆਉਂਦੇ ਆ। ਇਵੇਂ ਹੀ ਇੱਥੇ ਜਿਹੜੇ ਬੱਚੇ ਹੈਗੇ ਨੇ, ਇਹ ਜ਼ਰੂਰੀ ਨਹੀਂ ਹੈ ਕਿ ਉਹ ਹਮੇਸ਼ਾ ਆਪਦੀ ਗੱਲਬਾਤ ਕਰ ਸਕਣ। ਪੇਰੈਂਟਸ ਨੂੰ ਵੀ ਐਵੇਂ ਆ, ਹੁਣ ਬਾਹਰ ਘੁੰਮਣ ਫਿਰਨ ਜਾਂਦੇ ਹੋ ਤੁਸੀਂ, ਸੈਰ ਕਰਨ ਜਾਂਦੇ ਹੋ, ਉਦੋਂ ਸਮਾਂ ਇਹ ਵੀ ਜ਼ਰੂਰ ਚਾਹੀਦਾ ਤਰਨ ਕਿ ਘਰ ਦੇ ਵਿੱਚੋਂ ਨਿਕਲਣਾ ਚਾਹੀਦਾ, ਸਭ ਨੂੰ ਨਿਕਲਣਾ ਚਾਹੀਦਾ। ਤੁਸੀਂ, ਤੁਹਾਡਾ ਮਾਹੌਲ ਬਦਲਦਾ ਹੈ, ਤੁਹਾਡੀ ਸੋਚ ਬਦਲਦੀ ਹੈ। ਵੈਸੇ ਵੀ ਤਰਨ ਤੁਸੀਂ ਖਾਸ ਕਰਕੇ ਜੇ ਸਵੇਰੇ ਸੈਰ ਕਰਨ ਜਾਂਦੇ ਹੋ ਨਾ, ਤੁਹਾਨੂੰ ਉਹੀ ਲੋਕ ਮਿਲਣਗੇ, ਔਰ ਉਸ ਵੇਲੇ ਦਾ ਮਾਹੌਲ ਐਸਾ ਕਿ ਹਰ ਕੋਈ ਤੁਹਾਨੂੰ ਗੁੱਡ ਮਾਰਨਿੰਗ ਕਹੇਗਾ, ਤੁਹਾਨੂੰ ਹੱਸ ਕੇ ਬੁਲਾਏਗਾ, ਜੇ ਨਹੀਂ ਕਹਿੰਦਾ ਸਮਾਈਲ ਦੇਵੇਗਾ। ਜਿਹੜਾ ਭੱਜਿਆ ਹਫਿਆ ਹੋਇਆ ਭੱਜਿਆ ਜਾ ਰਿਹਾ, ਉਹ ਵੀ ਕੁਛ ਨਾ ਕੁਛ ਨੋਡ ਕਰੇਗਾ ਤੁਹਾਨੂੰ। ਤੁਹਾਡਾ ਮਾਹੌਲ ਬਦਲਦਾ, ਤੁਹਾਨੂੰ ਲੱਗਦਾ ਵੀ ਚੰਗਾ ਮਾਹੌਲ ਹੈ, ਹਰ ਕੋਈ ਖੁਸ਼ ਹੋ ਕੇ ਮਿਲ ਰਿਹਾ। ਇਹ ਮਾਹੌਲ 'ਚ ਨਿਕਲਣਾ ਚਾਹੀਦਾ। ਜਿਹੜੀ ਘਰ ਦੀ ਟੈਨਸ਼ਨ ਹੈਗੀ ਇੰਨੀ ਜ਼ਿਆਦਾ, ਉਹ ਕੈਂਸ ਜਿਹੜੀ ਹੋਈ ਜਾਂਦੀ ਹੈ, ਉਹਦੇ ਵਿੱਚੋਂ ਜੇ ਨਿਕਲੋਗੇ ਤਾਂ ਇੱਕ ਨਵਾਂ ਰਿਫਰੈਸ਼ ਹੁੰਦੇ ਹੋ, ਬ੍ਰੇਕ ਮਿਲਦੀ ਹੈ। ਪੇਰੈਂਟਸ ਵਾਸਤੇ ਵੀ ਚੰਗਾ, ਕਿਡਸ ਵਾਸਤੇ ਵੀ ਚੰਗਾ ਜੀ ਬਿਲਕੁਲ ਸਰ, ਤੁਸੀਂ ਜਿਵੇਂ ਗੱਲ ਕੀਤੀ ਹੈ ਨਵਾਂ ਮਾਹੌਲ ਮਿਲਦਾ। ਸਮਟਾਈਮਸ ਏਦਾਂ ਹੁੰਦਾ ਕਸੂਰ ਕਿਸੇ ਧਿਰ ਦਾ ਹੁੰਦਾ ਆ, ਕਈ ਵਾਰੀ ਕਿਤੇ ਬਾਹਰੋਂ ਬੰਦਾ ਖਪਿਆ ਹੋਇਆ ਹੁੰਦਾ, ਆ ਕੇ ਘਰ ਦੇ ਵਿੱਚ ਸਾਰਾ ਜਿਹੜਾ ਗੁੱਸਾ ਆ ਉਹ ਨਿਕਲ ਜਾਂਦਾ ਆ। ਵੈਸੇ ਵੀ ਅਸੀਂ ਦੇਖ ਰਹੇ ਹਾਂ ਕਿ ਉਰੇ ਬਿਜ਼ੀ ਇੰਨੀ ਜ਼ਿਆਦਾ ਲਾਈਫ ਹੈ, ਇੱਕ ਦੂਜੇ ਨੂੰ ਟਾਈਮ ਨਹੀਂ ਦੇ ਪਾਉਂਦੇ। ਪੇਰੈਂਟਸ ਵੀ ਇਸ ਗੱਲ ਨੂੰ ਲੈ ਕੇ ਹੁੰਦਾ ਆ, ਕਿਉਂਕਿ ਇਸ ਉਮਰ ਦੇ ਵਿੱਚ ਹੁੰਦਾ ਕਿ ਫੈਮਿਲੀ ਦੀ ਲੋੜ ਹੁੰਦੀ ਆ, ਆਪਣੇ ਬੱਚਿਆਂ ਨਾਲ ਬੈਠਣਾ ਚਾਹੁੰਦੇ ਆ, ਪੋਤੇ ਪੋਤੀਆਂ ਨਾਲ ਬੈਠਣਾ ਚਾਹੁੰਦੇ ਆ, ਬਟ ਸਮਾਂ ਏਦਾਂ ਹੈ ਇੱਥੇ, ਲਾਈਫ ਇੰਨੀ ਫਾਸਟ ਆ ਕਿ ਫੈਮਿਲੀ ਲਈ ਵੀ ਟਾਈਮ ਨਹੀਂ ਮਿਲਦਾ ਹੈਗਾ। ਤਰਨ ਅਸੀਂ ਖਾਸ ਕਰਕੇ ਜਿਹੜਾ ਜਿੱਥੇ ਮੈਟਰੋਪੋਲੀਟਨ ਸਿਟੀਜ਼ ਨੇ, ਮੈਂ ਜਿਵੇਂ ਮੁੰਬਈ ਦੀ ਗੱਲ ਕੀਤੀ ਸੀ, ਇੱਥੇ ਵੀ ਇਹੀ ਹਾਲ ਹੈ। ਜੇ ਤੁਹਾਨੂੰ ਦੋ ਇਨਕਮਸ ਚਾਹੀਦੀਆਂ ਨੇ ਘਰ ਨੂੰ ਕੈਰੀ ਕਰਨ ਵਾਸਤੇ, ਇੱਕ ਇਨਕਮ ਨਾਲ GTA ਵਗੈਰਾ ਵੱਡੇ ਮੈਟਰੋਪੋਲੀਟਨ ਦੇ ਵਿੱਚ ਨਹੀਂ ਸਰਦਾ, ਫਿਰ ਦੋਨੇ ਹਸਬੈਂਡ ਵਾਈਫ ਕੰਮ ਕਰਦੇ ਨੇ, ਔਰ ਕਈ ਵਾਰੀ ਸ਼ਿਫਟ ਵੱਖਰੀ ਹੈ, ਉਹਨਾਂ ਨੂੰ ਆਪਸ ਵਿੱਚ ਗੱਲ ਕਰਨ ਦਾ ਸਮਾਂ ਨਹੀਂ, ਫੋਨ ਤੇ ਗੱਲ ਹੋਣੀ ਜੇ ਹੋਣੀ ਆ। ਵੀਕਐਂਡ ਤੇ ਉਹਨਾਂ ਨੂੰ ਛੁੱਟੀ ਹੈ, ਉਦੋਂ ਸਮਾਂ ਉਹਨਾਂ ਨੇ ਉਦੋਂ ਗਰੋਸਰੀ ਵੀ ਕਰਕੇ ਆਉਣੀ ਆ, ਉਹਨਾਂ ਨੇ ਉਦੋਂ ਕਬੀਲਦਾਰੀ ਵੀ ਕਰਨੀ ਆ, ਜਿਹੜੇ ਕਿਸੇ ਦੇ ਪਾਠ ਭੋਗ ਤੇ ਜਾਣਾ, ਉਹ ਵੀ ਹੈਗਾ, ਵਿਆਹ ਸ਼ਾਦੀ ਤੇ ਵੀ ਜਾਣਾ। ਸੋ ਦੇਰ ਸੋ ਮੈਨੀ ਥਿੰਗਸ। ਪੇਰੈਂਟਸ ਚਾਹੁੰਦੇ ਕਿ ਸਾਡੇ ਨਾਲ ਬਹਿ ਕੇ ਗੱਲਬਾਤ ਕਰਨ, ਕਈ ਵਾਰੀ ਉਹਨਾਂ ਕੋਲੇ ਇੰਨਾ ਸਮਾਂ ਨਹੀਂ ਹੁੰਦਾ। ਕਸੂਰ ਜੇ ਸੋਚਿਆ ਜਾਵੇ ਸਾਰੀ ਸਿਚੁਏਸ਼ਨ ਦਾ ਕਿਸੇ ਦਾ ਵੀ ਨਹੀਂ ਹੈ, ਪਰ ਜਦੋਂ ਇੱਕ ਦੂਜੇ ਦੇ ਮਰਨ ਲੱਗ ਜਾਣੀ ਹੈ ਗੱਲ ਕਿ ਇਹ ਮੇਰੇ ਨਾਲ ਗੱਲ ਨਹੀਂ ਕਰਦਾ, ਜਾਂ ਪੇਰੈਂਟਸ ਨਹੀਂ ਕਰਦੇ, ਜਾਂ ਬੱਚੇ ਨਹੀਂ ਕਰਦੇ, ਤਾਂ ਉਦੋਂ ਫਿਰ ਟੈਨਸ਼ਨ ਵਧਣ ਲੱਗ ਜਾਂਦੀ ਹੈ। ਸਾਨੂੰ ਨਵੇਂ ਮਾਹੌਲ 'ਚ ਆਏ ਆ, ਨਵੇਂ ਮਾਹੌਲ ਦੇ ਮੁਤਾਬਕ ਐਡਜਸਟ ਹੋਣਾ ਪੈਂਦਾ ਹੈ, ਔਰ ਜੇ ਜਿੰਨੀ ਛੇਤੀ ਕੋਈ ਐਡਜਸਟ, ਲਾਈਫ ਇਜ਼ ਐਡਜਸਟਮੈਂਟ। ਮੈਂ ਕਹਿੰਦਾ ਲੋਕੀ ਕਹਿੰਦੇ ਸਟਰਗਲ ਹੈ, ਬਹੁਤ ਕੁਛ ਹੈ, ਪਰ ਮੈਂ ਕਹਿੰਦਾ ਲਾਈਫ ਇਜ਼ ਐਡਜਸਟਮੈਂਟ। ਜਿੰਨੀ ਛੇਤੀ ਕੋਈ ਐਡਜਸਟਮੈਂਟ ਕਰ ਲੈਂਦਾ ਉਨੀ ਸੌਖੀ ਨਿਕਲ ਜਾਂਦੀ ਹੈ। ਨਿਕਲਣੀ ਹੈਗੀ ਆ, ਇਹ ਜਿਹੜੀ ਤੁਹਾਡੀ ਉਮਰ ਹੈਗੀ ਆ ਉਹ ਕਰਨੀ ਭੁਗਤਣੀ ਹੈਗੀ ਆ। ਜੇ ਥੋੜਾ ਜਿਹਾ ਪੋਜ਼ਿਟਿਵਲੀ ਕਰ ਲਓਗੇ ਤਾਂ ਸੌਖੀ ਨਿਕਲ ਜਾਂਦੀ ਆ, ਨਹੀਂ ਨੈਗੇਟਿਵ ਦੇ ਵਿੱਚ ਜੇ ਰਹਿੰਦੇ ਹੋ ਸਾਰੇ ਮਾਹੌਲ
ਪਰਿਵਾਰ ਦਾ ਮਾਹੌਲ ਨੈਗੇਟਿਵ, ਉਹਦੇ ਚ ਕੋਈ ਟੈਨਸ਼ਨ ਜ਼ਿਆਦਾ ਰਹਿੰਦੀ ਆ, ਸਾਦਾ ਕੁਝ ਨਹੀਂ। ਬਿਲਕੁਲ ਸਰ, ਮਤਲਬ ਆਪਾਂ ਕੱਲ ਜਿਵੇਂ ਗੱਲ ਕੀਤੀ ਸੀ ਕੁੜੀਆਂ ਦੀ, ਧੀਆਂ ਦੀ ਜਾਂ ਨੂੰਹਾਂ ਦੀ ਗੱਲ ਕੀਤੀ ਸੀ ਕਿ ਕਨਫਲਿਕਟਸ ਹੋਣੇ ਸ਼ੁਰੂ ਹੋ ਜਾਂਦੇ ਆ ਸਮਟਾਈਮਸ। ਸਭ ਤੋਂ ਜ਼ਿਆਦਾ ਟਫ ਉਹਨਾਂ ਦੀ ਉਸ ਟਾਈਮ ਜੌਬ ਹੁੰਦੀ ਹੈ। ਅੱਜ ਜੇ ਮੁੰਡਿਆਂ ਦੀ ਗੱਲ ਕਰੀਏ ਤਾਂ ਕਿਹਾ ਜਾਂਦਾ ਕਿ ਸਾਰੀ ਜ਼ਿੰਮੇਵਾਰੀ ਮੁੰਡਿਆਂ ਦੀ ਹੁੰਦੀ ਹੈ। ਵਾਈਫ ਨੂੰ ਕਿਵੇਂ ਟੈਕਲ ਕਰਨਾ ਜਾਂ ਪੇਰੈਂਟਸ ਨੂੰ ਕਿਵੇਂ ਟੈਕਲ ਕਰਨਾ। ਬੀਇੰਗ ਅ ਮੇਲ ਤੁਸੀਂ ਕਿਵੇਂ ਕਹੋਗੇ ਕਿਹੜੀ ਸਿਚੁਏਸ਼ਨ 'ਚ ਫਸ ਜਾਂਦੇ? ਕਿਉਂਕਿ ਜੇ ਵਾਈਫ ਦੀ ਸਾਈਡ ਲੈਂਦੇ ਆ ਤਾਂ ਕਿਤੇ ਨਾ ਕਿਤੇ ਪੇਰੈਂਟਸ ਰੁੱਸਦੇ ਆ, ਜੇ ਪੇਰੈਂਟਸ ਦੀ ਸਾਈਡ ਲੈਂਦਾ ਤਾਂ ਕਿਤੇ ਨਾ ਕਿਤੇ ਵਾਈਫ ਰੁੱਸਦੀ ਆ। ਬੈਲੈਂਸ ਕਿਵੇਂ ਕੀਤਾ ਜਾਵੇ? ਬੜਾ ਤੁਸੀਂ ਵਧੀਆ ਕੁਐਸਚਨ ਕੀਤਾ ਜੀ। ਜਿਹੜਾ ਇਹ ਕੁਐਸਚਨ ਆ, ਇਹਦੇ ਕੋਲੇ ਇਸ ਚੀਜ਼ ਦਾ ਕੋਈ ਯੂਨੀਵਰਸਲ ਆਨਸਰ ਨਹੀਂ ਹੈ। ਹਰ ਪਰਿਵਾਰ ਦਾ ਮਾਹੌਲ ਵੱਖਰਾ। ਤੁਸੀਂ ਸਾਰੇ ਪਰਿਵਾਰ ਦੇ ਵਿੱਚ ਸਾਰੇ ਬੰਦੇ ਅੱਡ ਅੱਡ ਥਾਵਾਂ ਤੋਂ ਆਏ ਹੋਏ ਨੇ। ਫਾਦਰ ਦੇ ਨਾਲ ਮਦਰ ਵੱਖਰੇ ਘਰੋਂ ਆਏ ਸੀਗੇ, ਉਹ ਉੱਥੋਂ ਦਾ ਵੱਖਰਾ ਮਾਹੌਲ ਲੈ ਕੇ ਆਈ ਹੈ, ਔਰ ਉਹਨੂੰ ਕਈ ਸਾਲ ਹੋ ਗਏ ਦੋਨਾਂ ਨੂੰ ਇੱਕ ਮਾਹੌਲ ਦੇ ਵਿੱਚ ਹੁੰਦੇ ਰਹਿੰਦੇ ਹੋਏ, ਹਸਬੈਂਡ ਐਂਡ ਵਾਈਫ, ਜਿਹਨਾਂ ਦੀ ਕਿ ਮੁੜ ਕੇ ਸਾਰੀ ਉਮਰ ਤਕਰਾਰ ਹੁੰਦਾ ਰਹਿੰਦਾ ਹੈ। ਅੱਗੇ ਬੇਟੇ ਦਾ ਵਿਆਹ ਹੋਇਆ ਤਾਂ ਜਿਹੜੀ ਨੂੰਹ ਆਈ ਆ ਉਹ ਹੋਰ ਪਰਿਵਾਰ ਚੋਂ ਆਈ ਆ, ਉਹਦੀ ਸੋਚਣੀ ਹੋਰ ਆ। ਜਿਹੜੇ ਪੇਰੈਂਟਸ ਆਏ ਸੀਗੇ ਉਹ ਆਏ ਬੈਕ ਹੋਮ ਫਰਮ ਇੰਡੀਆ, ਉੱਥੋਂ ਦਾ ਮਾਹੌਲ ਹੋਰ ਸੀਗਾ। ਫਾਦਰ ਦੀ ਚੱਲਦੀ ਸੀ, ਜਿਹੜੀ ਗੱਲ ਕਹਿਤੀ 7 ਬਚਨ ਹੈ ਜੀ, ਕਿਸੇ ਨੇ ਕੁਐਸਚਨ ਨਹੀਂ ਸੀ ਕਰਨਾ ਹੁੰਦਾ। ਪਰ ਇੱਥੇ ਮਾਹੌਲ ਵੱਖਰਾ ਹੋਣ ਕਰਕੇ ਜਿਹੜੀ ਨੂੰਹ ਰਾਣੀ ਵੀ ਆਈ ਹੈ ਉਹ ਆਪਦੇ ਘਰੋਂ ਵੀ ਆਜ਼ਾਦ ਆਈ ਹੈ, ਉਹਦੇ ਪੇਰੈਂਟਸ ਨੇ ਉਹਨੂੰ ਆਜ਼ਾਦੀ ਦਿੱਤੀ। ਇਸ ਗੱਲ ਦੀ ਆਪਦੀ ਸੋਚ ਹੈ, ਪੜ੍ਹੀ ਹੋਈ ਹੈ, ਜੌਬ ਕਰਦੀ ਹੈ। ਜਦੋਂ ਜੌਬ ਕਰਦੇ ਹੋ ਤੁਸੀਂ ਬਹੁਤੇ ਆਜ਼ਾਦ ਹੋ ਜਾਂਦੇ ਹੋ, ਤੁਸੀਂ ਕਿਸੇ ਡਿਪੈਂਡੈਂਟ ਨਹੀਂ ਰਹਿ ਜਾਂਦੇ। ਪਹਿਲਾਂ ਪਿੱਛੇ ਡਿਪੈਂਡੈਂਸੀ ਇੱਕ ਦੀ ਹੁੰਦੀ ਸੀਗੀ, ਉਹਦੇ ਨਾਲ ਤੁਹਾਨੂੰ ਫਿਰ ਇਟਸ ਅ ਵੈਰੀ ਫਾਈਨ ਲਾਈਨ ਕਿ ਤੁਸੀਂ ਦੋਨਾਂ ਨੂੰ ਕਿਵੇਂ ਚੱਲਣਾ। ਜੇ ਮਾਂ ਨੂੰ ਇਹ ਸਿਆਣਪ ਹੈਗੀ ਹੈ ਤਾਂ ਉਹ ਨੂੰਹਾਂ ਨੂੰ ਨਾਲ ਲਾ ਕੇ ਚਲਾ ਲੈਂਦੀਆਂ ਨੇ। ਐਸੀ ਗੱਲ ਨਹੀਂ ਹੈ। ਨੂੰਹ ਨੇ ਆ ਕੇ ਨਵੇਂ ਭਾਂਡੇ ਦੇ ਵਿੱਚ ਚੀਜ਼ ਬਣਨੀ ਹੈ ਜੀ, ਨਵੇਂ ਮਾਹੌਲ 'ਚ ਆਉਣਾ ਹੈ, ਉਹਨੂੰ ਨਵਾਂ ਮਾਹੌਲ ਦੇਣਾ। ਤੇ ਜੇ ਅਸੀਂ ਉਹਨੂੰ ਆਪਣੀ ਧੀ ਬਣਾ ਕੇ ਰੱਖਦੇ ਹਾਂ ਤਾਂ ਛੇਤੀ ਕਿਤੇ ਅਜਿਹੀਆਂ ਗੱਲਾਂ ਨਹੀਂ ਹੁੰਦੀਆਂ। ਬਾਕੀ ਭਾਂਡਾ ਖੜਕਦੇ ਆ, ਮਾਂ ਪੁੱਤ ਦੀ ਲੜਾਈ ਕਿਹੜਾ ਨਹੀਂ ਹੁੰਦੀ, ਪਿਓ ਪੁੱਤ ਦੀ ਲੜਾਈ ਕਿਹੜਾ ਨਹੀਂ ਹੁੰਦੀ। ਉਦੋਂ ਅਸੀਂ ਸਮਝਦੇ ਸਾਡਾ, ਅਸੀਂ ਨੂੰਹ ਨੂੰ ਕਿਉਂ ਨਹੀਂ ਸਮਝਦੇ? ਜੇ ਉਹਦੇ ਨਾਲ ਸਾਡਾ ਤਕਰਾਰ ਹੁੰਦਾ ਵੀ ਧੀ ਨਾਲ ਤਕਰਾਰ ਕਿਉਂ ਨਹੀਂ ਮੰਨਿਆ ਜਾਂਦਾ? ਸਾਡੀਆਂ ਕਈ ਘਰਾਂ ਦੇ ਵਿੱਚ ਧੀਆਂ ਆ ਕੇ ਮਾਵਾਂ ਨੂੰ ਬਹੁਤ ਕੁਛ ਸੁਣਾ ਜਾਂਦੀਆਂ ਨੇ, ਜਦੋਂ ਵਿਆਹੀਆਂ ਹੁੰਦੀਆਂ ਨੇ ਆ ਕੇ ਕਈ ਕੁਛ ਕਹਿ ਜਾਂਦੀਆਂ ਨੇ, ਦੇਣ ਲੈਣ ਦੇ ਪਿੱਛੇ ਕੁਛ ਹੋ ਜਾਂਦਾ ਵੀ ਮੈਂ ਆਈ ਸੀ ਤੇ ਮੈਨੂੰ ਆਹ ਕੁਛ ਨਹੀਂ ਤਾਂ। ਆਮ ਇਹ ਗੱਲਾਂ ਸੁਣੀਆਂ ਨੇ, ਹੁੰਦੀਆਂ, ਮੈਂ ਖੁਦ ਦੇਖੀਆਂ ਨੇ। ਇਹ ਮਾਹੌਲ ਕ੍ਰੀਏਟ ਕਰਨ ਤੇ ਗੱਲ ਹੈ। ਮਰਦ ਦੇ ਉੱਤੇ ਬਹੁਤ ਵੱਡਾ ਕੰਮ ਹੈ ਜੀ। ਜੇ ਉਹ ਮਾਂ ਤੇ ਆਪਣੀ ਵਾਈਫ ਦੀ ਬਣਾ ਕੇ ਚੱਲੇ ਤਾਂ ਘਰ ਸੁਰਗ ਬਣ ਜਾਂਦਾ ਜੀ, ਨਹੀਂ ਤਾਂ ਨਰਕ ਹੈ ਜੀ। ਬਿਲਕੁਲ ਸਰ, ਇੱਕ ਏਦਾਂ ਹੀ ਆਪਾਂ ਇੱਕ ਵਾਰੀ ਸ਼ੂਟ ਤੇ ਗਏ ਸੀ ਤੇ ਸਾਨੂੰ ਕਿਸੇ ਨੇ ਆਖਿਆ ਕਿ ਜਦੋਂ 올ਡ ਏਜ ਹੋਮ ਵੀ ਇੱਥੇ ਕੈਨੇਡਾ ਵਿੱਚ ਵੀ ਖਾਸ ਤੌਰ ਤੇ ਆਪਣੀ ਏਸ਼ੀਅਨ ਕਮਿਊਨਿਟੀ ਲਈ ਇੱਕ 올ਡ ਏਜ ਹੋਮ ਵੱਖਰਾ ਚਾਹੀਦਾ ਹੈ, ਜਿਹਦੇ ਵਿੱਚ ਕਿਉਂਕਿ ਹਰ ਕਿਸੇ ਨੂੰ ਇੰਗਲਿਸ਼ ਨਹੀਂ ਆਉਂਦੀ ਹੈਗੀ, ਇੱਥੋਂ ਦੇ ਹੋਮਸ ਦੇ ਅਕੋਰਡਿੰਗ ਨਹੀਂ ਆਪਣੇ ਆਪ ਨੂੰ ਢਾਲ ਪਾਉਂਦੇ, ਉਹਨਾਂ ਨੂੰ ਵੱਖਰਾ ਲੱਗਦਾ ਹੈ ਉਰੇ ਰਹਿਣਾ। ਸੋ ਇੱਕ ਏਸ਼ੀਅਨ ਕਮਿਊਨਿਟੀ ਲਈ ਵੀ ਐਵੇਂ ਦੇ 올ਡ ਏਜ ਹੋਮਸ ਹੋਣੇ ਚਾਹੀਦੇ, ਜਿਹਦੇ ਵਿੱਚ ਤੁਸੀਂ ਆਪਣੇ ਭਾਈਚਾਰੇ ਵਿੱਚ ਰਹਿ ਸਕੋ। ਸੋ ਮੇਰੇ ਜ਼ਿਹਨ ਦੇ ਵਿੱਚ ਇਹੀ ਚੀਜ਼ ਖੜ ਗਈ ਕਿ ਇੱਥੇ ਆ ਕੇ ਅਸੀਂ ਹਮੇਸ਼ਾ ਇਹ ਕੋਸ਼ਿਸ਼ ਕਰਦੇ ਹਾਂ ਕਿ ਆਪਣੇ ਕਲਚਰ ਨੂੰ ਸਾਂਭ ਕੇ ਰੱਖੀਏ, ਦੁਹਾਈਆਂ ਦਿੰਦੇ ਹਾਂ। ਪੇਰੈਂਟਸ ਨੂੰ ਸਾਂਭਣਾ ਵੀ ਸਾਡਾ ਕਲਚਰ ਹੈ। ਸੋ ਜੇ ਅਸੀਂ ਇਹ ਕਲਚਰ ਇੱਥੇ ਜ਼ਿੰਦਾ ਨਹੀਂ ਰੱਖ ਸਕਦੇ ਫਿਰ 올ਡ ਏਜ ਹੋਮਸ ਬਣਾਉਣ ਦੀ ਕੀ ਜ਼ਰੂਰਤ ਹੈ? ਤਰਨ, ਇਹਦਾ ਜਵਾਬ ਥੋੜਾ ਜਿਹਾ ਇਸ ਤਰ੍ਹਾਂ ਹੋ ਸਕਦਾ ਕਿ ਜਿਹੜੇ ਪਹਿਲੇ ਪੇਰੈਂਟਸ ਆ, ਜਿਵੇਂ ਮੇਰੇ ਪੇਰੈਂਟਸ ਨੇ, ਉਹ ਮੈਂ ਇਸ ਮਾਹੌਲ ਦੇ ਵਿੱਚ ਪੜਿਆ ਕਿ ਮੇਰੇ ਜਿਹੜੇ ਹਾਣੀ ਨੇ ਵੀ ਉਹਨਾਂ ਨੇ ਪੇਰੈਂਟਸ ਨੂੰ ਆਪਣੇ ਨਾਲ ਰੱਖਣਾ। ਜਿਹੜੇ ਮੇਰੇ ਬੱਚੇ ਨੇ ਉਹ ਆਜ਼ਾਦ ਨੇ, ਉਹ ਆਪਣੀ ਮਰਜ਼ੀ ਕਰਦੇ ਆ, ਉਹ ਆਪਣੀਆਂ ਨੌਕਰੀਆਂ ਕਿਸੇ ਹੋਰ ਥਾਂ ਤੇ ਕਰਦੇ ਨੇ, ਉੱਥੇ ਵੱਖਰਾ ਆਜ਼ਾਦ ਰਹਿੰਦੇ ਨੇ। ਜਦੋਂ ਜਦੋਂ ਉਸ ਸਟੇਜ ਤੇ ਆਉਣਾ ਕਿ 올ਡ ਏਜ ਹੋਮ ਦੇ ਵਿੱਚ ਲਿਜਾਇਆ ਜਾਵੇ ਤਾਂ ਮੈਂ 올ਡ ਏਜ ਹੋਮ ਦੇ ਵਿੱਚ ਹੀ ਭੇਜਿਆ ਜਾਵਾਂਗਾ। ਆਮ ਰੇਜ਼ਡ ਇਨ ਦਿਸ ਸਿਸਟਮ। ਮੇਰੇ ਬੱਚੇ ਇੱਥੋਂ ਦੇ ਸਿਸਟਮ 'ਚ ਪੜੇ ਹੋਏ ਨੇ। ਇੱਥੋਂ ਦਾ ਸਿਸਟਮ ਇਹ ਕਹਿੰਦਾ ਕਿ ਜਦੋਂ ਬਜ਼ੁਰਗ ਹੋ ਜਾਂਦਾ ਤਾਂ ਉਹਨੂੰ ਕਿਸੇ 올ਡ ਏਜ ਹੋਮ ਤੇ, ਜਿੱਥੇ ਉਹਦੀ ਬੈਟਰ ਹੈਲਪ ਹੋ ਸਕਦੀ ਹੈ, ਦੇਖਭਾਲ ਹੋ ਸਕਦੀ ਹੈ, ਉੱਥੇ ਭੇਜਿਆ ਜਾਣਾ ਚਾਹੀਦਾ ਹੈ। ਕਿਉਂਕਿ ਸਾਰੇ ਆਪਦੇ ਥਾਂ ਤੇ ਬਿਜ਼ੀ ਨੇ, ਤੁਹਾਨੂੰ ਵੀਕਐਂਡ ਤੇ ਅਗਲਾ ਬੱਚੇ ਮਿਲਣ ਆਉਂਦੇ ਨੇ, ਤੁਹਾਡੀ ਟੇਕ ਕੇਅਰ ਕਰਦੇ ਆ, ਨਥਿੰਗ ਰੋਂਗ ਵਿਦ ਦੈਟ। ਜਿਹੜੇ ਤੁਸੀਂ ਕਿਹਾ ਸਾਡੀ ਕਮਿਊਨਿਟੀ ਵਾਸਤੇ ਉਦੋਂ ਜ਼ਰੂਰਤ ਪਵੇਗੀ ਜੀ, ਹੁਣ ਤੋਂ 15-20 ਸਾਲਾਂ ਤੱਕ ਅਜਿਹੇ ਬਹੁਤ ਘਰਾਂ ਦੀ ਲੋੜ ਪਵੇਗੀ ਕਿ ਜਿੱਥੇ ਕਿਉਂਕਿ ਜਿਹੜੀ ਮੇਰੇ ਵਾਲੀ ਜਨਰੇਸ਼ਨ ਆ ਇਹ ਛੇਤੀ ਨਹੀਂ ਕਹਿੰਦੀ ਕਿ ਅਸੀਂ ਆਪਣੇ ਪੇਰੈਂਟ ਨੂੰ ਕਿਸੇ 올ਡ ਏਜ ਹੋਮ ਤੇ ਅਨਲੈਸ ਕੋਈ ਪ੍ਰੋਬਲਮ ਹੋਈ ਹੋਵੇ
ਘਰ ਦੇ ਵਿੱਚ ਹਾਲਾਤ ਐਸੇ ਹੋਣ ਕਿ ਘਰ ਦੇ ਵਿੱਚ ਕੋਈ ਬੰਦਾ ਰਹਿੰਦਾ ਨਾ ਹੋਵੇ, ਟੇਕ ਕੇਅਰ ਨਾ ਕਰ ਸਕਦਾ ਹੋਵੇ, ਲੋਕਾਂ ਨੇ ਕੰਮ ਤੇ ਸਭ ਨੇ ਜਾਣਾ ਹੁੰਦਾ, ਇਹ ਹਾਲਾਤ ਹੋ ਸਕਦੇ ਨੇ। ਪਰ ਬਹੁਤੀ ਜਿਹੜੀ ਮੇਰੇ ਨਾਲ ਦੀ ਜਨਰੇਸ਼ਨ ਹੈ, ਮੇਰੇ ਖਿਆਲ ਉਹਨਾਂ ਦੇ ਪੇਰੈਂਟਸ ਜ਼ਰੂਰ ਨਾਲ ਹੀ ਰਹਿੰਦੇ ਆ ਜੀ। ਜੀ ਬਿਲਕੁਲ, ਤੇ ਨਾਲ ਦੀ ਨਾਲ ਇਸ ਟੌਪਿਕ ਦੇ ਉੱਤੇ ਤੁਹਾਡੇ ਵੀ ਵਿਚਾਰ ਅਸੀਂ ਜਾਣਦੇ ਰਵਾਂਗੇ ਸਰ। ਖਬਰਾਂ ਦਾ ਵੀ ਸਿਲਸਿਲਾ ਆਪਾਂ ਸ਼ੁਰੂ ਕਰਦੇ ਹਾਂ, ਸਮਾਂ ਆਪਣੇ ਕੋਲ ਫਿਰ ਉਸ ਅਕੋਰਡਿੰਗ ਘੱਟ ਜਾਂਦਾ ਖਬਰਾਂ ਦੇ ਲਈ। ਸੋ ਖਬਰਾਂ ਦੀ ਸ਼ੁਰੂਆਤ ਕਰਦੇ ਹਾਂ ਜੀ। ਸਭ ਤੋਂ ਪਹਿਲੀ ਖਬਰ ਹੈ, ਜਿਹੜੇ ਇੰਟਰਨੈਸ਼ਨਲ ਸਟੂਡੈਂਟਸ, ਖਬਰ ਸਾਹਮਣੇ ਆਈ ਹੈ ਇਸ ਵਕਤ, ਇੰਟਰਨੈਸ਼ਨਲ ਸਟੂਡੈਂਟਸ ਕੁਝ ਜੀ ਭਾਰਤ ਤੋਂ ਆਏ ਸੀ, ਕੈਨੇਡਾ ਦੇ 에ਅਰਪੋਰਟ ਤੇ ਲੈਂਡ ਕੀਤੇ ਤੇ ਇੱਥੋਂ ਉਹਨਾਂ ਨੂੰ ਕੈਨੇਡਾ ਦੇ ਅੰਦਰ ਦਾਖਲ ਹੋਣ ਨਹੀਂ ਦਿੱਤਾ ਗਿਆ, ਵਾਪਸ ਉਹਨਾਂ ਨੂੰ ਵਾਪਸ ਇੰਡੀਆ ਭੇਜ ਦਿੱਤਾ ਗਿਆ। ਕੀ ਕਹੋਗੇ ਸਰ? ਤਰਨ, ਜਿਹੜੀ ਆਪਾਂ ਕੁਛ ਹਫ਼ਤਾ ਪਹਿਲਾਂ ਹੀ ਗੱਲ ਕੀਤੀ ਸੀਗੀ ਕਿ ਜਿਹੜੀ ਅੱਧੀ ਖਬਰ ਸੁਣ ਕੇ ਤੁਸੀਂ ਕੰਮ ਕਰਨਾ ਕਰੋ ਨਾ, ਪਲੀਜ਼ ਪਹਿਲਾਂ ਤਾਂ ਪਤਾ ਕਰਕੇ ਆਓ ਉੱਥੋਂ ਇਹ ਹਾਲਾਤ ਕਿਨੇ। ਇਸ ਵੇਲੇ ਜਿਹੜੀ ਸਾਡੇ ਐਡਮਿੰਟਨ ਤੋਂ ਸਾਡੇ ਪੱਤਰਕਾਰ ਜੀ, ਉਹਨਾਂ ਦੀ ਇਹ ਰਿਪੋਰਟ ਆਈ ਹੋਈ ਹੈ। ਉਹਨਾਂ ਨੇ ਇਹ ਗੱਲ ਕਹੀ ਹੈ ਕਿ ਜਦੋਂ ਤੱਕ ਸਕੂਲ ਕਾਲਜਸ ਇੱਥੇ ਪੂਰੇ ਨਹੀਂ ਖੁੱਲਦੇ, ਜਦੋਂ ਤੱਕ ਅਸੀਂ ਕਾਈਂਡ ਆਫ ਕਰੋਨਾ ਫਰੀ ਨਹੀਂ ਹੋ ਜਾਂਦੇ, ਉਦੋਂ ਤੱਕ ਚਾਂਸਸ ਹੈ ਕਿ ਜਿਹੜੇ ਉੱਥੋਂ ਸਟੂਡੈਂਟਸ ਨੇ ਇੱਥੇ ਆਉਣਾ ਉਹ ਪਲੀਜ਼ ਨਾ ਆਉਣ। ਇਸ ਕਿਉਂਕਿ ਇੱਥੇ ਆਏ ਹੋਏ ਸਟੂਡੈਂਟਸ ਪੀਅਰਸਨ ਤੋਂ ਜੀ ਕੁਝ ਸਟੂਡੈਂਟਸ ਵਾਪਸ ਮੋੜੇ ਗਏ ਨੇ। ਉਹਨਾਂ ਨੂੰ ਇਹ ਗੱਲ ਕਹੀ ਕਿ ਇਹ ਤੁਸੀਂ ਅਜੇ ਆਉਣਾ ਨਹੀਂ ਸੀਗਾ। ਪਰ ਮੈਨੂੰ ਥੋੜ੍ਹਾ ਇਹ ਗੱਲ ਜ਼ਰੂਰ ਹੋ ਜਾਂਦੀ ਤਰਨ ਕਿ ਉੱਥੋਂ 에ਅਰਲਾਈਨ ਕਿਉਂ ਲੈ ਕੇ ਆਈ ਹੈ। ਬਿਲਕੁਲ, ਕਿਉਂਕਿ ਅਜਿਹੀਆਂ ਗੱਲਾਂ ਉੱਥੋਂ ਪੁੱਛ ਦੱਸ ਕਰਕੇ 에ਅਰਲਾਈਨ ਇੰਨਾ ਕੁਛ ਪੁੱਛਦੀ ਹੈ ਤੁਹਾਡੇ ਤੋਂ। 에ਅਰਲਾਈਨਾਂ ਨੇ 에ਅਰਪੋਰਟ ਤੋਂ ਬਹੁਤ ਲੋਕ ਵਾਪਸ ਮੋੜੇ ਨੇ, ਪਰ ਇਹ ਬੱਚੇ ਕਿਵੇਂ ਆਏ ਸੀਗੇ ਤੁਸੀਂ ਹੁਣ ਉਹ ਦੇਖੋ। ਕਿਤੇ ਨਾ ਕਿਤੇ ਮਿਸਅੰਡਰਸਟੈਂਡਿੰਗ ਹੈਗੀ ਆ। ਸੋ ਮੈਂ ਸਭ ਨੂੰ ਇਹ ਕਹਾਂਗਾ ਕਿ ਜੋ ਕੁਛ ਵੀ ਇਹ ਜੀ ਗੱਲ ਹੈਗੀ ਹੈ ਤਾਂ ਪਲੀਜ਼ ਆਪਦਾ 100% ਪਤਾ ਕਰਕੇ ਮੇਕ ਸ਼ੋਰ ਤਾਂ ਉਹ, ਅਦਰਵਾਈਜ਼ ਪਲੀਜ਼ ਸਾਡੇ ਆਉਣ ਦੀ ਕੋਸ਼ਿਸ਼ ਨਾ। ਬਿਲਕੁਲ ਜੀ, ਅਸੀਂ ਕੱਲ੍ਹ ਇੱਕ ਖਬਰ ਸਾਂਝੀ ਕੀਤੀ ਹੈ ਕਿ ਕੈਨੇਡਾ ਸਰਕਾਰ ਨੇ ਇੰਟਰਨੈਸ਼ਨਲ ਸਟੂਡੈਂਟਸ ਨੂੰ ਕੁਝ ਛੋਟਾਂ ਦਿੱਤੀਆਂ ਨੇ ਵੀ 30 ਅਪ੍ਰੈਲ 2021 ਤੱਕ ਤੁਸੀਂ ਆਪਣੇ ਆਪਣੇ ਮੁਲਕਾਂ ਵਿੱਚ ਬਹਿ ਕੇ ਜਿਹੜੀ ਆ ਅੱਧੀ ਸਟੱਡੀ ਜਿਹੜੀ ਆ ਉਹ ਤੁਸੀਂ ਆਨਲਾਈਨ ਕਰ ਸਕਦੇ ਹੋ। ਸੋ ਤੁਹਾਨੂੰ ਇੱਕ ਵਾਰ ਫਿਰ ਤੋਂ ਅਪੀਲ ਕਰਦੇ ਹਾਂ, ਅੱਧੀ ਖਬਰ ਸੁਣ ਕੇ ਕਦੇ ਵੀ ਕੋਈ ਵੀ ਡਿਸੀਜਨ ਨਾ ਲਵੋ। ਸਰ ਤੁਸੀਂ ਕਿਹਾ ਸੀ ਕਿ 에ਅਰਲਾਈਨਸ ਨੇ ਆਨ ਕਿਵੇਂ ਦਿੱਤਾ ਹੋਣਾ ਉਹਨਾਂ ਨੂੰ। ਐਕਚੁਅਲ 'ਚ ਕੀ ਹੁੰਦਾ ਕਿ ਤੁਹਾਨੂੰ ਜੇ ਤੁਸੀਂ ਕੁਝ ਐਕਸਕਿਊਜ਼ ਬਣਾਉਂਦੇ ਹੋ, ਜਿਵੇਂ ਕਿ ਤੁਹਾਡਾ ਇੰਟਰਨੈਟ ਨਹੀਂ ਚੱਲਦਾ ਪਿਆ ਜਾਂ ਫਿਰ ਤੁਹਾਡਾ ਕੋਈ ਪ੍ਰੈਕਟੀਕਲ ਕੋਰਸ ਆ ਤੁਹਾਨੂੰ ਇੱਥੇ ਆ ਕੇ ਕਰਨ ਦੀ ਜ਼ਰੂਰਤ ਹੈ, ਪ੍ਰੈਕਟੀਕਲ ਲਈ ਤੁਹਾਨੂੰ ਕਲਾਸਿਸ ਅਟੈਂਡ ਕਰਨੀਆਂ ਪੈਣੀਆਂ ਨੇ, ਸੋ ਤਾਂ ਤੁਸੀਂ ਕਾਲਜ ਤੋਂ ਇੱਕ ਲੈਟਰ ਲਿਖਵਾ ਕੇ ਤੁਸੀਂ ਲੈ ਕੇ ਆਉਂਦੇ ਹੋ। ਅਦਰਵਾਈਜ਼ 에ਅਰਲਾਈਨਸ ਨੇ ਸਿਰਫ ਉਹ ਲੈਟਰ ਵੇਖਣਾ ਤੇ ਤੁਹਾਨੂੰ ਇੱਥੇ ਆਉਣ ਦੀ ਇਜਾਜ਼ਤ ਦਿੱਤੀ ਜਾਣੀ ਆ। ਪਰ 에ਅਰਪੋਰਟਸ ਉੱਤੇ ਬਕਾਇਦਾ ਤੁਹਾਡੀ ਸਾਰੀ ਚੈਕਿੰਗ ਹੋਏਗੀ, ਬਕਾਇਦਾ ਤੁਹਾਡੀ ਸਾਰੀ ਇੰਟਰਵਿਊ ਹੋਏਗੀ। ਜੇ ਤੁਸੀਂ ਇਹ ਐਕਸਕਿਊਜ਼ ਲਗਾਉਂਦੇ ਹੋ ਕਿ ਤੁਹਾਡਾ ਇੰਟਰਨੈਟ ਨਹੀਂ ਚੱਲਦਾ ਹੈਗਾ ਜਿਸ ਕਰਕੇ ਤੁਸੀਂ ਆਨਲਾਈਨ ਕਲਾਸਿਸ ਨਹੀਂ ਲਗਾ ਸਕਦੇ, ਜਾਂ ਤੁਸੀਂ ਰਾਤ ਦੀਆਂ ਕਲਾਸਿਸ ਨਹੀਂ ਲਗਾ ਸਕਦੇ, ਤੁਹਾਡਾ ਜਿਹੜਾ ਟਾਈਮ ਜ਼ੋਨ ਨਹੀਂ ਸੈੱਟ ਹੋ ਪਾ ਰਿਹਾ ਹੈਗਾ, ਰਾਤ ਦਾ ਸੌਣ ਦਾ ਵੇਲਾ ਹੁੰਦਾ ਉਸ ਵੇਲੇ ਤੁਸੀਂ ਇਹ ਕਲਾਸਿਸ ਅਟੈਂਡ ਨਹੀਂ ਕਰ ਪਾਉਂਦੇ, ਤਾਂ ਇਹਦੇ ਲਈ ਤੁਹਾਡਾ ਸੋਲਿਡ ਰੀਜ਼ਨ ਹੋਣਾ ਜ਼ਰੂਰੀ ਹੈ। ਆਪਣੇ ਨਾਲ ਕੋਈ ਨਾ ਕੋਈ ਆਪਦੇ ਪ੍ਰੂਫਸ ਲੈ ਕੇ ਆਵੋ, ਕਿਉਂਕਿ ਜਿਸ ਟਾਈਮ ਤੁਸੀਂ ਸਟੱਡੀ ਲਈ ਆਨਲਾਈਨ ਲਈ ਹਾਮੀ ਭਰੀ ਸੀ ਉਸ ਟਾਈਮ 'ਚ ਸਾਰਾ ਕੁਝ ਤੁਸੀਂ ਡਾਕੂਮੈਂਟਸ ਵਿੱਚ ਲਿਖ ਕੇ ਦਿੰਦੇ ਹੋ ਕਿ ਹਾਂਜੀ ਤੁਸੀਂ ਤੁਹਾਨੂੰ ਟਾਈਮ ਜ਼ੋਨ ਤੋਂ ਵੀ ਕੋਈ ਫਰਕ ਨਹੀਂ ਪੈਂਦਾ, ਤੁਹਾਨੂੰ ਪਹਿਲਾਂ ਪਤਾ ਹੁੰਦਾ ਕਿ ਰਾਤ ਨੂੰ ਤੁਹਾਡੀ ਸਟੱਡੀ ਹੋਣੀ ਆ। ਦੂਜਾ ਇਹ ਹੈ ਕਿ ਜੇਕਰ ਤੁਹਾਡਾ ਇੰਟਰਨੈਟ ਨਹੀਂ ਚੱਲ ਰਿਹਾ ਹੈਗਾ ਤਾਂ ਇਸ ਤੇ ਵੀ ਤੁਹਾਨੂੰ ਪ੍ਰੂਫਸ ਦਿਖਾਉਣੇ ਪੈਣੇ ਆ ਕਿ ਜਿਸ ਟਾਈਮ ਦੇ ਵਿੱਚ ਤੁਸੀਂ ਇੰਟਰਨੈਟ ਚਲਾ ਰਹੇ ਸੀ ਉਹਦੇ ਵਿੱਚ ਕੀ ਪ੍ਰੋਬਲਮ ਆ ਰਹੀ ਸੀ। ਤੁਹਾਨੂੰ ਇੰਟਰਨੈਟ ਕੰਪਨੀ ਤੋਂ ਉਹ ਟਾਈਮ ਪੀਰੀਅਡ ਦਾ ਤੁਹਾਨੂੰ ਆਪਣਾ ਇੰਟਰਨੈਟ ਦਾ ਸਾਰਾ ਡਾਟਾ ਕੱਢਣਾ ਪੈਣਾ ਆ ਕਿ ਕਿੱਥੇ ਕਿੱਥੇ ਰੁਕਾਵਟ ਆ ਰਹੀ ਸੀ, ਕਿ ਕੀ ਵਾਕਈ ਇਸ ਏਰੀਆ ਦੇ ਵਿੱਚ ਇੰਟਰਨੈਟ ਨੂੰ ਲੈ ਕੇ ਪ੍ਰੋਬਲਮ ਹੈਗੀ ਆ ਜਾਂ ਨਹੀਂ। ਸੋ ਐਵੇਂ ਦੇ ਸਬੂਤ ਲੈ ਕੇ ਫਿਰ ਹੀ ਤੁਸੀਂ ਇੱਥੇ ਆ ਸਕਦੇ ਹੋ, ਅਦਰਵਾਈਜ਼ ਤੁਹਾਨੂੰ ਵਾਪਸ ਭੇਜ ਦਿੱਤਾ ਜਾਏਗਾ। ਅੰਟਿਲ ਅਨਲੈਸ ਤੁਹਾਡੀਆਂ ਪ੍ਰੈਕਟੀਕਲ ਕਲਾਸਿਸ ਨਹੀਂ ਚੱਲਦੀਆਂ, ਕਾਲਜ ਇਸ ਗੱਲ ਦੀ ਹਾਮੀ ਨਹੀਂ ਭਰਦਾ ਕਿ ਇਹਨਾਂ ਦੀਆਂ ਕਲਾਸਿਸ ਇੱਥੇ ਪ੍ਰੈਕਟੀਕਲ ਸਟਾਰਟ ਹੋ ਚੁੱਕੀਆਂ ਨੇ, ਤੁਹਾਨੂੰ ਇੱਥੇ ਆਉਣ ਦੀ ਇਜਾਜ਼ਤ ਨਹੀਂ ਦਿੱਤੀ ਜਾਏਗੀ। ਸੋ ਫਾਲਤੂ ਦੇ ਵਿੱਚ ਆਪਣੀਆਂ ਫਲਾਈਟਸ ਦੇ ਉੱਤੇ, ਆਪਣੀਆਂ ਟਿਕਟਸ ਦੇ ਉੱਤੇ ਪੈਸੇ ਨਾ ਵੇਸਟ ਕਰੋ। ਪਲੱਸ ਜਿਹੜਾ ਤੁਸੀਂ ਇੱਥੇ ਉੱਥੇ ਜਿਹੜਾ ਟਾਈਮ ਲਾਇਆ ਹੋਊਗਾ ਜੀ ਉਹਨੂੰ ਤੁਹਾਨੂੰ ਪੋਸਟ ਗ੍ਰੈਜੂਏਸ਼ਨ ਦੇ ਵਿੱਚ ਤੁਹਾਨੂੰ ਉਹ ਸਮਾਂ ਕਾਊਂਟ ਕੀਤਾ ਜਾਵੇਗਾ। ਐਸੀ ਕੋਈ ਗੱਲ ਹੈ ਨਹੀਂ ਕਿ ਜਿਹੜੇ ਜਿੰਨਾ ਸਾਡੇ ਕੋਲ ਖਬਰ ਆਈ ਹੋਈ ਆ। ਸੋ ਪਲੀਜ਼ ਡੋਂਟ ਰਸ਼। ਜਦ ਤੱਕ ਤੁਸੀਂ 100% ਸ਼ੋਰ ਨਹੀਂ ਆ ਕਿ ਤੁਹਾਨੂੰ ਇੱਥੇ ਅੰਦਰ ਲੈਂਡ ਕਰਕੇ ਅੰਦਰ ਆਉਣ ਦੇ ਦਿੱਤਾ ਜਾਵੇਗਾ, ਉਦੋਂ ਤੱਕ ਪਲੀਜ਼ ਇਹ ਕੰਮ ਨਾ ਕਰੋ। ਇਸ ਵੇਸਟੇਜ ਆਫ ਟੂ ਮਚ ਮਨੀ ਐਂਡ ਰਿਸੋਰਸਸ ਐਸ ਵੈਲ। ਜੀ, ਤੇ ਦੂਸਰੀ ਖਬਰ ਸਰ ਕੁਝ ਅਜਿਹੀ ਹੀ ਸਾਹਮਣੇ ਆਈ ਸੀ ਕਿ ਕੈਨੇਡਾ ਸਰਕਾਰ ਨੇ ਇੱਕ ਪਾਇਲਟ ਪ੍ਰੋਜੈਕਟ ਸਟਾਰਟ ਕੀਤਾ ਹੈ ਜਿਹਦੇ ਵਿੱਚ ਜਿਹੜੇ ਇੱਥੇ ਵਿਜ਼ਟਰ ਵੀਜ਼ਾ ਤੇ ਆਏ ਹੋਏ ਨੇ ਉਹ ਇਸ ਪ੍ਰੋਜੈਕਟ ਦੇ ਤਹਿਤ ਆਪਣੇ ਵਿਜ਼ਟਰ ਵੀਜ਼ਾ ਨੂੰ ਵਰਕ ਪਰਮਿਟ ਵਿੱਚ ਕਨਵਰਟ ਕਰ ਸਕਦੇ ਨੇ। ਕੁਝ LMIA ਬੇਸਡ ਹੈ, ਕੁਝ LMIA ਐਗਜ਼ੈਂਪਟ ਨੇ। ਸੋ ਇਹਦੇ ਵਿੱਚ ਵੀ ਇੱਕ ਨਵੀਂ ਅਪਡੇਸ਼ਨ ਸਾਹਮਣੇ ਆਈ ਹੈ। 31 ਮਾਰਚ 2021 ਤੱਕ ਹੈਗੀ ਇਹਦੀ ਮਿਆਦ। ਜਿਹੜੇ ਲੋਕਾਂ ਨੇ ਇਹਦੇ ਚ ਅਪਲਾਈ ਕੀਤਾ ਸੀਗਾ ਵਰਕ ਪਰਮਿਟ ਵਾਸਤੇ ਉਹ ਟੈਂਪਰੇਰੀ ਹੈ ਜੀ। ਉਹਦਾ ਰੀਜ਼ਨ ਕੀ ਹੈ? ਰੀਜ਼ਨ ਇਹ ਹੈ ਤਰਨ ਕਿ ਜਿਹੜੇ ਇੱਥੇ ਟੈਂਪਰੇਰੀ ਲੇਬਰ ਆਉਂਦੀ ਸੀਗੀ ਸਮਰ ਦੇ ਵਿੱਚ, COVID-19 ਕਰਕੇ ਇਸ ਵੇਲੇ ਉਹ ਲੋਕ ਨਹੀਂ ਆ ਸਕੇ। ਉਹ ਜਿਹੜੇ ਆਉਂਦੇ ਸੀਗੇ ਲੋਕ ਸਿਰਫ ਸਮਰ ਵਾਸਤੇ ਕੰਮ ਕਰਦੇ ਆ,
ਖੇਤੀ ਦਾ ਕੰਮ ਕਰਾਉਂਦੇ ਸੀਗੇ ਔਰ ਵਾਪਸ ਚਲੇ ਜਾਂਦੇ ਨੇ। ਔਰ ਜਿਹੜੇ ਸੁਖ ਧਾਲੀਵਾਲ ਸਾਹਿਬ ਨੇ ਜੀ ਵੈਨਕੂਵਰ ਦੇ ਏਰੀਏ ਤੋਂ ਆਪਣੇ BC ਦੇ ਵਿੱਚ ਜਿਹੜੇ ਕਿ ਮੈਂਬਰ ਪਾਰਲੀਮੈਂਟ ਨੇ, ਉਹਨਾਂ ਨੇ ਇਹ ਗੱਲ ਕਹੀ ਹੈ ਕਿ ਇਹ ਐਕਸਟੈਂਸ਼ਨ ਨਹੀਂ ਹੋਏਗੀ ਔਰ ਇਸ ਦੇ ਬੇਸ ਦੇ ਉੱਤੇ PR ਵਾਸਤੇ ਤੁਸੀਂ ਅਪਲਾਈ ਨਹੀਂ ਕਰ ਸਕੋਗੇ, ਕਿਉਂਕਿ ਇਹ ਜਸਟ ਟੈਂਪਰੇਰੀ ਕੰਮ ਹੈਗਾ, ਜਿਵੇਂ ਜਸਟ ਲਾਈਕ ਅ ਟੈਂਪਰੇਰੀ ਵਰਕਰਸ ਹੈ। ਤੁਸੀਂ ਇਸ ਨੂੰ ਕਨਵਰਟ ਕਰਨ ਵਾਸਤੇ ਤੁਸੀਂ PR ਵਾਸਤੇ ਨਹੀਂ ਅਪਲਾਈ ਕਰ ਸਕੋਗੇ। ਸੋ ਜਸਟ ਟੈਂਪਰੇਰੀ ਥਿੰਗ ਹੈ। ਹਾਂ, ਇਹ ਇੱਕ ਹਿਸਾਬ ਜਿਉਂ ਸੋਚ ਲੈਣਾ ਚਾਹੀਦਾ ਹੈ ਕਿ ਤੁਹਾਨੂੰ ਬੋਨਸ ਹੈਗਾ ਕਿ ਤੁਹਾਨੂੰ ਇੱਥੇ ਕੰਮ ਕਰਨ ਵਾਸਤੇ ਅਲਾਉ ਕਰ ਦਿੱਤਾ ਗਿਆ, ਤੁਸੀਂ ਐਜ਼ ਅ ਵਿਜ਼ਟਰ ਆਏ ਸੀਗੇ, ਪਰ PR ਦੇ ਵਿੱਚ ਇਹ ਤੁਹਾਡੀ ਬਿਲਕੁਲ ਵੀ ਕੋਈ ਮਦਦ ਨਹੀਂ ਕਰੇਗਾ ਜੀ, ਅਕੋਰਡਿੰਗ ਟੂ ਮਿਸਟਰ ਸੁਖ ਧਾਲੀਵਾਲ। ਬਿਲਕੁਲ ਜੀ, ਸਤਪਾਲ ਜੌਹਰ ਜੋ ਪੱਤਰਕਾਰ ਨੇ, ਉਹਨਾਂ ਦੇ ਨਾਲ ਇਹਨਾਂ ਦੀ ਗੱਲਬਾਤ ਹੋਈ ਸੀ MP ਸਾਹਿਬ ਦੀ, ਤੇ ਉਹਨਾਂ ਨੇ ਇਹੀ ਕਿਹਾ, ਇੱਕ ਐਗਜ਼ਾਮਪਲ ਦਿੱਤੀ ਹੈ, ਕਹਿੰਦੇ ਕਿ ਜਿਵੇਂ ਮੈਕਸੀਕੋ ਤੋਂ ਜਦੋਂ ਲੇਬਰ ਆਉਂਦੀ ਹੈ ਇੱਥੇ ਤੇ ਉਹਨਾਂ ਨੇ ਫਾਰਮਿੰਗ ਦੇ ਵਿੱਚ ਆਪਣਾ ਕੰਮ ਕਰਦੀ ਹੈ, ਜਿੰਨੀ ਦੇਰ ਤੱਕ ਖੇਤੀਬਾੜੀ ਦਾ ਸਮਾਂ ਹੁੰਦਾ ਉਹ ਖੇਤੀਬਾੜੀ ਕਰਕੇ ਵਾਪਸ ਆਪਣੇ ਮੁਲਕਾਂ ਨੂੰ ਪਰਤ ਜਾਂਦੇ ਨੇ। ਸੋ ਜਿਨ੍ਹਾਂ ਨੇ ਵੀ ਆਪਣਾ ਵਰਕ ਪਰਮਿਟ, ਆਪਣਾ ਵਿਜ਼ਟਰ ਵੀਜ਼ਾ ਵਰਕ ਪਰਮਿਟ ਵਿੱਚ ਤੁਸੀਂ ਚੇਂਜ ਕਰਵਾਉਣਾ ਆ, ਤਾਂ ਤੁਹਾਨੂੰ ਜਿਨ੍ਹਾਂ ਨੇ 31 ਮਾਰਚ 2021 ਤੱਕ ਇਹ ਜਿਹੜਾ ਟਾਈਮ ਪੀਰੀਅਡ ਦਿੱਤਾ ਗਿਆ, ਇਸ ਤੋਂ ਬਾਅਦ ਤੁਹਾਨੂੰ ਵਾਪਸ ਸਮਾਂ ਪੂਰਾ ਹੋਣ ਤੋਂ ਬਾਅਦ ਕੋਈ ਵੀ ਐਕਸਟੈਂਸ਼ਨ ਨਹੀਂ ਦਿੱਤੀ ਜਾਏਗੀ, ਤੁਹਾਡਾ ਵਰਕ ਪਰਮਿਟ ਅੱਗੇ ਨਹੀਂ ਵਧਾਇਆ ਜਾਏਗਾ ਤੇ ਤੁਹਾਨੂੰ ਵਾਪਸ ਆਪਣੇ ਮੁਲਕਾਂ ਨੂੰ ਜਾਣਾ ਪੈਣਾ ਹੈ। ਸੋ ਜੇਕਰ ਤੁਸੀਂ ਆਪਣਾ ਵਰਕ ਪਰਮਿਟ ਲੈਣੇ ਹੋ, ਇੱਕ ਵਾਰੀ ਕਿਸੇ ਕੰਸਲਟੈਂਟ ਦੇ ਨਾਲ ਸਲਾਹ ਜ਼ਰੂਰ ਲੈ ਲਿਓ ਕਿ ਕੀ ਤੁਹਾਨੂੰ ਇਸ ਤੋਂ ਬਾਅਦ ਤੁਸੀਂ PR ਲਈ ਅਪਲਾਈ ਕਰ ਸਕਦੇ ਹੋ ਜਾਂ ਅੱਗੇ ਇਸ ਤੋਂ ਬਾਅਦ ਤੁਹਾਡਾ ਕੀ ਸਕੋਪ ਹੋ ਸਕਦਾ ਕਿ ਤੁਸੀਂ ਇਸ ਨੂੰ ਅੱਗੇ ਐਕਸਟੈਂਡ ਕਰ ਸਕਦੇ ਹੋ। ਸੋ ਆਪਣੇ ਪੈਸੇ ਲਗਾਉਣ ਤੋਂ ਪਹਿਲਾਂ ਜਾਂ ਇਸ ਲਈ ਅਪਲਾਈ ਕਰਨ ਤੋਂ ਪਹਿਲਾਂ ਇੱਕ ਵਾਰੀ ਕਿਸੇ ਇਮੀਗ੍ਰੇਸ਼ਨ ਕੰਸਲਟੈਂਟ ਦੀ ਸਲਾਹ ਜ਼ਰੂਰ ਲੈ ਲਿਓ। ਸਰ, ਇਸ ਤੋਂ ਅਗਲੀ ਖਬਰ ਦੇ ਵੱਲ ਅੱਗੇ ਵਧੀਏ। ਕੈਨੇਡਾ ਵਿੱਚ ਇਲੈਕਸ਼ਨਸ ਹੋ ਸਕਦਾ ਕਿ ਅਗਲੇ ਮਹੀਨੇ ਅਨਾਉਂਸ ਹੋ ਜਾਣ। ਤੁਹਾਨੂੰ ਕੀ ਲੱਗ ਰਿਹਾ ਕਿ ਸਹੀ ਸਮਾਂ ਹੈਗਾ ਫੈਡਰਲ, ਇਸ ਵਕਤ ਸਰਕਾਰ ਦੀ ਗੱਲ ਕੀਤੀ ਜਾਵੇ, ਮਾਈਨੋਰਿਟੀ ਦੇ ਵਿੱਚ ਸਰਕਾਰ ਹੈਗੀ ਹੈ, ਤੁਹਾਨੂੰ ਕੀ ਲੱਗ ਰਿਹਾ ਕਿ ਸਹੀ ਸਮਾਂ ਹੋਏਗਾ? ਸਰ, ਮਾਈਨੋਰਿਟੀ ਗਵਰਨਮੈਂਟ ਕਿਸੇ ਵੇਲੇ ਵੀ ਟੁੱਟ ਸਕਦੀ ਹੈ, ਕਿਉਂ ਕੋਈ ਵੀ ਕਿਤੇ ਨਾ ਐਸਾ ਰੇੜਕਾ ਖੜਾ ਹੋ ਸਕਦਾ ਜਿਹਦੇ ਵਿੱਚ ਕਿ ਸਾਰਿਆਂ ਦੀ ਬਣਨੀ ਨਹੀਂ ਹੈ ਤੇ ਉਸ ਦਿਨ ਸਰਕਾਰ ਨੇ ਟੁੱਟ ਜਾਣਾ। ਇਹ ਹੋ ਸਕਦਾ 4 ਸਾਲ ਚੱਲ ਜਾਵੇ, ਅੱਗੇ ਮਾਈਨੋਰਿਟੀ ਸਰਕਾਰਾਂ ਚੱਲੀਆਂ ਨੇ, ਫੁੱਲ ਟਰਨ ਵੀ ਕਰਕੇ ਗਈਆਂ ਨੇ, ਪਰ ਡਰ ਇਹੀ ਹੁੰਦਾ ਵੀ ਕਿਤੇ ਟੁੱਟ ਨਾ ਜਾਵੇ ਸਰਕਾਰ। ਬਹੁਤੇ ਚਾਂਸਸ ਇਹ ਹੁੰਦੇ ਆ ਤਰਨ, ਜਿਹੜੀ ਰੂਲਿੰਗ ਪਾਰਟੀ ਆ ਉਹਦੇ ਵੱਲੋਂ ਟੁੱਟਣ ਦੇ ਚਾਂਸਸ ਹੁੰਦੇ ਆ, ਕਿਉਂਕਿ ਉਹਨਾਂ ਨੇ ਕੋਈ ਐਸਾ ਜਿਹੜੀ ਬਜਟ ਦੇ ਵਿੱਚ ਐਸੀ ਚੀਜ਼ ਲੈ ਆਉਣੀ ਹੈ ਜਿਸ ਤੇ ਕੋਈ ਵੀ ਰਜ਼ਾਮੰਦ ਨਹੀਂ ਹੋਏਗਾ, ਜਾਂ ਉਹ ਐਸੀ ਚੀਜ਼ ਲੈ ਕੇ ਆਉਣਗੇ ਜਿਸ ਤੇ ਇੱਕ ਪਾਰਟੀ ਨਾਲ ਰਜ਼ਾਮੰਦ ਹੋਏਗੀ ਤੇ ਸਰਕਾਰ ਚੱਲਦੀ ਰਹੇਗੀ। ਇਨ ਕੇਸ ਇਹ ਗੱਲ ਹੋ ਜਾਂਦੀ ਹੈ, ਸਰਕਾਰ ਟੁੱਟ ਜਾਂਦੀ ਹੈ। ਇਲੈਕਸ਼ਨਸ ਕੈਨੇਡਾ ਜੀ ਉਹ ਤਿਆਰੀ ਕਰ ਰਿਹਾ ਆਪਦੀ। ਉਹਨਾਂ ਨੇ ਇਹ ਕਿਹਾ ਕਿ ਅੱਗੇ ਤਾਂ ਸਿਰਫ ਇੱਕ ਦਿਨ ਵੋਟਾਂ ਪੈਂਦੀਆਂ ਨੇ ਤਰਨ, ਮੰਡੇ ਨੂੰ ਪੈਂਦੀਆਂ ਹੁੰਦੀਆਂ ਮੋਸਟਲੀ, ਤੇ ਇਸ ਵਾਰੀ ਉਹਨਾਂ ਨੇ ਕਿਹਾ ਵੀ ਵੀਕਐਂਡ ਦੇ ਉੱਤੇ ਵੋਟਾਂ ਪੈਣਗੀਆਂ, 2 ਦਿਨਾਂ ਵਾਸਤੇ ਪਿਆ ਕਰਨਗੇ, ਪੈਣਗੀਆਂ। ਚਾਂਸਸ ਇਹ ਆ, ਹੋ ਸਕਦਾ ਇਹ ਦੋ ਵੀ ਵੱਧ ਹੋਵੇ। ਤੇ ਮੇਲ ਇਨ ਬੈਲਟਸ ਉਹ ਵੀ ਆਉਣਗੇ, ਤੇ ਮੇਲ ਬੈਲਟਸ ਦੀ ਗੱਲ ਉਹਨਾਂ ਨੇ ਇਹ ਗੱਲ ਕਹੀ ਹੈ ਕਿ ਜਦੋਂ ਇਲੈਕਸ਼ਨ ਡੇਟ ਤੋਂ ਪਹਿਲਾਂ ਮੇਲ ਇਨ ਬੈਲਟ ਮੇਲ ਕਰ ਦਿੱਤਾ ਗਿਆ ਤੇ ਇਲੈਕਸ਼ਨ ਡੇਟ ਤੱਕ ਨਹੀਂ ਪਹੁੰਚਿਆ ਤੇ ਉਸ ਤੋਂ ਬਾਅਦ ਵੀ ਪਹੁੰਚਦਾ ਤਾਂ ਉਹਦੀ ਗਿਣਤੀ ਕੀਤੀ ਜਾਵੇਗੀ। ਸੋ ਇਲੈਕਸ਼ਨ ਦੇ ਰਿਜ਼ਲਟਸ ਆ ਉਹ ਡਿਲੇ ਹੋ ਸਕਦੇ ਨੇ। ਸਭ ਤੋਂ ਜ਼ਿਆਦਾ ਅੱਖਾਂ ਇਸ ਵੇਲੇ ਨਿਊ ਬਰੰਜ਼ਵਿਕ ਉੱਤੇ ਲੱਗੇ ਹਨ। ਉਸ ਵੇਲੇ ਇਸ ਵੇਲੇ ਤਾਂ ਇਲੈਕਸ਼ਨ ਚੱਲ ਰਹੀ ਹੈ, ਛੋਟਾ ਸੂਬਾ, ਪਰ COVID-19 ਦੇ ਵਿੱਚ ਉਹ ਇਲੈਕਸ਼ਨ ਕਾਲ ਹੋਈ ਹੈ ਉੱਥੇ ਇਲੈਕਸ਼ਨਸ ਕੈਨੇਡਾ ਨਿਗਾਹ ਰੱਖ ਰਿਹਾ ਵੀ ਅਸੀਂ ਉਹਨੂੰ ਕਿਵੇਂ ਹੈਂਡਲ ਕਰਦੇ ਹਾਂ। ਜੇ ਉੱਥੇ ਕਾਮਯਾਬ ਹੋ ਜਾਂਦਾ ਤਾਂ ਜਿਹੜੀ ਇਲੈਕਸ਼ਨ ਹੋਏਗੀ ਜੀ ਘੱਟੋ ਘੱਟ 2 ਦਿਨ ਵੋਟਾਂ ਪੈਣਗੀਆਂ ਤੇ ਮੇਲ ਇਨ ਬੈਲਟਸ ਦੇ ਨਾਲ ਤੁਸੀਂ ਵੋਟ ਵੀ ਪਾ ਸਕੋਗੇ। ਬਿਲਕੁਲ ਸਰ, ਇਸ ਵਕਤ ਜੋ ਇੱਕ ਸਰਵੇਖਣ ਸਾਹਮਣੇ ਆਇਆ, ਕਹਿੰਦੇ ਬਹੁਤੇ ਕੈਨੇਡੀਅਨਸ ਨੂੰ ਨਹੀਂ ਪਤਾ ਕੰਜ਼ਰਵੇਟਿਵ ਦੇ ਜੋ ਨਵੇਂ ਲੀਡਰ ਚੁਣੇ ਗਏ ਨੇ ਮਿਸਟਰ ਟੂਲ, ਉਹ ਕੌਣ ਨੇ। ਸੋ ਇਸ ਚੀਜ਼ ਦਾ ਵੀ ਫਾਇਦਾ ਮਿਸਟਰ ਟਰੂਡੋ ਨੂੰ ਮਿਲ ਸਕਦਾ। ਉਧਰ ਦੂਜੇ ਪਾਸੇ ਬੈਨੀਫਿਟਸ ਨੂੰ ਲੈ ਕੇ ਕੈਨੇਡੀਅਨਸ ਵੈਸੇ ਹੀ ਸਰਕਾਰ ਦੀ ਕਾਫੀ ਵਾਹਵਾ ਕਰ ਚੁੱਕੇ ਨੇ। ਹਾਲਾਂਕਿ ਵੀ ਚੈਰਿਟੀ ਦੇ ਮਾਮਲੇ ਵਿੱਚ ਸਰਕਾਰ ਕਾਫੀ ਘਿਰੀ ਆ। ਤੁਹਾਨੂੰ ਲੱਗਦਾ ਕਿ ਇਹ ਚੀਜ਼ਾਂ ਦਾ ਐਡਵਾਂਟੇਜ ਵੀ ਮਿਸਟਰ ਟਰੂਡੋ ਚੁੱਕ ਸਕਦੇ ਨੇ ਤੇ ਚੋਣਾਂ ਦਾ ਐਲਾਨ ਕਰ ਸਕਦੇ ਨੇ? ਸਹੀ ਗੱਲ ਆ ਤਰਨ, ਇਸ ਵੇਲੇ ਚਾਹੇ ਕੁਝ ਵੀ ਆ, ਵੀ ਚੈਰਿਟੀ ਦਾ ਜੋ ਕੁਝ ਵੀ ਕਲੇਸ਼ ਪਿਆ ਹੋਇਆ ਉਹਦੇ ਕਾਰਨ ਵੀ ਸਟਿਲ ਜਿਹੜੇ ਲਿਬਰਲਸ ਨੇ ਉਹ ਸਮਵੇਅਰ ਔਨ 38% ਹੈਗੇ, ਉਹਨਾਂ ਦੀ ਪੋਪੂਲੈਰਿਟੀ ਹੈਗੀ ਆ, ਤੇ ਜਿਹੜੇ ਕੰਜ਼ਰਵੇਟਿਵਸ ਨੇ ਉਹ ਤਕਰੀਬਨ 30% ਤੇ ਨੇ, NDP ਅਬਾਊਟ 17%, 33% ਹੈਗਾ ਬਲੈਕ ਬੈਕਵਾ। ਉਹਦੇ ਚ ਚਾਂਸਸ ਹੈਗੇ ਨੇ ਕਿਉਂਕਿ ਟਰੂਡੋ ਸਾਹਿਬ ਦੇ ਹੱਕ ਦੇ ਵਿੱਚ ਬਹੁਤ ਲੋਕਾਂ ਨੇ ਜਿਨ੍ਹਾਂ ਨੂੰ CERB ਦਿੱਤਾ, ਜਿਨ੍ਹਾਂ ਨੂੰ ਰੈਂਟ ਕੰਟਰੋਲ ਦੇ ਵਿੱਚ ਸਹਾਇਤਾ ਮਿਲੀ ਹੈ, ਜਿਨ੍ਹਾਂ ਨੂੰ EMPLOYEES ਵਾਸਤੇ ਸਹਾਇਤਾ, ਜਾਣ ਦੇ ਖੁੱਲੇ ਗੱਫਿਆਂ ਨਾਲ ਪੈਸੇ ਵੰਡੇ ਗਏ ਨੇ। ਔਰ ਮੈਂ ਇਸ ਗੱਲ ਨੂੰ ਮਾੜਾ ਨਹੀਂ ਜੀ ਸਮਝਦਾ, ਚੰਗੀ ਗੱਲ ਕੀਤੀ ਹੈ ਸਰਕਾਰ ਨੇ, ਕਿਉਂਕਿ ਨਹੀਂ ਤਾਂ ਐਨਆਰਕੀ ਹੋ ਜਾਣੀ ਸੀ, ਇਹਨਾਂ ਬੰਦੇ ਨੂੰ ਅਫਸੋਸ ਹੋਣਾ ਜਾਂਦਾ ਮੈਂ ਕਰਾਂਗਾ ਕਿ ਉਹ ਗੱਲਾਂ ਨਹੀਂ ਹੋਣਤੀਆਂ। ਸਰਕਾਰ ਨੇ ਇਸ ਗੱਲ ਦੀ ਬੜੀ ਵੱਡੀ ਗਰੰਟੀ ਲਈ, ਜਿਹਦੇ ਕਰਕੇ ਟਰੂਡੋ ਸਾਹਿਬ ਪਪੂਲਰ ਨੇ। ਔਰ ਜਿਹੜਾ ਵੀ ਚੈਰਿਟੀ ਦਾ ਜਿਹੜਾ ਕੇਸ ਹੈ ਤਰਨ, ਉਹਦੇ ਚ ਠੀਕ ਹੈ ਟਰੂਡੋ ਸਾਹਿਬ ਦੇ ਨਾਲ ਨਾਂ ਲੱਗ ਰਿਹਾ, ਪਰ ਜੇ ਟਰੂਡੋ ਸਾਹਿਬ ਦੀ ਮਦਰ ਨੇ ਕੋਈ ਗੱਲ ਕੀਤੀ ਹੈ ਜਾਂ ਟਰੂਡੋ ਸਾਹਿਬ ਦੇ ਭਰਾ ਨੇ ਕੋਈ ਗੱਲ ਕੀਤੀ ਹੈ ਤਾਂ ਉਹਦਾ ਅਸਰ ਇੱਥੋਂ ਦੇ ਮਾਹੌਲ ਦੇ ਵਿੱਚ
ਬਹੁਤਾ ਨਹੀਂ ਹੁੰਦਾ। ਜਿਹੜੇ ਇਹਨਾਂ ਦੇ ਫਾਈਨੈਂਸ ਮਿਨਿਸਟਰ ਸੀਗੇ ਉਹਨਾਂ ਤੇ ਅਸਰ ਕਿਉਂ ਹੋਇਆ? ਕਿਉਂਕਿ ਉਹਨਾਂ ਨੇ ਆਪ ਟ੍ਰਿਪ ਲਿਆ ਸੀਗਾ, $40,000 ਦਾ ਟ੍ਰਿਪ ਸੀਗਾ ਜੀ ਉਹਨਾਂ ਦਾ ਗਿਆ ਹੋਇਆ, ਔਰ ਜਿਹਦੇ ਚ ਉਹਨਾਂ ਨੇ ਜਦੋਂ ਪੇਸ਼ ਹੋਣਾ ਸੀ ਕਮੇਟੀ ਦੇ ਮੋਹਰੇ ਉਦੋਂ ਉਹਨਾਂ ਨੇ ਪੈਸੇ ਮੋੜੇ ਸੀਗੇ। ਸੋ ਡਾਇਰੈਕਟਲੀ ਉਹਨਾਂ ਨਾਲ ਸੰਬੰਧ ਸੀਗਾ, ਇਸੇ ਕਰਕੇ ਉਹਨਾਂ ਨੂੰ ਅਸਤੀਫਾ ਦੇਣਾ ਪਿਆ। ਮੈਨੂੰ ਨਹੀਂ ਲੱਗਦਾ ਟਰੂਡੋ ਸਾਹਿਬ ਦੀ ਇਸ ਮਾਮਲੇ ਦੇ ਵਿੱਚ ਕਿੰਨੀ ਕੁ ਪੋਪੂਲੈਰਿਟੀ ਡਾਊਨ ਜਾਏਗੀ ਔਰ ਐਰਨ ਓਟੂ ਸਾਹਿਬ ਇਸ ਚੀਜ਼ ਨੂੰ ਕਿੰਨਾ ਕੁ ਕੈਸ਼ ਕਰ ਸਕਣਗੇ। ਬਿਲਕੁਲ ਜੀ, ਉਧਰ ਥੋੜਾ ਜਿਹਾ ਟਰੰਪ ਐਡਮਿਨਿਸਟ੍ਰੇਸ਼ਨ ਵਾਲਾ ਸੀ ਚੱਲ ਜੀ, ਤਾਂ ਮਿਸਟਰ ਟਰੰਪ ਦੇ ਜਿਹੜੇ ਐਡਵਾਈਜ਼ਰ ਨੇ ਉਹਨਾਂ ਨੇ ਕਿਹਾ ਕਿ ਕੈਨੇਡੀਅਨ ਮਿਲਟਰੀ ਨੂੰ ਲੈ ਕੇ ਜੋ ਵੀ ਉਹਨਾਂ ਦੇ ਬਿਆਨ ਇਸ ਵਕਤ ਸਾਹਮਣੇ ਆ ਰਿਹਾ, ਆਲੋਚਨਾ ਹੋ ਰਹੀ ਉਹਨਾਂ ਦੇ ਬਿਆਨ ਦੀ, ਉਹਨਾਂ ਦਾ ਕਹਿਣਾ ਸੀਗਾ ਕਿ ਮੈਂ ਤਾਂ ਇਹ ਜਿਹਾ ਬਿਆਨ ਕੋਈ ਦਿੱਤਾ ਹੀ ਨਹੀਂ, ਮੇਰੇ ਬਿਆਨ ਨੂੰ ਬਲਕਿ ਤੋੜ ਮਰੋੜ ਕੇ ਪੇਸ਼ ਕੀਤਾ ਗਿਆ। ਦੇਖੋ ਜੀ, ਜੋ ਮਰਜ਼ੀ ਕਹੀ ਚੱਲਣ, ਦਿਸ ਇਜ਼ ਅ ਰਿਕਾਰਡਡ ਥਿੰਗ, ਇਹ ਰਿਕਾਰਡ ਹੋਈ ਹੈ, ਇਹਦੀ ਆਵਾਜ਼ ਰਿਕਾਰਡ ਹੋਈ ਹੈ ਜੀ। ਇਹ ਕਿਉਂਕਿ ਹੁਣ ਹਾਲਾਤ ਇਹ ਆਏ ਹੋਏ ਆ, ਟਰੰਪ ਐਡਮਿਨਿਸਟ੍ਰੇਸ਼ਨ ਦੇ ਨਾਲ ਕੋਈ ਵੀ ਬੰਦਾ ਸੰਬੰਧਿਤ ਹੈਗਾ, ਜਿਵੇਂ ਝੂਠ ਲੈਣ ਦਾ, ਝੂਠ ਬੋਲਣ ਦਾ ਠੇਕਾ ਲਿਆ ਹੁੰਦਾ ਇਹਨਾਂ ਦੇ, ਇਉਂ ਚੱਲਿਆ। ਕਿਉਂਕਿ ਜਿਹੜੇ ਟਰੰਪ ਸਾਹਿਬ ਆ ਉਹ ਵੀ ਝੂਠ ਦੇ ਫੱਟੇ ਚੱਕੇ ਤੁਰੇ ਜਾਂਦੇ ਆ ਜੀ। ਐਂਡ ਜਿਹੜੇ ਉਹਨਾਂ ਦੇ ਨਾਲ ਦੇ ਆ, ਆਹ ਜਿਹੜੇ ਭਾਈ ਸਾਹਿਬ ਸੀਗੇ ਜੀ, ਨਵਾਇਰੋ ਸਾਹਿਬ, ਇਹਨਾਂ ਨੇ ਐਸੀ ਗੱਲ ਕਹੀ ਔਰ ਇਹਨਾਂ ਨੇ ਸੱਚੀ ਕੈਨੇਡੀਅਨਸ ਦੀ ਦੁੱਖ ਦੀ ਰਗ ਉੱਤੇ ਹੱਥ ਧਰਿਆ। ਅਸੀਂ ਨਾਲ ਬਰਾਬਰ ਮੋਢਾ ਰੱਖ ਕੇ ਖੜਦੇ ਹਾਂ ਜੀ। ਜਦੋਂ ਕਿਤੇ US ਕੋਈ ਵੀ ਗੱਲ ਕਰਦਾ, ਕਿਤੇ ਵੀ ਐਕਸ਼ਨ ਲੈਂਦਾ, ਮੋਸਟਲੀ ਸਾਡਾ ਕੰਟਰੀ ਪਹਿਲਾਂ ਹੁੰਦਾ ਜਿਹੜਾ ਸਪੋਰਟ ਕਰਦਾ ਇਸ ਗੱਲ ਦੀ ਕਿ US ਨੇ ਦੇ ਨਾਲ ਅਸੀਂ ਖੜੇ ਹਾਂ। ਕੱਲਾ US ਕੁਝ ਵੀ ਨਹੀਂ ਹੈ, ਜਦ ਤੱਕ ਤੁਸੀਂ ਵਰਲਡ ਲੈਵਲ ਦੇ ਉੱਤੇ ਬਾਕੀ ਦੇ ਕੰਟਰੀ ਤੁਹਾਡੇ ਨਾਲ ਨਹੀਂ ਰਲਦੇ, ਉਦੋਂ ਤੱਕ ਤੁਹਾਨੂੰ ਕੋਈ ਐਕਸ਼ਨ ਲੈਣਾ ਬੜਾ ਮੁਸ਼ਕਲ ਹੋ ਜਾਂਦਾ। ਜਿਹੜੀ ਗੱਲ ਕੀਤੀ ਹੈ ਜੀ, ਇਹਦਾ ਦੁੱਖ ਲੱਗਾ ਜੀ। ਰਿਕ ਹੀਲੀਅਰ ਸਾਹਿਬ ਨੇ ਅੱਜ, ਜਿਹੜੇ ਸਾਡੇ ਪੁਰਾਣੇ ਚੀਫ ਆਫ ਦਾ ਆਰਮੀ ਸਟਾਫ ਸੀਗੇ ਜੀ, ਉਹਨਾਂ ਨੇ ਇਸ ਬੰਦੇ ਨੂੰ ਇਡੀਅਟ ਕਿਹਾ ਔਨ ਸਾਡੇ ਮੇਨ ਸਟ੍ਰੀਮ ਚੈਨਲ ਦੇ ਉੱਤੇ ਜਾ ਕੇ ਕਿਹਾ, ਔਰ ਮੇਰਾ ਖਿਆਲ ਹੈ ਜੀ ਉਹਨਾਂ ਨੇ ਸਹੀ ਸ਼ਬਦ ਵਰਤੇ। ਬਿਲਕੁਲ ਜੀ, ਇਹਦੇ ਉੱਤੇ US ਐਮਬੈਸੀ ਦਾ ਵੀ ਹੁਣ ਇੱਕ ਬਿਆਨ ਸਾਹਮਣੇ ਆਇਆ। ਕੀ ਉਹ ਬਿਆਨ ਹੈ ਤੇ ਇਹਦੇ ਬਾਰੇ ਗੱਲ ਕਰਾਂਗੇ। ਇੱਕ ਛੋਟੇ ਜਿਹੇ ਬ੍ਰੇਕ ਲਈ ਇੱਥੇ ਰੁਕ ਰਹੇ ਹਾਂ, ਵਾਪਸ ਆ ਰਹੇ ਹਾਂ। ਇਸ ਤਰ੍ਹਾਂ ਦੀ ਹੈ ਕੈਨੇਡਾ ਵਿੱਚ ਕਿਸਾਨ ਦੀ ਜ਼ਿੰਦਗੀ। ਕੈਨੇਡਾ 'ਚ ਖੇਤੀ ਕਰਨੀ ਸੌਖੀ ਆ ਜਾਂ ਪੰਜਾਬ 'ਚ ਜ਼ਿਆਦਾ ਸੌਖੀ ਆ? ਕੈਨੇਡਾ ਦੇ ਵਿੱਚ ਸੌਖੀ ਹੈ ਕਿਉਂਕਿ ਸਾਨੂੰ ਕੋਈ ਕੁੱਟ ਨਹੀਂ ਪੈਂਦੀ ਉੱਥੇ, ਤੇ ਫਾਰਮਰਾਂ ਨੂੰ ਜੁੱਤੀਆਂ ਪੈਂਦੀਆਂ ਵਾ, ਪਰ ਇੱਥੇ ਸਾਡੇ ਸਾਹ ਨਹੀਂ ਸੁੱਕਦੇ ਕਿਉਂਕਿ ਸਾਡੀ ਸਾਰੀ ਜਿਹੜੀ ਵੀ ਫਸਲ ਆ ਉਹ ਸਾਰੀ ਇੰਸ਼ੋਰਡ ਹੁੰਦੀ ਹੈ। ਉਹ ਕੰਪੇਅਰ ਟੂ ਇੰਡੀਆ ਤਾਂ ਮਿਲੀਅਨ ਟਾਈਮਸ ਬੈਟਰ ਰਿਸਪੈਕਟ ਆ ਜਿਹੜੀ ਉਹ ਤੁਹਾਨੂੰ ਸਾਨੂੰ ਮਿਲਦੀ ਹੈ। ਆਧੁਨਿਕ ਟਰੈਕਟਰਾਂ ਤੇ ਮਸ਼ੀਨਾਂ ਦੇ ਨਾਲ ਕਿਵੇਂ ਹੁੰਦੀ ਹੈ ਖੇਤੀ? ਕੋਈ ਵਾਲਾ ਟਰੈਕਟਰ ਬਹੁਤ ਸੋਹਣਾ, ਕਿਵੇਂ ਜਾਣ ਸਕਦੀ ਹੈ ਵੀ ਕੀਮਤ ਕਿੰਨੀ ਕੁ ਹੋ ਸਕਦੀ ਹੈ? 3.5 ਲੱਖ ਤੋਂ 4 ਲੱਖ ਦੇ ਵਿੱਚ ਜਿਹੜੇ ਬ੍ਰਾਂਡ ਨਿਊ। ਕਦੇ ਟੋਚਨ ਵਾਲਾ ਸਿਸਟਮ ਵੀ ਹੋਇਆ ਇੱਥੇ ਕਿ ਟੋਚਨ ਪਾਪਾ ਕਦੇ ਵੇਖੇ ਹੋਣ ਟਰੈਕਟਰਾਂ ਦੇ ਵਿੱਚ? ਨਹੀਂ ਜੀ, ਟੋਚਨ ਪਾ ਕੇ ਅਸੀਂ ਤਾਂ ਅਫੋਰਡ ਹੀ ਨਹੀਂ ਕਰ ਸਕਦੇ ਇਹਨਾਂ ਨੂੰ ਭੰਨਣਾ। ਜਿੰਨਾ ਵੀ ਮੇਰੀ ਆਮਦਨ ਆ, ਜਿੰਨੀ ਵੀ ਮੇਰੀ ਪ੍ਰੋਫਿਟਸ ਆ, ਸਾਰੇ ਉਹ ਮੇਰੇ ਇਹਨਾਂ ਟੂਲਾਂ ਦੇ ਵਿੱਚ ਹੀ ਚਲੇ ਜਾਂਦੇ ਆ। ਕਰਵਾਵਾਂਗੇ ਕੈਨੇਡਾ ਦੇ ਖੇਤਾਂ ਦੀ ਸੈਰ। ਇਸ ਵਕਤ ਗੱਲ ਕੀਤੀ ਜਾਵੇ ਤਾਂ ਕਿੰਨੇ ਕੁ ਖਿੱਤੇ ਵਿੱਚ, ਕਿੰਨੇ ਏਰੀਆ ਵਿੱਚ ਤੁਸੀਂ ਖੇਤੀਬਾੜੀ ਕਰ ਰਹੇ ਹੋ ਰਾਈਟ ਨਾਓ? ਅਸੀਂ ਰਾਈਟ ਨਾਓ ਅਬਾਊਟ 500 ਏਕੜ ਦੇ ਵਿੱਚ 500 ਕਿੱਲਾ ਦੇ ਖੇਤੀ ਕਰਦੇ ਹਾਂ ਜੀ। ਜਾਣਨ ਲਈ ਦੇਖੋ ਹਮਦਰਦ ਟੀਵੀ ਦਾ ਪ੍ਰੋਗਰਾਮ ਲਾਈਫ ਇਨ ਕੈਨੇਡਾ। ਬ੍ਰੇਕ ਤੋਂ ਬਾਅਦ ਇੱਕ ਵਾਰ ਫਿਰ ਤੋਂ ਤੁਹਾਡਾ ਸਭ ਦਾ ਸਵਾਗਤ ਹੈ ਤੇ ਗੱਲਬਾਤ ਕਰ ਰਹੇ ਹਾਂ ਅੱਜ ਨਿਊਜ਼ ਐਂਡ ਵਿਊਜ਼ ਦੇ ਵਿੱਚ ਵੱਖ-ਵੱਖ ਮੁੱਦਿਆਂ ਤੇ। ਸਰ, ਗੱਲਬਾਤ ਕਰ ਸੀ ਟਰੰਪ ਸਾਹਿਬ ਦੇ ਐਡਵਾਈਜ਼ਰ ਦੇ ਵੱਲੋਂ ਜੋ ਕੈਨੇਡੀਅਨ ਮਿਲਟਰੀ ਦੀ ਨਿਖੇਧੀ ਕੀਤੀ ਗਈ ਆ, ਉੱਥੇ ਸੁਣਨ ਚ ਆਇਆ ਕਿ US ਐਮਬੈਸੀ ਨੇ ਇਸ ਤੋਂ ਬਿਲਕੁਲ ਉਲਟ ਆਪਣੀ ਬਿਆਨ ਦਿੱਤੇ ਆ। ਹਾਂ ਤਰ੍ਹਾਂ ਦੇਖੋ, ਇਹ ਡਿਪਲੋਮੈਸੀ ਹੈ ਜੀ। US ਐਮਬੈਸੀ ਦਾ ਜਿਹੜਾ ਅੱਜ ਬਿਆਨ ਆਇਆ ਜੀ, ਉਹਨਾਂ ਨੇ ਇਸ ਗੱਲ ਨੂੰ ਮੰਨਿਆ ਕਿ ਹਾਂ ਕੈਨੇਡੀਅਨ ਜਿੱਥੇ ਵੀ ਸਾਡੇ ਨਾਲ ਜਾਂਦੇ ਆ, ਹਰ ਥਾਂ ਤੇ ਗਏ ਆ, ਮੋਢਾ ਨਾਲ ਮੋਢਾ ਲਾ ਕੇ ਜਾਂਦੇ। ਸਾਡੇ 2001 ਤੋਂ 2014 ਤੱਕ ਤਕਰੀਬਨ ਅਸੀਂ 40,000 ਆਪਦਾ ਫੌਜੀ ਭੇਜਿਆ ਜੀ, ਜਿਸ ਚੋਂ ਮੇਰੇ ਖਿਆਲ 189 ਸ਼ਹੀਦ ਹੋਏ ਨੇ ਜੀ। ਔਰ ਸਾਡਾ ਉਹ 'ਚ ਕੋਈ ਮਤਲਬ ਵੀ ਨਹੀਂ ਸੀਗਾ ਜੇ ਸੋਚਿਆ ਜਾਵੇ। ਅਸੀਂ ਜਦ ਨਮੋਡਲਾ ਇਸ ਗੱਲ ਨੂੰ US ਐਮਬੈਸੀ ਨੇ ਅੱਜ ਡਿਪਲੋਮੈਟਿਕ ਤੌਰ ਦੇ ਉੱਤੇ ਬਿਲਕੁਲ ਸਹੀ ਬਿਆਨ ਆਇਆ ਜੀ। ਉਹਨਾਂ ਨੇ ਇਸ ਗੱਲ ਨੂੰ ਮੰਨਿਆ, ਔਰ ਜਿਹੜਾ ਉਹਨਾਂ ਦਾ ਮੰਨਣਾ ਇਟ ਮੀਨਸ ਜਿਹੜਾ ਨਿਕ ਨਵੈਰੋ ਨੇ ਜੋ ਕੁਝ ਕਿਹਾ ਸੀਗਾ ਉਹ ਬਿਲਕੁਲ ਗਲਤ ਸੀਗਾ ਜੀ। ਬਿਲਕੁਲ ਜੀ। ਤੇ ਉਧਰ ਮੈਲਾਨੀਆ ਟਰੰਪ ਦੇ ਸਪੀਚ ਰਾਈਟਰ ਨੇ ਕਹਿੰਦੇ ਮੁਆਫੀ ਮੰਗੀ ਅੱਗੇ ਵੱਧ ਕੇ, ਕੀ ਮਾਮਲਾ ਹੋ ਗਿਆ? ਦੇਖੋ ਜੀ, ਮਾਫੀ ਤਾਂ ਚਲੋ ਚੰਗਾ, ਕਿਸੇ ਨੇ ਤਾਂ ਟਰੰਪ ਵਾਲੇ ਪਾਸੋਂ ਮਾਫੀ ਤਾਂ ਮੰਗੀ ਵੀ ਮੈਂ ਗਲਤੀ ਕਰ ਲਈ ਸੀ ਜੀ। ਇਹ ਗੱਲ ਦਾ ਪਤਾ ਲੱਗੇ ਕਰਕੇ ਮਾਫੀ ਮੰਗੀ ਹੈ, ਅਦਰਵਾਈਜ਼ ਹੋ ਸਕਦਾ ਨਾ ਹੀ ਮੰਗੀ ਜਾਂਦੀ। ਮੈਲਾਨੀਆ ਟਰੰਪ ਨੇ ਜਿਹੜੀ ਹੁਣ ਸਪੀਚ ਦਿੱਤੀ ਹੈ ਜੀ, ਉਹਦੇ ਵਿੱਚੋਂ ਬਹੁਤ ਐਸੀ ਕੋਟੇਸ਼ਨ ਐਸੀਆਂ ਸੀਗੀਆਂ ਜਿਹੜੀਆਂ ਕਿ ਮਿਸ਼ੇਲ ਓਬਾਮਾ ਨੇ ਜਿਹੜੀ 2008 ਦੇ ਵਿੱਚ ਡੈਮੋਕ੍ਰੈਟਿਕ ਕਨਵੈਨਸ਼ਨ ਦੇ ਵਿੱਚ ਸਪੀਚ ਦਿੱਤੀ ਸੀ, ਉਹਦੇ ਨਾਲ ਮਿਲਦੇ ਜੁਲਦੇ ਸੀ। ਜਿਹੜੇ ਲੋਕ ਨੇ ਉਹ ਕੰਮ ਜਿਹੜੇ ਕਰਦੇ ਨੇ ਜੀ, ਉਹਨਾਂ ਨੇ ਜਦੇ ਲੱਭ ਲਿਆ, ਔਰ ਚ ਬਹੁਤ ਖਾਸਾ ਕੁਝ ਉਹਦੇ ਨਾਲ ਰਲਦਾ ਸੀਗਾ। ਤੇ ਜਦੋਂ ਹੁਣ ਪਤਾ ਲੱਗਿਆ, ਰੌਲਾ ਪੈ ਗਿਆ ਜੀ, ਤਾਂ ਉਹਨੇ ਆਫਰ ਕੀਤਾ ਜੀ ਮੈਂ ਮਾਫੀ ਮੰਗਦੀ ਹਾਂ ਇਸ ਗੱਲ ਦੀ। ਉਹਨੇ ਆਪਦਾ ਰੈਸਿਗਨੇਸ਼ਨ ਵੀ ਦਿੱਤਾ
ਮਲੇਨੀਆ ਟਰੰਪ ਨੂੰ ਵੀ ਮੈਂ ਇਸ ਮਾਮਲੇ ਦੇ ਵਿੱਚ ਮੇਰੀ ਗਲਤੀ ਹੈ। ਤੇ ਪਰ ਉਹਨਾਂ ਨੇ ਟਰੰਪ ਜਿਹੜਾ ਹੈਗਾ ਜੀ ਪਰਿਵਾਰ, ਉਹਨੇ ਕਹੀ ਨਹੀਂ ਤੈਨੂੰ ਅਸਤੀਫਾ ਦੇਣ ਦੀ ਕੋਈ ਲੋੜ ਨਹੀਂ ਹੈ। ਉਹ ਕਹਿੰਦੀ ਮਲੇਨੀਆ ਕਹਿੰਦੀ ਮੈਨੂੰ ਤਾਂ ਮਿਸ਼ੇਲ ਓਬਾਮਾ ਚੰਗੀ ਹੀ ਬੜੀ ਲੱਗਦੀ ਸੀ, ਜਦੋਂ ਮੈਂ ਇਹਨਾਂ ਡਿਸਕਸ ਕਰ ਰਹੀ ਸੀ ਤਾਂ ਮੈਂ ਕੁਝ ਗੱਲਾਂ ਉਹ ਕਹੀਆਂ ਸੀਗੀਆਂ ਇਹਨੂੰ ਤੇ ਜਿਹੜੀਆਂ ਕਿ ਨੇ ਉਹਦੇ ਵਿੱਚ ਆਦੀਆਂ ਨੇ। ਪਰ ਲੱਗਦਾ ਜੀ ਗਿਣੀ ਮਿੱਥੀ ਗੱਲ ਹੀ ਹੈਗੀ ਆ, ਮੱਥ ਕੇ ਕੀਤੀ ਗਈ ਹੋਵੇਗੀ, ਇਸੇ ਕਰਕੇ ਉਹਦਾ ਅਸਤੀਫਾ ਨਹੀਂ ਪ੍ਰਵਾਨ ਕੀਤਾ ਜਾ ਰਿਹਾ। ਸਰ ਅੱਜ ਕੱਲ੍ਹ ਸਪੀਚਾਂ ਵੀ ਕਾਫੀ ਵਿਵਾਦਾਂ ਵਿੱਚ ਆ ਜਾਂਦੀਆਂ ਨੇ, ਮਤਲਬ ਕਿ ਕਿਸੇ ਟਾਈਮ ਮਿਸਟਰ ਮੋਦੀ ਦੀ ਸਪੀਚ ਨੂੰ ਲੈ ਕੇ ਹੁੰਦਾ, ਕਦੇ ਰਾਹੁਲ ਗਾਂਧੀ ਦੀ ਸਪੀਚ ਨੂੰ ਲੈ ਕੇ ਹੁੰਦਾ। ਅਸੀਂ ਮਿਸਟਰ ਬਾਈਡਨ ਦੀ ਗੱਲ ਆਖੀ, ਉਹਨਾਂ ਦੀ ਸਪੀਚ ਦਾ ਵੀ ਕੰਪੈਰੀਜ਼ਨ ਹੋਇਆ ਸੀ ਕੈਨੇਡੀਅਨ ਮਿਨਿਸਟਰ ਦੇ ਨਾਲ। ਸੋ ਸਪੀਚ ਰਾਈਟਰ ਦੀ ਗਲਤੀ ਇੱਥੇ ਮੰਨੀ ਜਾਊਗੀ ਕਿ ਸਪੀਚ ਲਿਖਣ ਵੇਲੇ ਕੋਈ ਬਹੁਤੀ ਮਿਹਨਤ ਨਹੀਂ ਕਰਦੇ ਜਾਂ ਫਿਰ ਜ਼ਿਆਦਾਤਰ ਕਾਪੀ ਕਰਨ 'ਚ ਹੀ ਮਿਹਨਤ ਕਰਦੇ ਆ। ਅਸਲ ਤਰਨ ਗੱਲ ਪਤਾ ਕੀ ਹੈ, ਜਦੋਂ ਸਪੀਚ ਰਾਈਟਰ ਲਿਖਦਾ ਉਹ ਚਾਹੁੰਦਾ ਹੈ ਕਿ ਮੈਂ ਬੜੀ ਤਕੜੇ ਸ਼ਬਦ ਵਰਤੇ ਜਾਣ, ਤਕੜੇ ਫਿਕਰੇ ਵਰਤੇ ਜਾਣ, ਜਿਹਦੀ ਪੰਚ ਲਾਈਨ ਜਿਹਨੂੰ ਕਹਿੰਦੇ ਆ ਵੀ ਅਖੀਰਲੀ ਐਸੀ ਹੋਵੇ ਲੋਕੀ ਵਾਹ ਵਾਹ ਕਰ ਹਟਣ। ਔਰ ਉਹਦੇ ਵਿੱਚ ਮੈਨੂੰ ਇਉਂ ਲੱਗਦਾ ਹੈ ਕਿ ਜਿਹੜੀਆਂ ਪੰਚ ਲਾਈਨਸ ਵਾਲੀਆਂ ਲਾਈਨਾਂ ਨੇ ਉਹ ਸਰਟਨ ਲਿਮਿਟਡ ਹੀ ਨੇ, ਔਰ ਉਹ ਕਿਸੇ ਨਾ ਕਿਸੇ ਢੰਗ ਦੇ ਵਿੱਚ ਉਹ ਸ਼ਬਦਾਵਲੀ ਵਰਤੀ ਜਾਂਦੀ ਹੈ। ਜਦੋਂ ਉਹ ਸ਼ਬਦਾਵਲੀ ਵਰਤੀ ਜਾਂਦੀ ਹੈ ਤਾਂ ਉਹ ਕਿਸੇ ਨਾਲ ਮੇਲ ਖਾ ਜਾਂਦੀ ਹੈ, ਤਾਂ ਉਹਨੂੰ ਮੰਨ ਲਿਆ ਜਾਂਦਾ ਕਿ ਇਹਨੇ ਉਹਦੀ ਕਾਪੀ ਕੀਤੀ ਹੈ। ਔਰ ਜੇ ਕੋਈ ਮੰਨ ਲਵੇ, ਜਦੋਂ ਸਾਰੇ ਦਾ ਸਾਰਾ ਫਿਕਰਾ ਸੇਮ ਆਏਗਾ ਫੇਰ ਲੱਗੇਗਾ ਹਾਂ ਕਾਪੀ ਕੀਤੀ ਹੈ। ਜੇ ਉਹਨੂੰ ਕੁਝ ਤੋੜ ਮੋੜ ਕੇ ਕੁਝ ਵਾਧਾ ਘਾਟਾ ਕਰਕੇ ਸ਼ਬਦ ਉਹ ਵਰਤਲੇ ਜਾਣ ਇਹ ਨਹੀਂ ਪਤਾ ਲੱਗਦਾ ਹੈ। ਜਦਕਿ ਅੱਜ ਕੱਲ ਲੱਭਣਾ ਬੜਾ ਸੌਖਾ, ਤੁਸੀਂ ਕੰਪਿਊਟਰ ਤੇ ਹੱਥ ਮਾਰੋ, ਸਰਟਨ ਵਰਡਸ ਹੈਗੇ ਨੇ ਤੁਹਾਨੂੰ ਸਾਰੀਆਂ ਸਪੀਚਾਂ ਦੇ ਵਿੱਚ ਮੈਚ ਕਰਨਾ, ਇਟਸ ਨਾਟ ਹਾਰਡ ਟੂ ਫਾਈਂਡ ਨਾਓ। ਇਸੇ ਕਰਕੇ ਲੋਕੀ ਫੜੇ ਜਾ ਰਹੇ ਨੇ ਜੀ। ਓਨਟਾਰੀਓ ਦੇ ਪ੍ਰੀਮੀਅਰ ਦੀ ਥੋੜੀ ਜਿਹੀ ਗੱਲ ਕਰ ਲਈਏ। ਅੱਜ ਬਹੁਤ ਹੀ ਸਖਤ ਲਹਿਜ਼ੇ ਵਿੱਚ ਨਜ਼ਰ ਆਏ, ਟੀਚਰਸ ਦੇ ਉੱਤੇ ਆਪਣੀ ਭੜਾਸ ਕੱਢੀ ਹੈ ਤੇ ਕਿਹਾ ਹੈ ਕਿ ਬਸ ਇਸ ਤੋਂ ਬਾਅਦ ਹੁਣ ਬਰਦਾਸ਼ਤ ਨਹੀਂ ਹੋਏਗਾ। ਹਾਂਜੀ, ਉਹ ਅੱਜ ਥੋੜੀ ਦੇਰ ਪਹਿਲਾਂ ਹੀ ਖਬਰ ਆਈ ਹੈ, ਤਰਨ ਨੇ ਆਪਣੀ ਖਬਰਾਂ ਸ਼ੁਰੂ ਹੋਣ ਤੋਂ ਪਹਿਲਾਂ ਜੀ, ਤਾਂ ਹੀ ਅਸੀਂ ਡਿਸਕਸ ਕਰਨੀ ਚਾਹੁੰਦੇ ਹਾਂ ਜੀ। ਉਹ ਯੂਨੀਅਨਸ ਦੇ ਉੱਤੇ, ਟੀਚਰਸ ਦੇ ਉੱਤੇ ਬਹੁਤੇ ਖੁਸ਼ ਨਹੀਂ ਹੈ ਜੀ। ਉਹਨਾਂ ਨੇ ਕਿਹਾ ਵੀ ਮੈਂ ਜਿਹੜੀ ਮੇਰੀ ਪੇਸ਼ੈਂਸ ਹੈ ਇਟਸ ਰਨਿੰਗ ਆਊਟ, ਦੈਟਸ ਦ ਵਰਡਿੰਗ ਹੀ ਯੂਜ਼ਡ। ਕਾਰਨ ਕੀ ਹੈ ਜੀ, ਸਕੂਲ ਖੁੱਲਣ ਜਾ ਰਹੇ ਆ, ਸਰਕਾਰ ਕਹਿੰਦੀ ਹੈ ਖੁੱਲ ਰਹੇ ਆ ਤੇ ਯੂਨੀਅਨਸ ਨੇ ਕੁਛ ਨਾ ਕੁਛ ਹੈ ਕਿਸੇ ਕਿਸਮ ਦਾ ਰਿੜਕਾ ਡਹਿ ਰਿਹਾ ਜੀ। ਚਾਹੇ ਇਹ ਸੋਚਾ ਸਿਕਿਉਰਿਟੀ ਦੇ ਥਾਂ ਤੇ ਕੀਤਾ ਜਾ ਰਿਹਾ, ਵੀ ਕੋਵਿਡ-19 ਕਰਕੇ ਕੀਤਾ ਜਾਏ, ਕੁਛ ਨਾ ਕੁਛ ਜਾਣੀ ਦੀ ਇੱਕੋ ਲੈਵਲ ਤੇ ਸਰਕਾਰ ਤੇ ਯੂਨੀਅਨਸ ਨਹੀਂ ਹੈਗੀਆਂ ਨੇ। ਪਰ ਸਰਕਾਰ ਚਾਹੁੰਦੀ ਹੈ ਸਕੂਲ ਖੋਲਣੇ ਜੀ, ਤੇ ਅੱਜ ਉਹਨਾਂ ਨੇ ਗੱਲ ਕਹੀ ਹੈ ਵੀ ਜੋ ਕੁਛ ਮਰਜੀ ਹੈ, ਜੇ ਫਰੰਟ ਲਾਈਨ ਵਰਕਰਸ ਕੰਮ ਕਰ ਸਕਦੇ ਨੇ, ਫੋਰਸ ਆਫ ਦੀ ਵਰਡਿੰਗ ਹੈ ਜੀ। ਔਰ ਜੇ ਤੁਸੀਂ ਕਿਸੇ ਸਟੋਰ 'ਚ ਜਾਂਦੇ ਹੋ ਉੱਥੇ ਸਟੋਰ ਕਲਰਕਸ ਕੰਮ ਕਰ ਸਕਦੇ ਨੇ, ਜਿਹੜੇ ਕਿ 200 300 ਬੰਦਾ ਹਰ ਰੋਜ਼ ਜਿਹਦੇ ਨਾਲ ਉਹ ਡੀਲ ਕਰਦੇ, ਟੀਚਰਸ ਕਿਉਂ ਨਹੀਂ ਕਰ ਸਕਦੇ? ਇਹਦੇ ਮਾਮਲੇ ਟੀਚਰਸ ਦੇ ਜਦੋਂ ਟਵਿੱਟਰ ਆਉਣ ਲੱਗ ਪਏ ਜੀ, ਫੋਰਸ ਸਾਹਿਬ ਦੇ ਅਗੇਂਸਟ ਗੱਲਾਂ ਆਉਣ ਲੱਗ ਪਈਆਂ ਨੇ, ਬੜੀ ਗਰਮੀ ਹੋਈ ਹੈ ਜੀ। ਮੈਨੂੰ ਨਹੀਂ ਪਤਾ ਇਹ ਗੱਲ ਖੜੇਗੀ ਕਿੱਥੇ, ਪਰ ਮੈਨੂੰ ਲੱਗਦਾ ਕਿ ਕਨਫਰੰਟੇਸ਼ਨ ਹੋਏਗੀ ਜ਼ਰੂਰ। ਤੇ ਟੀਚਰਸ ਠੀਕ ਹੈ, ਯੂਨੀਅਨਸ ਬੜੀਆਂ ਸਟਰੋਂਗ ਨੇ, ਪਰ ਕਈ ਵਾਰੀ ਐਸੀ ਗੱਲ ਹੋ ਜਾਂਦੀ ਕਿ ਲੋਕ ਵੀ ਤੁਹਾਡੇ ਅਗੇਂਸਟ ਹੋਣ ਲੱਗ ਜਾਣਗੇ, ਕਿਉਂਕਿ ਜਿਨ੍ਹਾਂ ਦੇ ਬੱਚੇ ਘਰੇ ਨੇ ਉਹ ਭੇਜਣਾ ਚਾਹੁੰਦੇ ਨੇ, ਉਹਨਾਂ ਨੇ ਆਪ ਵੀ ਕੰਮਾਂ ਤੇ ਜਾਣਾ ਤੇ ਤੁਸੀਂ ਤੁਹਾਡੇ ਕਰਕੇ ਉਹ ਨਹੀਂ ਜਾ ਸਕਣਗੇ। ਯੂ ਗੈਟ ਟੂ ਡੂ ਸਮਥਿੰਗ। ਇਸ ਮਾਮਲੇ 'ਚ ਟੀਚਰਸ ਨੂੰ ਕੁਛ ਨਾ ਕੁਛ ਕਰਨਾ ਪਵੇਗਾ ਕਿ ਕਿਸੇ ਹਿਸਾਬ 'ਚ ਸਕੂਲ ਬੈਕ ਟੂ ਨਾਰਮਲ ਹੋ ਸਕਣ, ਜਾਂ ਜਿੰਨੇ ਵੀ ਖੁੱਲ ਸਕਣ। ਇੱਕ ਪਾਸੇ ਸਰਕਾਰ ਕਹਿ ਰਹੀ ਹੈ ਕਿ ਇਕਨੋਮੀ ਨੂੰ ਖੋਲਣ ਲਈ ਥੋੜੀ ਬਹੁਤ ਕੋਸ਼ਿਸ਼ਾਂ ਚੱਲ ਰਹੀਆਂ ਨੇ। ਇਕਨੋਮੀ ਤਾਂ ਹੀ ਖੁੱਲੇਗੀ ਜੇ ਅਦਾਰੇ ਖੁੱਲਣਗੇ, ਅਦਾਰੇ ਤਾਂ ਹੀ ਖੁੱਲਣਗੇ ਜੇ ਲੋਕੀ ਕੰਮਾਂ ਕਾਰਾਂ ਤੇ ਪਰਤਣਗੇ। ਬੱਚਿਆਂ ਨੂੰ ਵਿਚਾਰਿਆਂ ਨੂੰ ਘਰ ਵੀ ਛੱਡ ਕੇ ਨਹੀਂ ਜਾ ਸਕਦੇ ਹੈਗੇ, ਜੇ ਜਾਂਦੇ ਆ ਉੱਥੇ ਡੇ ਕੇਅਰ ਵਿੱਚ ਵੀ ਛੱਡ ਕੇ ਆਉਂਦੇ ਆ, ਉੱਥੇ ਵੀ ਕਿਹੜਾ ਤੁਸੀਂ ਸੇਫ ਉਹਨੂੰ ਫੀਲ ਕਰ ਸਕਦੇ ਹੋ। ਸੋ ਸਕੂਲਸ ਐਂਡ ਡੇ ਕੇਅਰ ਲਗਭਗ ਸੇਮ ਹੀ ਚੀਜ਼ ਹੋ ਸਕਦੀ ਹੈ। ਤਰਨ ਦੇਖੋ, ਵੀ ਹੈਵ ਟੂ ਲਰਨ ਟੂ ਲਿਵ ਵਿਦ COVID-19 ਟਿਲ ਵੀ ਗੈਟ ਅ ਵੈਕਸੀਨੇਸ਼ਨ ਫॉर दैट। ਔਰ ਇਹ ਇਟਸ ਅ ਫੈਕਟ, ਸਭ ਨੂੰ ਇਹ ਸੋਚ ਕੇ ਚੱਲਣਾ ਪੈਣਾ। ਅਸੀਂ ਹੁਣ ਜਿਹੜੇ ਬਾਹਰ ਅੰਦਰ ਆਉਂਦੇ ਜਾਂਦੇ ਆ, ਮਾਸਕ ਪਾਉਂਦੇ ਆ, ਸਭ ਕੁਝ ਕਰਦੇ ਆ, ਕੋਸ਼ਿਸ਼ ਕਰਦੇ ਆ ਹੱਥ ਧੋਤੇ ਜਾਣ, ਮੂੰਹ ਨੂੰ ਹੱਥ ਨਾ ਆਇਆ, ਹਰ ਕੋਈ ਬੰਦਾ ਇਹ ਕੋਸ਼ਿਸ਼ ਕਰ ਰਿਹਾ, ਬੱਸਾਂ 'ਚ ਲੋਕੀ ਸਫ਼ਰ ਕਰ ਰਹੇ ਨੇ, ਸਭ ਕੁਝ ਕਰ ਰਿਹਾ। ਸੋ ਟੀਚਰਸ ਨੂੰ ਕਿਤੇ ਮਾੜੀ ਮੋਟੀ ਗਿਵ ਐਂਡ ਟੇਕ ਕਰਨੀ ਪਏਗੀ। ਜੇ ਇੱਕੋ ਗੱਲ ਤੇ ਅੜੇ ਰਹਿ ਜਾਂਦੇ ਨੇ ਤਾਂ ਅਖੀਰ ਪੋਲੀਟੀਕਲੀ ਇਹਨਾਂ ਦੇ ਅਗੇਂਸਟ ਗੱਲ ਜਾਣੀ ਜੇ ਤੱਕ ਮੇਰਾ ਖਿਆਲ ਆ ਬਹੁਤੀ ਇਹਨਾਂ ਦੇ ਹੱਕ 'ਚ ਨਹੀਂ ਜਾਏਗੀ ਜੀ। ਬਿਲਕੁਲ। ਤੇ ਉਧਰ ਦੂਜੇ ਪਾਸੇ ਖਬਰ ਸਾਹਮਣੇ ਆ ਰਹੀ ਹੈ COVID-19 ਦੀ ਵੈਕਸੀਨ ਨੂੰ ਲੈ ਕੇ ਚਾਈਨਾ ਦੇ ਵਿੱਚ ਜੋ ਕੈਨੇਡਾ ਨੇ ਆਪਣਾ ਹਿੱਸਾ ਪਾਇਆ ਸੀ, ਤੇ ਹੁਣ ਸ਼ਿਪਮੈਂਟ ਦੀ ਜਦੋਂ ਗੱਲ ਆ ਰਹੀ ਹੈ ਤੇ ਸੁਣਨ ਚ ਆਇਆ ਕਿ ਚਾਈਨਾ ਨੇ ਦੋ ਟੁਕ ਜਵਾਬ ਦੇ ਦਿੱਤਾ ਹੈ। ਕੈਨਸਾਈਨੋ ਬਾਇਓਲੋਜਿਕਸ ਹੈ ਜਿਹਦੇ ਨਾਲ ਸਾਡੀ ਨੈਸ਼ਨਲ ਰਿਸਰਚ ਕਾਉਂਸਲ ਨੇ, ਜਿਹਦੇ ਨਾਲ ਸਾਡਾ ਇਹ ਸੌਦਾ ਹੋਇਆ ਸੀ, ਰਾਜੀਨਾਮਾ ਹੋਇਆ ਸੀਗਾ ਵੀ ਅਸੀਂ ਇਕੱਠੇ COVID-19 ਦੇ ਉੱਤੇ, ਵੈਕਸੀਨ ਦੇ ਉੱਤੇ ਸਰਚ ਕਰਾਂਗੇ। ਔਰ ਸਰਚ ਕੀਤੀ ਵੀ ਜਾ ਸੀ COVID-19 ਦਾ ਵੈਕਸੀਨ ਤਿਆਰ ਵੀ ਹੋਇਆ ਹੈ, ਜਿਹੜਾ ਕਿ ਇਸ ਵੇਲੇ ਚਾਈਨਾ 'ਚ ਪਿਆ, ਜਿਹੜਾ ਸਾਨੂੰ ਅਸੀਂ ਪਿਛਲੇ 3 ਮਹੀਨਿਆਂ ਤੋਂ ਉਡੀਕ ਰਹੇ ਹਾਂ ਸਾਡੇ ਆਉਣਾ ਸੀ। ਅੱਜ ਜਵਾਬ ਮਿਲ ਗਿਆ। ਕਿਉਂ ਜਵਾਬ? ਇਸ ਕਰਕੇ ਮਿਲਿਆ ਜੀ, ਕਹਿੰਦੇ ਜਿਹੜੀ ਸ਼ਿਪਮੈਂਟ ਉੱਥੇ 에ਅਰਪੋਰਟ ਤੇ ਪਈ ਸੀਗੀ, ਜਿਹੜੀ ਚਾਈਨੀਜ਼ ਗਵਰਨਮੈਂਟ ਆ ਉਹਨੂੰ ਇਜਾਜ਼ਤ ਨਹੀਂ ਦੇ ਰਹੀ ਜਾਣ ਵਾਸਤੇ। ਕਿਉਂ ਨਹੀਂ ਦੇ ਰਹੀ? ਉਹ ਆਪਾਂ ਹੁਣ ਸਭ ਨੂੰ ਪਤਾ ਕਿ ਜਿਹੜਾ ਹੁਆਵੇ ਦੀ ਫੜੀ ਹੋਈ ਆ ਉਹ
ਉਹਦੇ ਕਰਕੇ ਚਾਈਨਾ ਸਾਨੂੰ ਹੁਣ ਤੰਗ ਕਰਨ ਲੱਗਾ ਹੈ ਜੀ, ਜਿਹਦੇ ਕਰਕੇ ਜਿਹੜਾ ਇਹ ਪ੍ਰੋਜੈਕਟ ਸੀਗਾ ਸਾਡਾ ਨਾਲ ਪ੍ਰੋਜੈਕਟ ਜਿੱਥੇ ਅਸੀਂ ਪੈਸੇ ਲਾਏ ਆ, ਅਸੀਂ ਰਿਸਰਚ ਕੀਤੀ ਹੈ, ਉਹ ਸਾਰੇ ਦਾ ਸਾਰਾ ਪ੍ਰੋਜੈਕਟ ਇਸ ਵੇਲੇ ਚਾਈਨਾ ਲਈ ਬੈਠਾ ਜੀ। ਉਹ ਜਿਹੜਾ ਵੈਕਸੀਨ ਆ ਉਹ ਹੋਰ ਕੰਟਰੀਜ਼ ਦਾ ਸਪਲਾਈ ਕਰਨਾ ਸ਼ੁਰੂ ਕਰ ਦਿੱਤਾ ਜੀ ਉਹਨੇ, ਜਿੱਥੇ ਉਹਦੇ ਤੇ ਐਕਸਪੈਰੀਮੈਂਟਸ ਹੋ ਰਹੇ ਨੇ, ਪਰ ਉਹਨਾਂ ਨੇ ਸਾਨੂੰ ਜਿਹੜੇ ਅਸੀਂ ਨਾਲ ਲੱਗੇ ਹੋਏ ਸੀ, ਅਸੀਂ ਨਾਲ ਖਰਚਾ ਕੀਤਾ, ਸਾਨੂੰ ਇਸ ਗੱਲ ਦਾ ਬਿਲਕੁਲ ਜਵਾਬ ਦਿੱਤਾ ਜੀ ਉਹਨਾਂ ਨੇ। ਬਿਲਕੁਲ। ਉਧਰ ਸਰ US ਦੇ ਵਿੱਚ ਕੈਨੋਸ਼ਾ ਦੇ ਵਿੱਚ ਕਹਿੰਦੇ ਪ੍ਰੋਟੈਸਟਰਸ ਦੇ ਉੱਤੇ ਗੋਲੀ ਚੱਲ ਗਈ ਤੇ ਪੁਲਿਸ ਦੀ ਕਾਰਜ ਪ੍ਰਣਾਲੀ ਇਸ ਵਕਤ ਸਵਾਲਾਂ ਦੇ ਘੇਰੇ ਵਿੱਚ ਆ ਚੁੱਕੀ ਹੈ। ਤਰਨ ਲਾਸਟ ਨਾਈਟ ਹੀ ਸੀ, ਥੋੜੀ ਜਿਹੀ ਸ਼ਾਂਤੀ ਸੀਗੀ ਜਿਹੜੀ ਕੈਨੋਸ਼ਾ ਦੇ ਵਿੱਚ, ਜਿਹੜਾ ਕਿ ਇੱਕ ਕਾਲੇ ਨੂੰ ਜੀ ਗੋਲੀਆਂ ਮਾਰਤੀਆਂ ਗਈਆਂ ਸੀ, ਉਹਦੀ ਬੈਕ ਦੇ ਵਿੱਚ ਗੋਲੀਆਂ ਮਾਰੀਆਂ ਸੀਗੀਆਂ, ਔਰ ਉਹ ਵੀਡੀਓ ਇਸ ਵੇਲੇ ਮੇਰੇ ਕੋਲ ਸਭ ਨੇ ਦੇਖੀ ਹੋਈ ਜੀ। ਉਹ ਜਿਹੜੇ ਪ੍ਰੋਟੈਸਟ ਹੋ ਰਹੇ ਸੀ ਤਰਨ, ਇਹ ਬੜੀ ਵੱਡੀ ਗੱਲ ਹੈ, ਸੋਚਣ ਵਾਲੀ ਹੈ, ਇਹਨੂੰ ਟਵਿਸਟ ਕਿਵੇਂ ਦਿੱਤਾ ਜਾ ਰਿਹਾ। ਪ੍ਰੋਟੈਸਟ ਹੋ ਰਹੇ ਸੀ, ਇੱਕ ਪਾਸੇ ਪ੍ਰੋਟੈਸਟਰ ਖੜੇ ਨੇ, ਇੱਕ ਪਾਸੇ ਪੁਲਿਸ ਖੜੀ ਜੀ। ਪੁਲਿਸ ਵਾਲੀ ਸਾਈਡ ਦੇ ਉੱਤੋਂ ਇੱਕ 17 ਸਾਲ ਦਾ ਮੁੰਡਾ ਗਨ ਲੈ ਕੇ, ਲੌਂਗ ਗਨ ਹੈ ਜਿਹੜੀ, ਉਹ ਲੈ ਕੇ ਜੀ ਉਹਨਾਂ ਤੋਂ ਅੱਗੇ ਨਿਕਲ ਜਾਂਦਾ ਤੇ ਗੋਲੀ ਚਲਾਉਂਦਾ ਤੇ 2 ਬੰਦਿਆਂ ਦੀ ਜਾਂ ਮੇਰੇ ਖਿਆਲ 3 ਦੀ ਮੌਤ ਹੋ ਜਾਂਦੀ ਹੈ। ਉਹ ਬਾਅਦ ਵਿੱਚ ਕਿਤੇ ਫੜਿਆ ਜਾਂਦਾ। ਉਸ ਵੇਲੇ ਤੁਸੀਂ ਸੋਚਣ ਵਾਲੀ ਗੱਲ ਇਹ ਹੈ ਕਿ ਪੁਲਿਸ ਦੀ ਲਾਈਨ ਨੂੰ ਕ੍ਰਾਸ ਕਰਕੇ ਬੰਦਾ ਗਿਆ ਕਿਵੇਂ, ਕਿਉਂ? ਉਹਦਾ ਰੰਗ ਗੋਰਾ ਜੀ, ਇਹ ਕਿਹਾ ਜਾਂਦਾ ਜੀ ਕਿ ਇਹ ਪੁਲਿਸ ਜੇ ਉਹਦਾ ਸਕਿਨ ਦਾ ਕਲਰ ਕਾਲਾ ਹੁੰਦਾ ਉਹਨੂੰ ਲੰਘਣ ਦੇ ਦਿੰਦੀ? I don't think so, ਪਰ ਉਹ ਲੰਘਿਆ ਜੀ, ਉਹਨੇ ਮਾਰਿਆ। ਔਰ ਜਿਹੜਾ ਫੌਕਸ ਟੀਵੀ ਹੈ ਜੀ, ਫੌਕਸ ਟੀਵੀ ਵੈਰੀ ਰਾਈਟ ਵਿੰਗ ਹੈ ਜੀ, ਇਸ ਪਾਸੇ ਨੂੰ ਸੋਚਦਾ, ਉਹਨੇ ਟਵਿਸਟ ਕੀ ਦਿੱਤਾ, ਉਹਨਾਂ ਦੇ ਇੱਕ ਜਿਹੜਾ ਨਾਮਨਗਾਰ ਹੈ ਜੀ, ਉਹਨੇ ਟਵਿਸਟ ਇਹ ਦਿੱਤੀ ਹੈ ਕਿ ਹਾਲਾਤ ਹੁਣ ਇੱਥੇ ਇੰਨੇ ਖਰਾਬ ਹੋਏ ਨੇ ਕਿ ਪੁਲਿਸ ਕੰਟਰੋਲ ਨਹੀਂ ਕਰ ਸਕਦੀ, ਜਿਹੜੇ ਸਿਟੀਜ਼ਨ ਆ ਉਹਨਾਂ ਨੂੰ ਆਪਦੇ ਕਾਨੂੰਨ ਹੱਥਾਂ 'ਚ ਲਾਉਣਾ ਪੈ ਰਿਹਾ। ਇੱਕ 17 ਸਾਲ ਦਾ ਬੱਚਾ, ਉਹ ਆਲਰੇਡੀ ਟਰਬਲ 'ਚ ਹੈ ਜੀ, ਉਹਨੇ ਪਹਿਲਾਂ ਵੀ ਉਹਦੀ ਟਰਬਲਸ ਆਈਆਂ ਹੋਈਆਂ ਨੇ। 17 ਸਾਲ ਦਾ ਬੱਚਾ ਜਾ ਕੇ ਲੋਕਾਂ ਨੂੰ ਗੋਲੀ ਮਾਰਦਾ, ਤੁਸੀਂ ਟਵਿਸਟ ਇਹ ਦੇ ਰਹੇ ਹੋ। ਦਿਸ ਇਜ਼ ਟਰੰਪਸ ਅਮਰੀਕਾ। ਇਹ ਜੋ ਟਰੰਪ ਦੀ ਸੋਚਣੀ ਹੈ, ਜੋ ਕੁਝ ਲੋਕਾਂ ਦੇ ਵਿੱਚੋਂ ਭਰ ਰਹੇ ਨੇ ਇਸ ਵੇਲੇ, ਉਹਦਾ ਅਸਰ ਸਾਹਮਣੇ ਦਿਸ ਰਿਹਾ। ਔਰ ਮੈਨੂੰ ਲੱਗਦਾ ਜੀ ਟਰੰਪ ਸਾਹਿਬ ਨੂੰ ਜਿਹੜੀ ਪੋਜ਼ ਦੇ ਵਿੱਚ ਹਲੇ ਵੀ 9-10 ਪੁਆਇੰਟਸ ਦਾ ਫਰਕ ਆ ਓਵਰਆਲ ਉਹਨਾਂ ਨੂੰ, ਇਹ 10 ਪੁਆਇੰਟ ਕੱਢਣੇ ਬੜੇ ਔਖੇ ਹੋ ਜਾਣੇ ਨੇ ਜੇ ਆਹੀ ਹਾਲਾਤ ਰਹੇ ਤਾਂ ਜੀ। ਬਿਲਕੁਲ ਜੀ। ਤੇ ਉਧਰ ਸੁਣਨ ਚ ਆਇਆ ਕਿ ਰੈਜਿਸ ਕੋਰਚਿੰਸਕੀ ਦੀ ਜਿਹੜੀ ਮੌਤ ਦੇ ਮਾਮਲੇ ਦੇ ਵਿੱਚ ਕਿਸੇ ਦੇ ਉੱਤੇ ਕੋਈ ਵੀ ਚਾਰਜ ਨਹੀਂ ਲਗਾਇਆ ਗਿਆ। ਹਾਂ ਤਰਨ, ਇਹ ਮੈਂ ਆਪਣੇ ਦਰਸ਼ਕਾਂ ਨੂੰ ਦੱਸ ਦਿਆਂ ਕਿ ਸਾਡੇ ਜੀ ਇੱਥੇ ਥੋੜੀ ਦੇਰ ਪਹਿਲਾਂ ਇਹ ਗੱਲ ਹੋਈ ਸੀਗੀ, 24ਵੇਂ ਫਲੋਰ ਤੋਂ ਇੱਕ ਲੇਡੀ ਨਿਕਲ ਉੱਪਰੋਂ ਡਿੱਗ ਪਈ ਸੀਗੀ ਜੀ, ਔਰ ਉਹ ਬਲੈਕ ਵੀ ਹੈ ਤੇ ਨੇਟਿਵ ਇੰਡੀਅਨ ਵੀ ਹੈ। ਉਹਦੀ ਕੋਈ ਡਿਸਟ੍ਰੈਸ ਕਾਲ ਆਈ ਸੀਗੀ ਜੀ, ਪਰ ਉਸ ਜਿਹੜੇ ਅਪਾਰਟਮੈਂਟ ਹੈ ਤਰਨ, ਉਹ ਡਿਸਟ੍ਰੈਸ ਕਾਲਸ ਪਹਿਲਾਂ ਵੀ ਆਉਂਦੀਆਂ ਰਹੀਆਂ ਨੇ। ਉੱਥੇ ਪੁਲਿਸ ਗਈ ਹੈ, ਮੇਰੇ ਕੋਲ 5 ਜਾਂ 6 ਪੁਲਿਸ ਤੇ ਸੀਗੇ ਕਰਮਚਾਰੀ, ਔਰ ਉੱਥੇ ਉਸ ਲੜਕੀ ਦਾ ਮੇਰੇ ਖਿਆਲ ਕਜ਼ਨ ਤੇ ਇੱਕ ਹੋਰ ਵੀ ਬੰਦਾ ਸੀਗਾ ਉੱਥੇ, ਉਸ ਪਰਿਵਾਰ ਦੇ ਵਿੱਚੋਂ ਸੀਗੇ। ਹਾਲਾਤ ਇਹ ਹੋ ਗਏ ਕਿ ਉਹ ਲੜਕੀ ਹੈ ਜਿਹੜੀ ਕਰਚੰਸਕੀ ਹੈ, ਉਹ ਬਾਲਕਨੀ ਤੋਂ ਥੱਲੇ ਜਾ ਡਿੱਗਦੀ ਹੈ। ਜਿਹੜੀ ਉਹ ਡਿੱਗਦੀ ਹੈ ਤਰਨ, ਬਾਹਰਲੇ ਪਾਸੇ ਪੁਲਿਸ ਦੀ ਕਰੂਜ਼ਰ ਖੜਾ, ਉਹਦੇ ਡੈਸ਼ ਕੈਮ ਤੇ ਉਹਦੀ ਵੀਡੀਓ ਬਣੀ ਹੋਈ ਆ। ਹੁਣ ਇਹ ਗੱਲਾਂ ਆਈਆਂ ਨੇ, ਉਹ 'ਚ ਇਉਂ ਸੀਗਾ ਕਿ ਉਹ ਬਾਲਕਨੀ ਚੋਂ ਬਾਹਰ ਨਿਕਲਦੀ ਹੈ, ਬਾਹਰ ਉਹ ਜਿਹੜਾ ਗਵਾਂਢੀ ਆ ਉਹਦੀ ਬਾਲਕੋਨੀ ਦੇ ਵਿੱਚ ਜਾਣ ਦੀ ਕੋਸ਼ਿਸ਼ ਕਰ ਰਹੀ ਹੈ। ਦਵੇ SUI ਸੋਚ ਰਹੀ ਹੈ, ਸਪੈਸ਼ਲ ਇਨਵੈਸਟੀਗੇਸ਼ਨ ਯੂਨਿਟ SIU, ਉਹਦੀ ਰਿਪੋਰਟ ਦੇ ਮੁਤਾਬਕ ਉਹਦੇ ਨੈਟ ਲੱਗਿਆ ਹੋਇਆ ਸੀ ਤੇ ਉਹ ਥੱਲੇ ਜਾ ਡਿੱਗੀ। ਉਹ ਸ਼ੀ ਲਾਸਟ ਕੰਟਰੋਲ। ਤੇ ਉਹ ਤੇ ਤੁਸੀਂ ਉਹ ਦੇਖੋ, ਉਸ ਕਹਾਣੀ ਜੇ ਸਹੀ ਗੱਲ ਹੈ, ਉਹਨਾਂ ਨੂੰ ਸਾਰੇ ਪੁਲਿਸ ਅਫਸਰ ਨੂੰ ਕੋਈ ਦੋਸ਼ੀ ਨਹੀਂ ਹੈਗਾ ਜੀ, ਪਰ ਤੁਸੀਂ ਇਉਂ ਦੇਖੋ ਉਹਨਾਂ ਦਿਨਾਂ 'ਚ ਜਿਹੜਾ ਜੇਕਬ ਸੀਗਾ ਉਹਨੂੰ ਗੋਲੀ ਵੱਜੀ ਸੀ। ਬਲੈਕ ਲਾਈਵ ਮੈਟਰ ਦਾ ਬਹੁਤ ਵੱਡਾ ਮੁਜ਼ਾਹਰਾ ਚੱਲ ਰਿਹਾ ਸੀ, ਟੋਰਾਂਟੋ ਦੇ ਵਿੱਚ ਵੀ ਮੁਜ਼ਾਹਰਾ ਚੱਲਿਆ। ਉਸ ਮੁਜ਼ਾਹਰੇ ਦੇ ਵਿੱਚ ਇਸ ਲੜਕੀ ਦਾ ਨਾਮ ਵੀ ਵਿੱਚ ਇਨਵੋਲਵ ਕੀਤਾ ਗਿਆ ਵੀ ਇਹ ਵੀ ਬਲੈਕ ਸੀਗੀ। ਪਰ ਜਦੋਂ ਅਜਿਹੀਆਂ ਖਬਰਾਂ ਆਉਂਦੀਆਂ ਨੇ, ਜੇ ਆਹ ਜਿਹੜੀ ਹੈਗੀ ਆ ਰਿਪੋਰਟ ਹੈ ਇਹ ਸਹੀ ਮੰਨ ਲਈ ਜਾਂਦੀ ਆ, ਤਾਂ ਜਿਹੜੀ ਟਵਿਸਟ ਦਿੱਤੀ ਗਈ ਸੀਗੀ ਉਹ ਮੇਰੇ ਖਿਆਲ ਠੀਕ ਨਹੀਂ ਸੀਗੀ। ਬਲੈਕ ਲਾਈਵਸ ਡੂ ਮੈਟਰ, ਪਰ ਜਿਹੜੀ ਸਹੀ ਗੱਲ ਆ ਉਹਨੂੰ ਕਹੀ ਜਾਣਾ, ਇਹਦੇ ਵਿੱਚ ਜਿਹੜੇ ਹੋਰ ਅਜਿਹੀਆਂ ਗੱਲਾਂ ਨਾਲ ਰਲਦੀਆਂ ਨੇ ਤਰਨ, ਤਾਂ ਇਹ ਜਿਹੜੀ ਉਹ ਐਜੀਟੇਸ਼ਨ ਹੈਗੀ ਆ ਉਹਦਾ ਅਸਰ ਘਟ ਜਾਂਦਾ। ਲੋਕੀ ਯਕੀਨ ਕਰਨੋਂ ਹਟ, ਜਿਹੜਾ ਵਿਚਾਰੜਾ ਬੰਦਾ ਉਹ ਯਕੀਨ ਕਰਨੋਂ ਹਟ ਜਾਂਦੇ ਨੇ ਕਿ ਇਹ ਤਾਂ ਐਵੇਂ ਹੀ ਕਿਸੇ ਗੱਲ ਤੇ ਕਰ ਰਿਹਾ ਹੈ। ਉਹਨਾਂ ਦਾ ਜਿਹੜਾ ਲਾਇਰ ਹੈ ਜੀ, ਉਹ ਇਸ ਗੱਲ ਦੇ ਉੱਤੇ ਰਾਜ਼ੀ ਨਹੀਂ ਹੈ। ਇਹਦਾ ਅੱਗੇ ਕੋਈ ਪ੍ਰੋਸੀਡਿੰਗ ਹੋਏਗੀ ਕੇਸ ਦੀ, ਮੈਨੂੰ ਲੱਗਦਾ ਨਹੀਂ ਹੈ, ਕਿਉਂਕਿ ਲੱਗਦਾ ਨਹੀਂ ਇਸ ਕੇਸ ਦੇ ਵਿੱਚ ਕੋਈ ਬਹੁਤ ਜਾਨ ਹੈ ਤਰਨ ਜੀ। ਬਿਲਕੁਲ। ਤੇ ਉਧਰ ਦੂਜੇ ਪਾਸੇ ਗੱਲ ਕਰੀਏ ਸਰ, ਜਰਮਨ ਡੰਪਸਟਰ ਜਿਹੜੇ ਆ ਉਹਦੇ ਵਿੱਚ ਵੀ ਹੁਣ ਇੱਕ ਵਿਵਾਦ ਗਰਮਾ ਚੁੱਕਿਆ, ਮਾਮਲਾ ਕਹਿੰਦੇ ਆ ਅਦਾਲਤ ਤੱਕ ਪਹੁੰਚ ਚੁੱਕਿਆ। ਹਾਂ ਤਰਨ, ਦੇਖੋ ਇੱਕ ਐਸੀ ਗੱਲ ਹੈਗੀ ਆ, ਡੰਪਸਟਰ ਆਪਣਾ ਇਹ ਕਿਸੇ
ਗਰੋਸਰੀ ਸਟੋਰ ਦੇ ਮਗਰਲੇ ਪਾਸੇ ਸੀਗਾ ਤਰਨ। ਗਰੋਸਰੀ ਸਟੋਰਸ ਵਿੱਚ ਜਿਹੜਾ ਸਮਾਨ ਵੱਧ ਜਾਂਦਾ ਹੈ ਜਾਂ ਉਹਨਾਂ ਨੂੰ ਲੱਗਦਾ ਖਰਾਬ ਆ, ਉਹ ਡੰਪਸਟਰ ਦੇ ਵਿੱਚ ਸਿੱਟ ਦਿੰਦੇ। ਇਹ 2 ਸਟੂਡੈਂਟਸ ਉੱਤੇ ਕੇਸ ਚੱਲਿਆ ਜੀ। ਉਹ ਡੰਪਸਟਰ ਦੇ ਵਿੱਚ ਜਾਂਦੇ ਸੀਗੇ, ਡੰਪਸਟਰ ਦੇ ਵਿੱਚੋਂ ਜਿਹੜਾ ਕੋਈ ਕੰਮ ਦੀ ਚੀਜ਼ ਹੈਗੀ ਸੀ ਉਹ ਕੱਢ ਕੇ ਲਿਆਉਂਦੇ ਸੀ, ਆਪਦੇ ਘਰੇ ਲਿਆ ਕੇ ਖਾਂਦੇ ਸੀ। ਸਟੂਡੈਂਟ ਨਹੀਂ ਗੁਜ਼ਾਰਾ ਹੁੰਦਾ ਸੀਗਾ, ਸੋ ਉਹ ਕਹਿੰਦੇ ਜੀ ਜਿਹੜਾ ਉਹਦੇ ਵਿੱਚ ਸਮਾਨ ਸੀਗਾ ਬਹੁਤਾ ਠੀਕ ਹੁੰਦਾ ਸੀਗਾ। ਅਗਲਾ ਕਿੱਥੇ ਤੱਕ ਜਾ ਸਕਦਾ, ਜਿਹਨੂੰ ਜ਼ਰੂਰਤ ਹੈ ਅਗਲਾ ਕੱਢ ਕੇ ਲਾਉਂਦਾ ਜੀ, ਉਹਨਾਂ ਨੂੰ ਚਾਰਜ ਕਰ ਲਿਆ ਗਿਆ ਤਰਨ। ਚੋਰੀ ਦੇ ਵਿੱਚ ਚਾਰਜ ਕੀਤਾ ਗਿਆ ਵੀ ਡੰਪਸਟਰ ਦੇ ਵਿੱਚੋਂ ਚੋਰੀ ਕਰਦੇ ਸੀਗੇ। ਹੁਣ ਇਹ ਕੇਸ ਬਹੁਤ ਵੱਡਾ ਜਰਮਨੀ ਦੇ ਵਿੱਚ ਇਸ ਵੇਲੇ ਹਾਈਲਾਈਟ ਹੋਇਆ ਹੈ। ਉਹਨਾਂ ਨੂੰ ਪਹਿਲੇ ਕੇਸ ਦੇ ਵਿੱਚ ਤਾਂ ਜੀ ਉਹਨਾਂ ਨੂੰ ਜੁਰਮਾਨਾ ਕੀਤਾ ਗਿਆ ਸੀਗਾ ਤਕਰੀਬਨ $250 ਦੇ ਇਕੁਇਵਲੈਂਟ ਜਿਹੜੀ ਉੱਥੋਂ ਦੀ ਕਰੰਸੀ ਉਹਦੇ ਵਿੱਚ ਕੀਤਾ ਗਿਆ ਸੀਗਾ ਜੀ। ਪਰ ਉਹਨਾਂ ਨੇ ਅਪੀਲ ਕੀਤੀ ਹੈ। ਅਪੀਲ ਦੇ ਵਿੱਚ ਹੁਣ ਕਰ ਲਈਏ ਉਹਨਾਂ ਨੂੰ ਸੋਸ਼ਲ ਸਰਵਿਸ ਕਰਨ ਵਾਸਤੇ ਕਿਹਾ, ਕਮਿਊਨਿਟੀ ਸਰਵਿਸ ਕਰਨ ਵਾਸਤੇ ਕਿਹਾ, ਪਰ ਉਹ ਹਜੇ ਉਹਨਾਂ ਨੇ ਕਿਹਾ ਸੀ ਸੁਪਰੀਮ ਕੋਰਟ 'ਚ ਇਹਨੂੰ ਲੈ ਕੇ ਜਾਣਾ। ਰੀਜ਼ਨ ਇਹ ਹੈ, ਕਹਿੰਦੇ ਅਸੀਂ ਇਹ ਹਾਈਲਾਈਟ ਕਰਨਾ ਚਾਹੁੰਦੇ ਆ ਕਿ ਜਿਹੜਾ ਕਿੰਨਾ ਜ਼ਿਆਦਾ ਫੂਡ ਆ ਜਿਹੜਾ ਵੇਸਟ ਕੀਤਾ ਜਾ ਰਿਹਾ ਤੇ ਉਹਨੂੰ ਕਿਉਂ ਨਹੀਂ ਕਿਸੇ ਲੋਕਾਂ ਨੂੰ ਲੋੜਵੰਦਾਂ ਨੂੰ ਵੰਡਿਆ ਜਾ ਸਕਦਾ। ਬਿਲਕੁਲ ਸਰ, ਵੈਸੇ ਵੀ ਜੇ ਆਪਾਂ ਗੱਲ ਕਰੀਏ ਗਾਰਬੇਜ ਦੇ ਵਿੱਚ ਕੀ ਸੁੱਟਿਆ ਜਾਂਦਾ, ਕਿ ਇਹਦੇ ਉੱਤੇ ਵੀ ਕੋਈ ਮਾਲਿਕਾਨਾ ਹੱਕ ਹੋ ਸਕਦਾ ਹੈ ਕਿ ਤੁਸੀਂ ਇਹ ਚੋਂ ਵੀ ਕੋਈ ਚੀਜ਼ ਚੁੱਕ ਨਹੀਂ ਸਕਦੇ ਹੈਗੇ। ਦੈਟਸ ਵਾਟ ਇਜ਼ ਦ ਕੇਸ ਹੁਣ ਡਿਸਾਈਡ ਕਰੇਗਾ ਜੀ ਵੀ ਹੈ ਕੀ ਹੈਗਾ। ਪਰ ਇੱਕ ਗੱਲ ਜ਼ਰੂਰ ਹੈ ਤਰਨ ਕਿ ਜੇ ਗਾਰਬੇਜ ਪਿਆ ਤੇ ਤੁਸੀਂ ਉਹਨੂੰ ਫੋਲਾ ਫਾਲੀ ਕਰਦੇ ਹੋ ਤੇ ਬਾਅਦ ਚ ਫੋਲਾ ਫਾਲੀ ਕਰਕੇ ਜਿਹੜੀ ਬਾਹਰ ਸਿੱਟ ਦਿੰਦੇ ਹੋ, ਤੇ ਇਸ ਕਰਕੇ ਮੇਰੇ ਖਿਆਲ ਤੁਸੀਂ ਅਲਾਉਡ ਨਹੀਂ ਹੋ ਇਹ ਕੰਮ ਕਰਨ ਵਾਸਤੇ, ਅਨਲੈਸ ਤੁਸੀਂ ਉਹਨੂੰ ਉਹਦੇ ਵਿੱਚ ਮੁੜ ਕੇ ਫੇਰ ਪਾਉਂਦੇ ਹੋ, ਉਹਨੂੰ ਉਵੇਂ ਰਹਿਣ ਦੇ। ਜੇ ਤੁਸੀਂ ਬਾਹਰ ਉਹਦਾ ਗੰਦ ਪਾ ਜਾਂਦੇ ਹੋ ਤਾਂ ਫਿਰ ਤੁਸੀਂ ਉਹਦੇ ਜ਼ਿੰਮੇਵਾਰ ਜ਼ਰੂਰ ਹੋ। ਬਿਲਕੁਲ। ਤੇ ਇੱਕ ਪਾਸੇ ਦੇਖ ਲਓ ਦੁਨੀਆ ਵਿੱਚ ਕਿੰਨਾ ਭੋਜਨ ਵਿਅਰਥ ਜਾਂਦਾ ਹੈ, ਤੇ ਦੂਜੇ ਪਾਸੇ ਇਹੋ ਜਿਹੇ ਲੋਕ ਵੀ ਨੇ ਜਿਨ੍ਹਾਂ ਨੂੰ ਭੋਜਨ ਲਈ ਇੱਕ ਵਕਤ ਦੇ ਭੋਜਨ ਲਈ ਮੁਹਤਾਜ ਹੋਏ ਪਏ। ਤਰਨ ਦੁਨੀਆ 'ਚ ਬਹੁਤੀਆਂ ਮੌਤਾਂ ਜ਼ਿਆਦਾ ਖਾਣ ਨਾਲ ਹੁੰਦੀ ਹੈ, ਘੱਟ ਖਾਣ ਨਾਲ ਨਹੀਂ। ਭੁੱਖ ਨਾਲ ਘੱਟ ਮੌਤ ਹੁੰਦੀ ਹੈ ਜੀ, ਜ਼ਿਆਦਾ ਖਾਣ ਨਾਲ ਕੋਈ ਬਹੁਤੀਆਂ ਮੌਤਾਂ ਹੋ ਰਹੀਆਂ ਨੇ। ਬਿਲਕੁਲ ਜੀ। ਅਗਲੀ ਖਬਰ ਵੱਧ ਰਹੀ ਹੈ। ਟਿਕਟੌਕ ਦੇ CEO ਵੱਲੋਂ ਅਸਤੀਫਾ ਦੇ ਦਿੱਤਾ ਗਿਆ, ਆਪਣੀ ਪੋਜੀਸ਼ਨ ਛੱਡ ਦਿੱਤੀ ਗਈ ਹੈ। ਹਾਂ ਤਰਨ, ਯੂਨਾਈਟਿਡ ਸੌਰੀ ਤੁਸੀਂ ਕਿਹੜੀ ਗੱਲ ਕੀਤੀ ਹੈ ਜੀ? ਟਿਕਟੌਕ ਦੀ ਸਰ CEO ਹਾਂਜੀ, ਟਿਕਟੌਕ ਦੀ ਹੈ। ਹਾਂਜੀ, ਉਧਰ CEO ਨੇ ਆਪਦਾ ਅਸਤੀਫਾ ਵੀ ਦੇ ਦਿੱਤਾ ਜੀ। ਉਹ ਕਹਿੰਦੇ ਵੀ ਮੇਰਾ ਹੁਣ ਬਣਦਾ ਸੀਗਾ ਅਸਤੀਫਾ, ਪਰ ਟਿਕਟੌਕ ਦੇ ਉੱਤੇ ਇੱਕ ਤਾਂ ਆਲਰੇਡੀ ਬਿਡ ਆਈ ਹੋਈ ਹੈ ਜੀ, ਉਹਦੇ ਨਾਲ ਹੀ ਵਾਲਮਾਰਟ ਆ ਗਿਆ ਜੀ। ਵਾਲਮਾਰਟ ਵੀ ਇਸ ਬਿਡ 'ਚ ਸ਼ਾਮਲ ਹੋ ਗਿਆ। ਕਹਿੰਦੇ ਵੀ ਅਸੀਂ ਇਸ ਨੂੰ ਟਿਕਟੌਕ ਬਾਏ ਕਰਨਾ ਚਾਹੁੰਦਾ। ਵੈਸੇ ਜਿਹੜਾ ਟਿਕਟੌਕ ਬੈਨ ਹੋ ਰਿਹਾ, ਜੋ ਕੁਝ ਵੀ ਹੋ ਰਿਹਾ ਕੱਲਾ US ਵਾਸਤੇ ਹੀ ਹੈ ਜੀ, ਬਾਕੀ ਦੁਨੀਆ ਦੇ ਟਿਕਟੌਕ ਦੀ ਕੋਈ ਗੱਲਬਾਤ ਨਹੀਂ ਹੋ ਰਹੀ ਜੀ। US ਦੇ ਵਿੱਚ ਬੈਨ ਹੋਣ ਵਾਸਤੇ ਜਿਹੜਾ ਪ੍ਰੈਜ਼ੀਡੈਂਟ ਟਰੰਪ ਨੇ ਨਵੇਂ ਆਰਡਰਸ ਕੀਤੇ ਹੋਏ ਨੇ ਵੀ ਇੰਨੀ ਦੇਰ ਦੇ ਵਿੱਚ ਇਹਨਾਂ ਨੂੰ ਵੇਚਣਾ ਪਏਗਾ ਜੀ। ਦੈਟ ਇਜ਼ ਫॉर US ਪਾਰਟ ਓਨਲੀ, ਬਾਕੀ ਦੁਨੀਆ ਦੇ ਵਿੱਚ ਨਹੀਂ ਹੈਗਾ ਜੀ। ਬਿਲਕੁਲ ਜੀ। ਉਧਰ ਸਰ ਨਿਊਜ਼ੀਲੈਂਡ ਦੇ ਵਿੱਚ ਕਹਿੰਦੇ ਆ ਕਿ ਜਿਹੜੀ ਮਸਜਿਦ ਦੇ ਉੱਤੇ ਹਮਲਾ ਹੋਇਆ ਸੀ, ਜਿਹਦੇ ਵਿੱਚ ਘੱਟੋ ਘੱਟ 50 ਦੇ ਕਰੀਬ ਲੋਕਾਂ ਦੀ ਮੌਤ ਹੋ ਗਈ ਸੀ, ਉਹਦੇ ਦੋਸ਼ੀ ਨੂੰ ਆਖਿਰਕਾਰ ਸਜ਼ਾ ਦਾ ਐਲਾਨ ਹੋ ਗਿਆ। ਤਰਨ 51 ਲੋਕਾਂ ਦੀ ਮੌਤ ਹੋਈ ਸੀਗੀ ਜੀ ਤੇ 40 ਵੱਧ ਜ਼ਖਮੀ ਹੋਏ ਸਕੇ ਜੀ। ਉਹਨੂੰ ਜੀ ਸਜ਼ਾਏ ਸਾਰੀ ਉਮਰ ਦੀ ਉਮਰ ਕੈਦ ਹੋ ਗਈ ਹੈ ਜੀ। ਉਮਰ ਕੈਦ ਮੀਨਸ ਉਮਰ ਕੈਦ ਹੈ ਜੀ, ਔਰ ਵਿਦਆਊਟ ਪੈਰੋਲ। ਉਹ ਕਿਸੇ ਵੀ ਪੈਰੋਲ ਤੇ ਨਹੀਂ ਜਾ ਸਕਦਾ ਜੀ। ਉਹਦੇ ਵਿੱਚ ਸਾਰੇ ਜਿਹੜੇ ਵਿਕਟਮਸ ਦੇ ਰਿਲੇਟਿਵ ਸੀਗੇ, ਉਹਨਾਂ ਨੇ ਕੱਲਿਆਂ ਦੀ ਸਟੇਟਮੈਂਟਸ ਆਈਆਂ ਨੇ ਜੀ ਅਦਾਲਤ ਤੋਂ ਜਾ ਕੇ, ਜਿਹੜੇ ਸੁਣਨੀਆਂ ਬੜੀਆਂ ਮੁਸ਼ਕਲ ਹੈ ਜੀ। ਇਟਸ ਵੈਰੀ ਇਮੋਸ਼ਨਲ ਥਿੰਗ। ਔਰ ਉਹਨਾਂ ਨੇ ਜੀ ਜਿਹੜੇ 40 ਜ਼ਖਮੀ ਹੋਏ ਆ ਉਹਦੇ ਵਾਸਤੇ ਇਹਨੂੰ 12 ਸਾਲ ਦੀ ਸਜ਼ਾ, ਚਾਰੀਆਂ ਦੀ ਇਕੱਠੀ। ਪਰ ਜਿਹੜੀ 12 ਸਾਲ ਵਾਲੀ ਸਜ਼ਾ ਤੇ ਜਿਹੜੀ ਇਹਦੀ ਉਮਰ ਵਾਲੀ ਸਜ਼ਾ, ਦੋਨੇ ਇਕੱਠੀਆਂ ਹੀ ਚੱਲਣਗੀਆਂ। ਸੋ 12 ਸਾਲਾਂ ਬਾਅਦ ਜਿਹੜੀ 40 ਲੋਕਾਂ ਦੀ 12 ਸਾਲਾਂ ਵਾਲੀਆਂ ਹੈਗੀਆਂ ਨੇ ਉਹ ਪੂਰੀਆਂ ਹੋ ਜਾਣਗੀਆਂ, ਪਰ ਉਮਰ ਦੀ ਸਾਰੀ ਇਹ ਉੱਥੇ ਰਹੇਗਾ ਜੀ। ਤੇ ਪੈਰੋਲ ਇਹ ਬਿਲਕੁਲ ਨਹੀਂ ਹੋ ਸਕੇਗੀ ਜੀ। ਇਹਨੂੰ ਐਕਚੁਅਲੀ ਜੱਜ ਨੇ ਇਹਨੂੰ ਟੈਰਰਿਸਟ ਕਿਹਾ ਜੀ। ਇਸ ਗੱਲ ਤੇ ਹੋਰ ਕੁਝ ਨਹੀਂ ਕਿਹਾ, ਉਹਨੂੰ ਟੈਰਰਿਸਟ ਦਾ ਜੀ ਬਿਲਕੁਲ। ਤੇ ਉਧਰ ਪੈਰਿਸ ਦੀ ਗੱਲ ਕਰੀਏ ਸਰ, ਪੈਰਿਸ ਦੇ ਵਿੱਚ ਸੁਣਨ ਦੇ ਵਿੱਚ ਆ ਰਿਹਾ ਇਸ ਵਕਤ, ਹਾਲਾਂਕਿ ਪੈਰਿਸ ਆਪਣੇ ਆਪ ਨੂੰ ਖੋਲਣ ਦੀ ਪੂਰੀ ਕੋਸ਼ਿਸ਼ ਕਰ ਰਿਹਾ ਵਾ। ਇੰਟਰਨੈਸ਼ਨਲ ਸਟੂਡੈਂਟਸ ਫਰਾਂਸ ਦੇ ਵਿੱਚ ਆਉਣੇ ਸ਼ੁਰੂ ਹੋ ਚੁੱਕੇ ਨੇ ਤੇ ਕਿਹਾ ਜਾ ਰਿਹਾ ਹੈ ਕਿ ਜਿਸ ਤਰੀਕੇ ਨਾਲ ਇਕਨੋਮੀ ਓਪਨ ਹੋ ਰਹੀ ਹੈ, ਪਰ ਇਸ ਦੇ ਬਾਵਜੂਦ 20% ਜਿਹੜਾ ਪੈਰਿਸ ਹੈ ਇਸ ਵਕਤ ਕਰੋਨਾ ਵਾਇਰਸ ਦੇ ਰੈੱਡ ਜ਼ੋਨ ਏਰੀਆ ਦੇ ਵਿੱਚ ਇਸ ਵਕਤ ਅਸੀਂ ਕਹਿ ਸਕਦੇ ਹਾਂ ਕਿ ਆਇਆ ਹੋਇਆ। ਸਰ ਮਾਸਕ ਉੱਥੇ ਹੁਣ ਕੀ ਕੀਤਾ ਜਾਏਗਾ? ਕਿ ਮਾਸਕ ਜ਼ਰੂਰੀ ਕੀਤੇ ਜਾਣਗੇ ਜਾਂ ਕਿਵੇਂ ਪ੍ਰੀਕਾਸ਼ਨਸ ਰੱਖੀਆਂ ਜਾਣਗੀਆਂ? ਕਾਰਨ ਇਹ ਇਟਸ ਅ ਪ੍ਰੂਵਨ ਫੈਕਟਰ ਨਾ। ਆਪਾਂ ਹੋਰਾਂ ਖਬਰਾਂ ਵਿੱਚ ਹੀ ਦੇਖਦੇ ਹਾਂ ਕਿ ਜਿਹੜਾ ਮਾਸਕ ਆ ਇਹ ਕੰਮ ਕਰਦਾ। US ਦੇ ਵਿੱਚ ਵੀ ਜਿਹੜੀਆਂ ਹੁਣ ਠੀਕ ਹੈ ਯੂਨੀਵਰਸਿਟੀ ਦੇ ਵਿੱਚ ਉੱਥੇ ਕੇਸਿਸ ਵਧਣ ਲੱਗੇ ਹੋਏ ਨੇ, ਓਵਰਆਲ ਕੇਸ ਘਟਣ ਲੱਗੇ ਹੋਏ ਨੇ। ਕਿਉਂ ਘਟਣ ਲੱਗੇ ਨੇ? ਮਾਸਕ ਕਹਿੰਦੇ ਬਹੁਤ ਫਰਕ ਹੈਗਾ। ਪੈਰਿਸ ਨੇ ਇਹ ਫਰਾਈਡੇ ਤੋਂ ਕੱਲ ਤੋਂ ਜੀ ਜਿਹੜਾ ਵੀ ਪੈਰਿਸ ਦੇ ਵਿੱਚ ਬਾਹਰ ਨਿਕਲੇਗਾ ਉਹਨੂੰ ਮਾਸਕ ਲਾਉਣਾ ਪਵੇਗਾ। ਇਟਸ ਅ ਲਾਅ ਉੱਥੇ। ਇਸ ਕਰਕੇ ਉਹ ਕਹਿੰਦੇ ਕੰਟਰੋਲ ਕਰਨਾ ਚਾਹੁੰਦੇ ਆ। ਜਿਵੇਂ ਤੁਸੀਂ ਗੱਲ ਕੀਤੀ ਜੀ, 5ਵਾਂ ਹਿੱਸਾ 21% ਆ ਜੀ ਜਿਹੜਾ ਰੈੱਡ ਜ਼ੋਨ ਦੀ ਗੱਲ ਕਰਦੇ ਆ, ਜਿੱਥੇ ਕਿ ਇਹਦੇ ਕੇਸਿਸ ਵਧਣ ਲੱਗੇ ਹੋਏ ਆ। ਪਰ ਇੱਕ ਗੱਲ ਦੀ ਜ਼ਰੂਰ ਹੈ, ਫਰਾਂਸ ਨੇ ਕਿਹਾ ਜੀ ਸਕੂਲ ਖੁੱਲਣਗੇ ਜੀ।
ਰਿਗਾਰਡਲੈਸ ਨੋ ਮੈਟਰ ਵਾਟ ਸਕੂਲ ਖੁੱਲਣਗੇ ਜੀ, ਪਰ ਜਿਹਨੇ ਪੈਰਿਸ ਦਾ ਏਰੀਆ, ਪੈਰਿਸ ਵਿੱਚ ਜਿਹਨੇ ਵੀ ਜਾਣਾ ਜੀ, ਉਹਨੂੰ ਮਾਸਕ ਜ਼ਰੂਰ ਪਾਉਣਾ ਪਵੇਗਾ। ਸਰ ਉਧਰ ਤੂਫਾਨ ਦੀ ਗੱਲ ਕਰੀਏ, ਇਸ ਵਕਤ ਲੌਰਾ ਤੂਫਾਨ ਕਾਫੀ ਤਬਾਹੀ ਮਚਾ ਰਿਹਾ ਤੇ ਉਹਦਾ ਅਸਰ ਹੁਣ ਇੱਥੇ ਤੱਕ ਦੇਖਣ ਨੂੰ ਮਿਲ ਰਿਹਾ। ਹਾਂ ਤਰਨ, ਮੈਂ ਆਪਣੇ ਜਿਹੜੇ ਸਾਡੇ ਲੋਕ ਨੂੰ ਜੀ, ਜਿਹੜੇ ਬਰੈਂਪਟਨ ਮਿਸਿਸਾਗਾ GT ਵਾਲੇ ਜੀ, ਸਾਡੇ ਹੁਣ ਜਿਹੜਾ ਮੀਂਹ ਆ ਰਿਹਾ ਨਾ, ਇਹ ਇੱਧਰੋਂ ਆ ਰਿਹਾ ਜੀ US ਦੇ ਵਿੱਚ, ਜਿਹੜਾ ਇਹ ਬੜਾ ਵੱਡਾ ਤੂਫਾਨ ਸ਼ੁਰੂ ਹੋਇਆ ਜੀ। ਇਹ ਤੂਫਾਨ ਤਰਨ ਕੈਟਾਗਰੀ 4 ਹੈ। ਕੈਟਾਗਰੀ ਜਿਹੜੀ ਤੂਫਾਨ ਦੀਆਂ ਕੈਟਾਗਰੀਜ਼ ਨੇ 5 ਤੋਂ ਉੱਪਰ ਕੋਈ ਨਹੀਂ ਹੈ। ਇਹਦੇ ਵਿੱਚ 135 ਮੀਲ ਦੀ ਸਪੀਡ ਤੱਕ ਜਿਹੜਾ ਇਹਦੀ ਸਪੀਡ ਹੈਗੀ ਜੀ। ਇਹਦੇ ਵਿੱਚ ਜਿਹੜੀ ਸਪੀਡ ਕਾਊਂਟ ਕੀਤੀ ਜਾਂਦੀ ਹੈ ਦੋ ਤਰ੍ਹਾਂ ਦੇ ਢੰਗ ਨੇ। ਇੱਕ ਢੰਗ ਦੇ ਵਿੱਚ ਇਹ ਤਕਰੀਬਨ 3 ਮਿੰਟ ਦੇ ਵਿੱਚ ਕਿੰਨੀ ਸਪੀਡ ਕਰਦਾ ਲਗਾਤਾਰ, ਜਾਂ ਇੱਕ ਸਿਸਟਮ ਹੈ ਜਿਸ 'ਚ 1 ਮਿੰਟ ਲਗਾਤਾਰ ਕਿੰਨੀ ਜਾਂਦੀ ਹੈ, ਫਿਰ ਉਸ ਨੂੰ ਸਪੀਡ ਗਿਣੀ ਜਾਂਦੀ ਹੈ ਇਹਦੀ ਜਿਹੜੀ ਵਿੰਡਸ ਦੀ ਹੈ। ਨਾਲ ਹਨੇਰੀ ਹੈ ਜੀ, ਮੀਂਹ ਹੈ, ਤੂਫਾਨ ਹੈ, ਔਰ ਬਹੁਤ ਸਾਰਾ ਨੁਕਸਾਨ ਹੋ ਗਿਆ। ਹੁਣ ਤੱਕ ਜਦੋਂ ਅਸੀਂ ਖਬਰਾਂ ਡਿਸਕਸ ਕਰ ਰਹੇ ਜੀ, ਉਦੋਂ 1 ਮੌਤ ਸੀਗੀ ਜੀ, ਪਰ ਜਦੋਂ ਅਸੀਂ ਸ਼ੁਰੂ ਕੀਤਾ ਪ੍ਰੋਗਰਾਮ ਦਾ 4 ਮੌਤਾਂ ਦਾ ਉਦੋਂ ਖਬਰ ਆ ਚੁੱਕੀ ਹੈ ਜੀ। ਬੜੀ ਤਬਾਹੀ ਹੋਈ ਹੈ, ਬਹੁਤ ਘੱਟ ਹੈਗੇ ਨੇ ਜੀ। ਈਵਨ ਵੱਡੀਆਂ ਬਿਲਡਿੰਗਾਂ ਦੀਆਂ ਜਿਹੜੀਆਂ ਸ਼ੀਸ਼ੇ ਆ ਉਹ ਟੁੱਟ ਗਏ ਨੇ ਜੀ। ਔਰ ਨੁਕਸਾਨ ਅਜੇ ਪਤਾ ਨਹੀਂ ਨੁਕਸਾਨ ਕਿੰਨਾ। ਤਰਨ ਕਈ ਇੱਕ ਜਿਹੜਾ ਇੱਕ ਮੌਤ ਹੋਈ ਹੈ ਜੀ, ਉਹ ਦਰਖਤ ਡਿੱਗ ਪਿਆ, ਘਰ ਦੇ ਉੱਤੇ ਦਰਖਤ ਡਿੱਗਿਆ, ਵਿੱਚ 14 ਸਾਲ ਦੀ ਬੱਚੀ ਸੀਗੀ, ਉਹਦੀ ਡੈਥ ਹੋਣ, ਘਰ ਦੇ ਅੰਦਰ ਬੰਦੇ ਦੀ ਡੈਥ ਹੋ ਜਾਣੀ। ਤੇ ਔਰ ਤਬਾਹੀ ਐਸੀ ਹੈ, ਜਿਹਦੀਆਂ ਫੋਟੋ ਮੈਂ ਦੇਖ ਰਿਹਾ ਸੀਗਾ ਤਰਨ, ਬਹੁਤ ਘਰ ਢਹਿ ਗਏ ਨੇ, ਜਿਵੇਂ ਤਹਿਸ ਨਹਿਸ ਹੋਇਆ ਹੁੰਦਾ ਅਜਿਹੇ ਹਾਲਤ ਨੇ। ਬਾਅਦ 'ਚ ਪਤਾ ਲੱਗੇਗਾ ਕਿ ਅਖੀਰ ਨੁਕਸਾਨ ਕਿੰਨਾ ਹੋਇਆ। ਬਿਲਕੁਲ ਜੀ, ਕਾਫੀ ਘਰਾਂ ਦੀ ਜਿਹੜੀ ਬਿਜਲੀ ਵੀ ਆ ਉਹ ਬੰਦ ਹੋ ਚੁੱਕੀ ਹੈ। ਤੇ ਉਧਰ ਸਰ ਦੂਜੇ ਪਾਸੇ ਗੱਲ ਕਰੀਏ ਆਪਾਂ, ਲਗਭਗ 1 ਮਹੀਨਾ ਪਹਿਲਾਂ ਇੱਕ ਜਿਹੜੀ ਖਬਰ ਆਪਾਂ ਡਿਸਕਸ ਕੀਤੀ ਸੀ ਨਿਊਜ਼ ਐਂਡ ਵਿਊਜ਼ ਦੇ ਵਿੱਚ ਹੀ, ਕਿ ਓਨਟਾਰੀਓ ਜੇਲ੍ਹ ਦੇ ਵਿੱਚੋਂ ਗਲਤੀ ਦੇ ਨਾਲ ਇੱਕ ਕੈਦੀ ਨੂੰ ਜਿਹੜਾ ਛੱਡ ਦਿੱਤਾ ਗਿਆ ਸੀ, ਰਿਹਾ ਕਰ ਦਿੱਤਾ ਗਿਆ ਸੀ। ਉਹਨੂੰ ਵੀ ਅਪੀਲ ਕੀਤੀ ਗਈ ਸੀ ਕਿ ਜੇਕਰ ਉਹਦੇ ਤੱਕ ਇਹ ਖਬਰ ਪਹੁੰਚ ਰਹੀ ਹੈ ਤਾਂ ਉਹ ਵਾਪਸ ਆ ਜਾਵੇ, ਜਾਂ ਕਿਸੇ ਨੂੰ ਇਸ ਕੈਦੀ ਦੇ ਬਾਰੇ ਪਤਾ ਲੱਗ ਰਿਹਾ ਤਾਂ ਵਾਪਸ ਉਸ ਦੀ ਇਤਲਾਹ ਪੁਲਿਸ ਨੂੰ ਦਿੱਤੀ ਜਾਵੇ। ਸੁਣਨ ਚ ਆ ਰਿਹਾ ਕਿ ਲਗਭਗ ਮਹੀਨੇ ਬਾਅਦ ਹੁਣ ਉਸ ਕੈਦੀ ਦਾ ਪਤਾ ਲੱਗ ਗਿਆ, ਸੁਰਾਗ ਮਿਲ ਗਿਆ। ਕੀ ਉਸ ਨੂੰ ਗ੍ਰਿਫਤਾਰ ਕਰ ਲਿਆ ਗਿਆ? ਅਮਰਪਾਲ ਸਿੰਘ ਔਜਲਾ ਸਾਹਿਬ ਨੇ ਜੀ, ਇਹ ਮਿਲਟਨ ਦੀ ਜੇਲ੍ਹ ਦੇ ਵਿੱਚੋਂ ਗਲਤੀ ਦੇ ਨਾਲ ਇਹਨਾਂ ਨੂੰ ਰਿਹਾ ਕਰ ਦਿੱਤਾ ਗਿਆ ਸੀਗਾ ਜੀ। ਜਿਹੜਾ ਇਹਨਾਂ ਤੇ ਦੋਸ਼ ਲੱਗੇ ਹੋਏ ਜੀ, ਡਰੱਗ ਪੋਜੈਸ਼ਨ ਆਫ ਸਟੋਲਨ ਗੁੱਡਸ ਤੇ ਪੋਜੈਸ਼ਨ ਆਫ ਪਰਪਸ ਆਫ ਟ੍ਰੈਫਿਕਿੰਗ। ਸੋ ਇਹ ਦੋਸ਼ ਲੱਗੇ ਹੋਏ ਸੀਗੇ ਜੀ। ਉੱਥੇ ਇਹਨਾਂ ਨੂੰ ਗਲਤੀ ਨਾਲ ਬਾਹਰ ਆ ਗਏ ਸੀ। ਇਹਨਾਂ ਨੂੰ ਦੁਬਾਰੇ ਨਾਰਥ ਯਾਰਕ ਦੇ ਵਿੱਚੋਂ ਗ੍ਰਿਫਤਾਰ ਕਰ ਲਿਆ ਗਿਆ ਜੀ। ਜਿਹੜੇ ਪਹਿਲੇ ਦੋਸ਼ ਆ ਉਹ ਤਾਂ ਹੋਣਗੇ ਜੀ, ਹੁਣ ਨਵੇਂ ਹੋਰ ਐਡ ਹੋਣਗੇ ਜੀ। ਅਮਰਪਾਲ ਸਿੰਘ ਔਜਲਾ ਸਾਹਿਬ ਨੇ ਜੀ ਇਹ। ਜੀ ਬਿਲਕੁਲ ਸਰ, ਉਧਰ NBA ਦੇ ਵੱਲੋਂ ਤਾਂ ਕੁਝ ਆਪਣੇ ਮੈਚਸ ਜਿਹੜੇ ਨੇ ਉਹ ਪੋਸਟਪੋਨ ਕਰ ਦਿੱਤੇ ਗਏ ਨੇ ਜਾਂ ਕੈਂਸਲ ਕਰ ਦਿੱਤੇ ਗਏ ਨੇ, ਪਰ ਹੁਣ NHL ਦੇ ਉੱਤੇ ਦਬਾਅ ਬਣਾਇਆ ਜਾ ਰਿਹਾ ਕਿ ਆਪਣੇ ਜਿਹੜੇ ਮੈਚਸ ਨੇ ਜਾਂ ਉਹ ਪੋਸਟਪੋਨ ਕਰਨ ਜਾਂ ਉਹ ਕੈਂਸਲ ਕਰਨ। ਇਹਦਾ ਕੀ ਕਾਰਨ ਹੈ? ਕਾਰਨ NBA ਹੈਗੀ ਨੈਸ਼ਨਲ ਬਾਸਕਟਬਾਲ ਐਸੋਸੀਏਸ਼ਨ, ਉਹਦੇ 'ਚ ਬਹੁਤ ਵੱਡੀ ਗਿਣਤੀ ਕਾਲੇ ਲੋਕਾਂ ਦੀ ਹੈ, ਕਾਲੇ ਪਲੇਅਰਸ ਵੀ ਹਨ, ਬੜੇ ਤਕੜੇ ਪਲੇਅਰ ਨੇ ਜੀ, ਬੜੇ ਵੱਡੇ ਲੈਜੈਂਡਸ ਹੋਏ ਨੇ ਜੀ ਇਹਦੇ ਵਿੱਚ। ਮੇਜਰ ਲੀਗ ਬੇਸਬਾਲ ਉਹਦੇ ਵਿੱਚ ਮਿਕਸਡ ਹੈਗੇ ਨੇ। ਜਿਹੜੀ NHL ਨੈਸ਼ਨਲ ਹਾਕੀ ਲੀਗ ਹੈਗੀ ਆ, ਉਹਦੇ 'ਚ ਬਹੁਤੇ ਗੋਰੇ ਹੈਗੇ ਨੇ। ਜੇ ਤੁਸੀਂ ਇਸ ਨੂੰ ਉਸ ਪਾਸਿਓਂ ਦੇਖਿਆ ਜਾਵੇ, ਔਰ ਮੈਨੂੰ ਲੱਗਦਾ ਅਖੀਰ ਇਹ ਗੱਲ ਹੋ ਜਾਣੀ ਹੈ, ਕਿਉਂਕਿ NBA ਵਾਲਿਆਂ ਨੇ ਜਿਹੜੇ ਹੈਗੇ ਨੇ, ਉਹਨਾਂ ਨੇ ਅੱਜ ਉਹਨਾਂ ਦੀ ਆਪਦੀ ਮੀਟਿੰਗ ਸੀਗੀ ਪਲੇਅਰਸ ਦੀ ਐਸੋਸੀਏਸ਼ਨ ਦੀ, ਔਰ ਉਹਦੇ 'ਚ ਇਹ ਫੈਸਲਾ ਕੀਤਾ ਕਿ ਅਸੀਂ ਜਿਹੜਾ ਪਲੇ ਆਫ ਵਾਲੇ ਖੇਡਾਂਗੇ, ਇਹ ਨਹੀਂ ਪਤਾ ਕਦੋਂ ਖੇਡਾਂਗੇ। ਅੱਜ ਜਿਹੜੀਆਂ ਗੇਮਾਂ ਸੀਗੀਆਂ ਉਹ ਪੋਸਟਪੋਨ ਹੋ ਗਈਆਂ ਨੇ। ਤਰਨ ਮੇਜਰ ਲੀਗ ਬੇਸਬਾਲ ਦੀਆਂ ਵੀ ਕੁਝ ਪੋਸਟਪੋਨ ਹੋਈਆਂ ਨੇ। ਜਿਹੜੀਆਂ ਵੂਮਨ ਬਾਸਕਟਬਾਲ ਆ ਜੀ, ਉਹਦੀਆਂ ਵੀ ਪੋਸਟਪੋਨ ਹੋ ਗਈਆਂ ਨੇ ਜੀ। NHL ਨੇ ਹੁਣ ਤੱਕ ਨਹੀਂ ਕੀਤੀ, ਔਰ ਹੁਣ NHL ਤੇ ਇਹ ਸਵਾਲ ਉੱਠਣਾ ਸ਼ੁਰੂ ਹੋ ਗਿਆ ਹੈਗਾ। ਉਹਨਾਂ ਨੇ ਸਿਰਫ ਇਹ ਗੱਲ ਜ਼ਰੂਰ ਕੀਤੀ ਹੈ ਵੀ ਬਲੈਕ ਲਾਈਵ ਡੋਂਟ ਮੈਟਰ, ਇਹ ਜੇ ਸਾਈਨ ਤਾਂ ਉਹਨਾਂ ਦੇ ਆ ਰਹੇ ਆ ਜਿਹੜੇ ਸਕਰੀਨਸ ਹੈਗੇ ਆ, ਪਰ ਗੇਮਾਂ ਚੱਲ ਰਹੀਆਂ ਨੇ। ਇਹ ਦੇਖੋ ਟਵਿਸਟ ਕਿਹੜੇ ਪਾਸੇ ਨੂੰ ਜਾਂਦੀ ਹੈ। ਜੇ NBA ਬਿਲਕੁਲ ਬੰਦ ਕਰ ਜਾਂਦੀ ਹੈ, ਕੋਈ ਵੀ ਇਸ ਵੇਲੇ ਮੇਜਰ ਲੀਗ ਤਰਨ ਗੇਮਸ ਬੰਦ ਹੋ ਜਾਂਦੇ ਨੇ, ਚਾਹੇ ਬੇਸਬਾਲ ਦੀ ਹੈ, ਚਾਹੇ NBA, ਚਾਹੇ ਹਾਕੀ ਹੈ, ਅਲਟੀਮੇਟਲੀ ਇਟਸ ਗੋਇੰ ਗੋ ਅਗੇਂਸਟ ਮਿਸਟਰ ਟਰੰਪ। ਇਹ ਨਹੀਂ ਪਤਾ ਸਿਆਸਤ ਤੱਕ ਚੱਲੇਗੀ, ਕੀ ਕੁਛ ਹੋਏਗਾ। ਅਸੀਂ ਅਗਲੇ ਕੁਛ ਨਾ ਕੁਛ ਟਵਿਸਟ ਜ਼ਰੂਰ ਆਉਣੀਆਂ ਇਹਦੇ ਵਿੱਚ। ਬਿਲਕੁਲ ਜੀ, ਤੇ ਹੁਣ ਸਮਾਂ ਵੀ ਸਮਾਪਤੀ ਵੱਲ ਨੂੰ ਵੱਧ ਰਿਹਾ ਹੈ, ਤੇ ਹੁਣ ਖਬਰਾਂ ਦਾ ਸਿਲਸਿਲਾ ਇੱਥੇ ਹੀ ਖਤਮ ਕਰਦੇ ਹਾਂ। ਤੇ ਜਾਣ ਤੋਂ ਪਹਿਲਾਂ ਜਿਹੜੀ ਹਰ ਵਾਰ ਤੁਸੀਂ ਸਾਨੂੰ ਕੁਛ ਨਾ ਕੁਛ ਪਹੇਲੀ ਸਾਨੂੰ ਦੱਸਦੇ ਹੋ, ਉਹਦੇ ਬਾਰੇ ਅੱਜ ਕਿਸ ਬਾਰੇ ਅਸੀਂ ਜਾਣਕਾਰੀ ਲੈ ਰਹੇ ਹਾਂ, ਤੇ ਆਪਣੇ ਦਰਸ਼ਕਾਂ ਨੂੰ ਦੱਸ ਦਈਏ ਕਿ ਰੈਡੀ ਰਹੋ ਜੀ, ਤੁਹਾਡੇ ਮੈਸੇजेस ਦਾ, ਤੁਹਾਡੀ ਕਾਲਸ ਦਾ ਸਾਨੂੰ ਇੰਤਜ਼ਾਰ ਰਹੇਗਾ। ਇਹ ਰਾਈਟਰ ਨੇ ਜੀ, ਇਹਨਾਂ ਦਾ ਜੀ ਅਬਦੁਲ ਹਾਈ ਇਹਨਾਂ ਦਾ ਐਕਚੁਅਲ ਨਾਮ ਹੈ ਜੀ।
ਇਹਨਾਂ ਨੇ, ਪਰ ਇਹਦਾ ਜਿਹੜਾ ਪੈਨ ਨੇਮ ਹੈ ਜੀ ਉਹ ਹੋਰ ਹੈਗਾ ਜੀ। ਇਹਨਾਂ ਦਾ 8 ਮਾਰਚ 1921 ਨੂੰ ਜਨਮ ਹੋਇਆ ਸੀਗਾ ਜੀ। ਮੈਂ ਨਹੀਂ ਦੱਸਣਾ ਕਿੱਥੇ ਹੋਇਆ ਸੀਗਾ ਜੀ। ਤੇ 25 ਅਕਤੂਬਰ 1980 ਨੂੰ ਇਹਨਾਂ ਦੀ ਮੁੰਬਈ ਦੇ ਵਿੱਚ ਡੈਥ ਹੋਈ ਸੀਗੀ ਜੀ। 59 ਸਾਲ ਦੇ ਸਨ ਇਹਨਾਂ ਨੂੰ ਹਾਰਟ ਅਟੈਕ ਹੋਇਆ ਸੀਗਾ ਜੀ। ਜਿਹੜੇ ਕਾਲਜ 'ਚ ਪੜ੍ਹੇ ਨੇ ਜੀ, ਉਸ ਕਾਲਜ ਦਾ ਇਸ ਵੇਲੇ ਆਡੀਟੋਰੀਅਮ ਦਾ ਨਾਮ ਇਹਨਾਂ ਦੇ ਨਾਮ ਤੇ ਹੈਗਾ ਜੀ। ਮੈਨੂੰ ਮਾਣ ਆ ਮੈਂ ਉਸ ਕਾਲਜ 'ਚ ਪੜ੍ਹਿਆ ਹੋਇਆ ਜੀ, ਉਸ ਕਾਲਜ ਵਿੱਚ ਵੀ ਪੜ੍ਹਿਆ ਹੋਇਆ ਜੀ। ਇਹਨਾਂ ਨੂੰ 1958 ਦੇ ਵਿੱਚ ਫਿਲਮ ਫੇਅਰ ਬੈਸਟ ਰਾਈਟਰ ਦਾ ਗੀਤਕਾਰ ਦਾ 58 ਚ ਮਿਲਿਆ ਸੀਗਾ ਜੀ। 1964 ਵਿੱਚ ਮਿਲਿਆ ਸੀਗਾ ਜੀ। 1971 ਦੇ ਵਿੱਚ ਇਹਨਾਂ ਨੂੰ ਪਦਮ ਸ਼੍ਰੀ ਮਿਲਿਆ ਸੀਗਾ ਜੀ। 77 ਵਿੱਚ ਫੇਰ ਇਹਨਾਂ ਨੂੰ ਉਹੀ ਪ੍ਰਾਈਜ਼ ਮਿਲਿਆ ਸੀਗਾ ਜੀ। ਇਹਨਾਂ ਨੇ ਕਈ ਥਾਵਾਂ ਤੇ ਬੜੀ ਕੰਟਰੋਵਰਸੀ ਹੁੰਦੀ ਰਹੀ, ਟੈਂਪਰਾਮੈਂਟਲ ਬੜੇ ਸੀਗੇ ਜੀ। ਇਹ ਜੀ ਪੈਸੇ ਤੁਹਾਨੂੰ ਪਤਾ ਕਿੰਨੇ ਲੈਂਦੇ ਸੀਗੇ? ਇਹਨਾਂ ਦਾ ਰੇਟ ਬੜਾ ਵਧੀਆ ਸੀਗਾ। ਕਹਿੰਦੇ ਜਿੰਨੇ ਲਤਾ ਮੰਗੇਸ਼ਕਰ ਨੂੰ ਦੇਣੇ ਉਦੋਂ 1 ਰੁਪਇਆ ਵੱਧ ਮੇਰਾ। ਸਿੰਪਲ ਕਹਿੰਦੇ ਜਿੰਨੇ ਉਹਨਾਂ ਨੂੰ ਦੇਣੇ ਆ ਉਦੋਂ 1 ਰੁਪਇਆ ਮੇਰਾ ਵਾਧਾ। ਜਿੱਥੇ ਲਤਾ ਮੰਗੇਸ਼ਕਰ ਨੂੰ ਬੜੀ ਤਕਲੀਫ ਹੁੰਦੀ ਸੀ। ਪਰ ਗੱਲ ਕਰਨ ਵਾਲੀ ਇਹ ਗੱਲ ਤਰਨ, ਜੇ ਸੋਹਣਾ ਗੀਤ ਲਿਖਿਆ ਜਾਊਗਾ ਤਾਂ ਹੀ ਉਹਨੂੰ ਸੋਹਣਾ ਗਾਇਆ ਜਾਊਗਾ। ਜੇ ਗੀਤ ਸੋਹਣਾ ਲਿਖਿਆ ਨਹੀਂ ਹੈ ਤਾਂ ਗਾਉਣ ਦਾ ਕਿੱਥੇ ਚਲੇਗਾ? ਗਾਉਣ ਨੂੰ ਤਾਂ ਬਹੁਤ ਹੈਗੇ ਨੇ ਗੀਤਕਾਰ, ਇਹੀ ਲਿਖਣ ਵਾਸਤੇ ਉਹ ਜਿਹਾ ਗੀਤ ਹੈਗਾ ਸੀਗਾ ਜੀ। ਅਖੀਰ ਜੀ ਇਹਨਾਂ ਦਾ ਕਿਸੇ ਵਿਆਹ ਨਹੀਂ ਜੀ ਕਰਾਇਆ ਇਹਨਾਂ ਨੇ। ਇਹਨਾਂ ਦੇ 2 ਚੱਕਰ ਸੀਗਾ ਜੀ। ਇੱਕ ਬੜੀ ਮਸ਼ਹੂਰ ਉਹ ਵੀ ਲੇਖਕ ਆ ਜੀ, ਉਹਨਾਂ ਨਾਲ ਇਹਦਾ ਚੱਕਰ ਸੀਗਾ ਜੀ। ਤੁਹਾਨੂੰ ਥੋੜਾ ਜਿਹਾ ਹਿੰਟ ਦੇ ਦਿੰਦਾ ਜੀ। ਇਹਨੂੰ ਸਿਗਰਟ ਪੀਣ ਦੀ ਆਦਤ ਸੀਗੀ ਤੇ ਜਦੋਂ ਮਿਲਣ ਤੋਂ ਬਾਅਦ ਇਹ ਚਲੇ ਜਾਂਦੇ ਸੀਗੇ ਜੀ, ਤੇ ਉਹ ਸਿਗਰਟ ਉਹਦੇ ਹੀ ਸਿਗਰਟ ਨੂੰ ਉਹ ਪੀਂਦੀ ਹੁੰਦੀ ਸੀਗੀ ਜੀ। ਇਸ ਗੱਲ ਨੂੰ ਮੰਨਿਆ ਹੈਗਾ ਜੀ। ਬਹੁਤ ਫਿਲਮਾਂ ਦੇ ਵਿੱਚ ਗਾਣੇ ਲਿਖੇ ਨੇ ਜੀ। ਇੱਕ ਦਰਸ਼ਕ ਜੁੜ ਗਏ ਨੇ, ਆਪਾਂ ਇਹਨਾਂ ਦਾ ਸੁਣਨ ਦੀ ਜਵਾਬ ਖਾਓ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਮੈਂ ਵਿੰਕੀ ਬੋਲ ਰਹੀ ਹਾਂ। ਵਿੰਕੀ ਜੀ ਬਹੁਤ ਬਹੁਤ ਸਵਾਗਤ ਹੈ ਜੀ। ਸਾਹਿਲ ਲੁਧਿਆਣਵੀ। ਸਾਹਿਲ ਲੁਧਿਆਣਵੀ ਜੀ, ਬਿਲਕੁਲ ਜੀ, ਸ਼ੁਕਰੀਆ ਸਾਨੂੰ ਕਾਲ ਕਰਕੇ ਆਨਸਰ ਦੇਣ ਦੇ ਲਈ। ਤੁਸੀਂ ਇਸ ਟੀਵੀ ਸਕਰੀਨ ਤੇ ਆਨਸਰ ਸੁਣ ਸਕਦੇ ਹੋ ਕੀ ਇਹਨਾਂ ਦਾ ਸਹੀ ਐਗਜ਼ੈਕਟ ਹੈ। ਸ਼ੁਕਰੀਆ ਜੀ, ਬਹੁਤ ਬਹੁਤ ਥੈਂਕਸ ਫॉर ਜੁਆਇਨਿੰਗ ਜੀ। ਤੁਸੀਂ ਸਾਨੂੰ ਕਮੈਂਟਸ ਵੀ ਦਿੰਦੇ ਹੋ। ਥੈਂਕ ਯੂ ਵਿੰਕੀ ਜੀ, ਸੋ ਨਾਈਸ ਆਫ ਯੂ ਜੀ। ਰੁਪਿੰਦਰ ਬਾਜਵਾ ਜੀ ਕਹਿ ਰਹੇ ਨੇ ਓਪੀ ਨਾਇਰ। ਓਕੇ ਜੀ, ਆਪਾਂ ਹੋਰ ਉਡੀਕ ਲੈਂਦੇ ਜੀ। ਬਾਜਵਾ ਜੀ ਕੋਈ ਹੋਰ ਕਲਿਊ ਵੀ ਦੇ ਸਕਦੇ ਹੋ ਤੁਸੀਂ? ਇਹ ਜੀ ਹਰਜਿੰਦਰ ਸਹੋਤਾ ਜੀ ਕਹਿ ਰਹੇ ਨੇ ਸਾਹਿਲ ਲੁਧਿਆਣਵੀ। ਹਾਂਜੀ, ਸਾਹਿਲ ਲੁਧਿਆਣਵੀ ਸੀਗੇ ਜੀ। ਬਾਜਵਾ ਸਾਹਿਬ ਇਹਨਾਂ ਦਾ ਜੀ ਅੰਮ੍ਰਿਤਾ ਪ੍ਰੀਤਮ ਦੇ ਨਾਲ ਚੱਕਰ ਸੀਗਾ। ਇੱਕ ਵਾਰੀ ਇਹ ਲੈਕਚਰ ਕਰ ਰਹੇ ਸੀ ਤੇ ਅੰਮ੍ਰਿਤਾ ਪ੍ਰੀਤਮ ਸੁਣ ਰਹੀ, ਉੱਥੇ ਪੇਪਰ ਪਿਆ ਸੀਗਾ ਤੇ ਅੰਮ੍ਰਿਤਾ ਪ੍ਰੀਤਮ ਇਹਦਾ ਨਾਂ ਹੀ ਲਿਖੀ ਗਈ, ਸਾਹਿਰ 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 ਸਾਹਿਰ, ਸਾਰੇ ਤੇ ਸਾਹਿਰ ਸਾਹਿਰ ਹੋਈ ਲਿਖੀ ਗਈ ਸੀ। ਇੱਕ ਗੀਤ ਦਾ ਮੈਂ ਜ਼ਿਕਰ, ਕभी कभी ਦੇ ਸਾਰੇ ਗੀਤ ਇਹਨਾਂ ਦੇ ਲਿਖੇ ਹੋਏ ਜੀ। ਮੈਂ ਪਲ ਦੋ ਪਲ ਕਾ ਸ਼ਾਇਰ ਹੂੰ, ਮੈਂ ਹਰ ਇੱਕ ਪਲ ਕਾ ਸ਼ਾਇਰ ਹੂੰ। ਇੱਕ ਗੀਤ ਹੈ ਜੀ ਮੈਂ ਜ਼ਰੂਰ ਜ਼ਿਕਰ ਕਰਨਾ ਚਾਹਾਂਗਾ। ਉਹ ਜ਼ਿਕਰ ਕਰਨ ਐਸਾ ਹੈ ਕਿ ਇਹਨਾਂ ਦਾ ਵਿਆਹ ਨਹੀਂ ਸੀ ਹੋਇਆ, ਔਲਾਦ ਕੀ ਹੋਣੀ ਹੈ। ਇਹਨਾਂ ਨੇ ਇੱਕ ਗੀਤ ਲਿਖਿਆ ਜੀ, ਔਰ ਉਹ ਗੀਤ ਮੇਰੇ ਖਿਆਲ ਬਾਪ ਹੀ ਲਿਖ ਸਕਦਾ ਹੈ। बाबुल की दुआएं लेती जा जा तुझको खुशी सुखी संसार मेरे, मैं की कभी ना याद आए ससुराल में इतना प्यार मेरे, मैं कही वर्डिंग है। बिल्कुल जी। हाँ जी, ये गीत लिखना औलाद का ना होना ते इन्ना सोहना गीत अजकल जदों भी किते डोली विद्या हुंदी है ਤਾਂ ਮੇਰੇ ਖਿਆਲ ਹੈ 99% ਥਾਵਾਂ ਦੇ ਉੱਤੇ ਇਹ ਗੀਤ ਜ਼ਰੂਰ ਚੱਲਦਾ ਹੈ। ਔਰ ਕਿੰਨਾ ਦੇਰ ਦਾ ਲਿਖਿਆ ਹੋਇਆ, ਅਜੇ ਤੱਕ ਚੱਲ ਰਿਹਾ, ਅੱਗੇ ਨਹੀਂ ਪਤਾ ਕਿੰਨੀ ਦੇਰ ਤੱਕ ਹੋਰ ਚੱਲੇਗਾ। ਸਾਹਿਲ ਲੁਧਿਆਣਵੀ। ਬਿਲਕੁਲ ਜੀ, ਹਰਜਿੰਦਰ ਸਹੋਤਾ ਜੀ, ਅਮਰਜੀਤ ਕੌਰ, ਗੁਰਰਹਿਮਤ ਸਿੰਘ ਜੀ ਕਹਿ ਰਹੇ ਨੇ ਸਾਹਿਲ ਲੁਧਿਆਣਵੀ। ਬਿਲਕੁਲ ਸਹੀ ਜਵਾਬ ਹੈ ਜੀ। ਥੈਂਕ ਯੂ ਜੀ, ਸੋ ਨਾਈਸ ਆਫ ਯੂ। ਤੁਸੀਂ ਜਿਹੜੀ ਸ਼ਿਰਕਤ ਕੀਤੀ ਹੈ ਜੀ ਅੱਜ ਇੰਨਾ ਹੀ ਕਾਫੀ, ਕੱਲ ਨੂੰ ਫੇਰ ਮਿਲਾਂਗੇ। ਸਤਿ ਸ੍ਰੀ ਅਕਾਲ। ਬਿਲਕੁਲ ਜੀ, ਇਸ ਦੇ ਨਾਲ ਦਿਓ ਇਜਾਜ਼ਤ। ਜਿਹੜੀ ਸਾਨੂੰ ਫੀਡਬੈਕ ਲਈ ਸਾਨੂੰ ਕੁਝ ਕਮੈਂਟਸ ਆਏ ਨੇ ਕਿ ਫੀਡਬੈਕ ਅਸੀਂ ਕਿਵੇਂ ਦੇ ਸਕਦੇ ਹਾਂ, ਈਮੇਲ ਆਈਡੀ ਸਾਡੀ ਨੋਟ ਕਰ ਲਵੋ ਜੀ, channelhamdard@gmail.com, CHANNEL channelhamdard@gmail.com। ਇੱਥੇ ਤੁਸੀਂ ਆਪਣਾ ਫੀਡਬੈਕ ਸਾਨੂੰ ਦੇ ਸਕਦੇ ਹੋ। ਮੈਂ ਨੰਬਰ ਵੀ ਦੇ ਦਿੰਦਾ ਜੀ, 6474036288 ਤੁਸੀਂ ਮੇਰਾ ਨੰਬਰ ਹੈ ਜੀ। ਮੈਨੂੰ ਸੁਨੇਹਾ ਦਿਓਗੇ, ਮੈਂ ਤੁਰੰਤ ਤੱਕ ਪਹੁੰਚਾ ਦੇਵਾਂਗਾ। 6474036288 ਮੈਨੂੰ ਕਿਸੇ ਵੀ ਟਾਈਮ ਕਾਲ ਕਰ ਸਕਦੇ ਹੋ ਜੀ। ਥੈਂਕ ਯੂ ਜੀ। ਬਿਲਕੁਲ ਜੀ, ਬਹੁਤ ਬਹੁਤ ਧੰਨਵਾਦ ਫਿਲਹਾਲ ਪ੍ਰੋਗਰਾਮ 'ਚ ਦੇਖਣ ਲਈ, ਪਾਰਟਿਸਿਪੇਟ ਕਰਨ ਲਈ, ਕਾਲਸ ਕਰਨ ਲਈ। ਫਿਲਹਾਲ ਦਿਓ ਇਜਾਜ਼ਤ, ਕਰ ਹੋਵੇਗੀ ਫਿਰ ਮੁਲਾਕਾਤ। ਦੇਖਦੇ ਰਹੋ ਹਮਦਰਦ ਟੀਵੀ ਤੇ ਦੇਖਣਾ ਨਾ ਭੁੱਲਣਾ ਜੀ, ਅੱਜ ਟੋਰਾਂਟੋ ਸਮੇਂ ਦੇ ਮੁਤਾਬਿਕ ਰਾਤ ਨੂੰ 10 ਵਜੇ ਪ੍ਰੋਗਰਾਮ ਆਏਗਾ ਜੋ ਕੈਨੇਡਾ ਦੇ ਖੇਤੀਬਾੜੀ ਦੇ ਉੱਤੇ ਅਸੀਂ ਇੱਕ ਪ੍ਰੋਗਰਾਮ, ਸਪੈਸ਼ਲ ਪ੍ਰੋਗਰਾਮ ਬਣਾਇਆ, ਕੈਨੇਡੀਅਨ ਫਾਰਮਰਸ ਦੀ ਲਾਈਫ ਦੇ ਉੱਤੇ ਸਪੈਸ਼ਲ ਪ੍ਰੋਗਰਾਮ ਬਣਾਇਆ। ਸੋ ਦੇਖਣਾ ਨਾ ਭੁੱਲਣਾ ਪ੍ਰੋਗਰਾਮ ਲਾਈਫ ਇਨ ਕੈਨੇਡਾ ਟੋਰਾਂਟੋ ਸਮੇਂ ਦੇ ਮੁਤਾਬਿਕ ਅੱਜ ਰਾਤ ਨੂੰ 10 ਵਜੇ। ਫਿਲਹਾਲ ਦਿਓ ਇਜਾਜ਼ਤ, ਦੇਖਦੇ ਰਹੋ ਹਮਦਰਦ ਟੀਵੀ। ਸਤਿ ਸ੍ਰੀ ਅਕਾਲ।